है पंजाब करां की सिफ्त तेरी, है पंजाब करां की सिफ्त तेरी। पंजाब करां की सिफ्त तेरी, शाना दे सब सामान तेरे। जल पौन तेरा हरियाल तेरी, दरिया पर्वत मैदान तेरे। ओ बाबा नानक बाबा फरीद अपनी छाती ते पाले तू। दुनिया नू चानण देण लई कई रोशन दीवे बाले तू। तू आजादी दा आगू है ओ, तू कुर्बानी दा बानी है। हरे औकड़ पिया भरावां दी तू है करदा अगवानी है। क्या चूड़े हो जो बनमतियां मुटियारां दे, जद पान मदानी चाटी विच तद शोर उठन कुमकारां दे। कोई तुम्बदी है कोई कतदी है, कोई पींदी है कोई चढ़दी है, कोई सिउंदी कोई परोंदी है, कोई वेला बूटे कटदी है। जद रात चांदनी खिड़दी है ओ, जद रात चांदनी खिड़दी है, कोई राग इलाही छिड़दा है। गिद्धे नू लोड़ा आंदा है, जो बनते बिरहा फिरदा है। ए पंजाब करां की सिफ्त तेरी, ए पंजाब करां की सिफ्त तेरी ओ। ਹਾਂਜੀ, ਪੰਜਾਬ ਦਰਸ਼ਨ ਦੇ ਸਾਰੇ ਦੋਸਤਾਂ ਦਾ ਸਵਾਗਤ ਹੈ। ਅੱਜ ਆਪ ਸਾਰੇ ਦੋਸਤਾਂ ਨੂੰ ਬੜੀ ਖੁਸ਼ੀ ਹੋਏਗੀ ਕਿ ਅਸੀਂ ਪੰਜਾਬ ਦੀ ਉਸ ਨਾਮਵਰ ਮਾਇਆ-ਨਾਜ਼ ਹਸਤੀ ਨੂੰ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ, ਜਿਨ੍ਹਾਂ ਨੇ ਪੰਜਾਬ ਦੀ ਸਿਆਣਪ, ਪੰਜਾਬ ਦੀ ਬੌਧਿਕਤਾ ਦਾ ਲੋਹਾ ਪੰਜਾਬ ਤੋਂ ਬਾਹਰ ਮਨਵਾਇਆ। ਮੇਰੀ ਮੁਰਾਦ ਹੈ ਦੀ ਮਹਾਰਾਜਾ ਸयाजी ਰਾਓ ਯੂਨੀਵਰਸਿਟੀ ਆਫ ਬੜੌਦਾ, ਗੁਜਰਾਤ ਦੇ ਵਿੱਚ, ਜਿਨ੍ਹਾਂ ਨੇ ਇਤਿਹਾਸ ਵਰਗਾ ਗਹਿਨ ਵਿਸ਼ਾ ਪੜ੍ਹਾਇਆ ਔਰ ਉਸ ਵਿਸ਼ਵ ਵਿਦਿਆਲੇ ਦੇ ਵਿੱਚ ਇੱਕ ਪ੍ਰੌੜ ਇਤਿਹਾਸਕਾਰ ਦੇ ਤੌਰ ਤੇ ਜਾਣੇ ਜਾਂਦੇ ਉਹ ਹਸਤੀ ਪ੍ਰੋਫੈਸਰ ਰਾਜ ਕੁਮਾਰ ਹੰਸ ਜੀ ਅੱਜ ਸਾਡੇ ਸਾਹਮਣੇ ਤਸ਼ਰੀਫ ਰੱਖ ਰਹੇ ਨੇ। ਉਹਨਾਂ ਨੂੰ ਜਿਹੜਾ ਵਿਸ਼ਾ ਅਸੀਂ ਬੇਨਤੀ ਕੀਤੀ, ਜਿਸ ਵਿਸ਼ੇ ਦੇ ਉੱਤੇ ਲੈਕਚਰ ਕਰਨ ਲਈ, ਆਪਣੇ ਵਿਚਾਰ ਪ੍ਰਗਟ ਕਰਨ ਲਈ, ਉਹ ਵਿਸ਼ਾ ਵੀ ਪੰਜਾਬ ਲਈ ਬਹੁਤ ਅਹਿਮ ਵਿਸ਼ਾ, ਅੱਜ ਦੇ ਵਿਸ਼ਵ ਲਈ ਵੀ, ਹਿੰਦੁਸਤਾਨ ਲਈ ਵੀ, ਪੰਜਾਬ ਲਈ ਵੀ। ਜਦੋਂ ਅਸੀਂ ਪੰਜਾਬ ਦੇ ਆਧੁਨਿਕ ਇਤਿਹਾਸ ਦੀ ਗੱਲ ਕਰਦੇ ਹਾਂ ਤੇ ਅਸੀਂ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਸਾਂਝੀਵਾਲਤਾ ਦਾ ਮਾਹੌਲ ਤੇ ਸਰਬੱਤ ਦਾ ਭਲਾ, ਇਹਦਾ ਆਸ਼ਾ ਦ੍ਰਿੜ ਕਰਨ ਲਈ, ਫੈਲਾਉਣ ਲਈ, ਪ੍ਰਕਾਸ਼ਿਤ ਕਰਨ ਲਈ ਜਿਨ੍ਹਾਂ ਨੇ ਇੱਕ ਲਹਿਰ ਚਲਾਈ, ਮੁਹਿੰਮ ਚਲਾਈ
ਔਰ ਜਦੋਂ ਉਹਨਾਂ ਦੀ ਬਾਣੀ ਵੱਲ ਅਸੀਂ ਧਿਆਨ ਮਾਰਦੇ ਹਾਂ, ਉਹਨਾਂ ਦੀ ਬਾਣੀ ਵਿੱਚ ਇੱਕ ਬਹੁਤ ਅਹਿਮ ਤੁਕ, ਇੱਕ ਅਹਿਮ ਪੰਕਤੀ, ਜਿਹਦੇ ਉੱਤੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੀ ਲਹਿਰ ਨੂੰ, ਉਸ ਮੁਹਿੰਮ ਨੂੰ ਅਸੀਂ ਰੱਖ ਕੇ ਦੇਖ ਸਕਦੇ ਹਾਂ। ਉਹ ਲਾਈਨ ਹੈ, ਨੀਚਾਂ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨ ਕੈ ਸੰਗ ਸਾਥ, ਵੱਡਿਆਂ ਸਿਉ ਕਿਆ ਰੀਸ। ਗੁਰੂ ਨਾਨਕ ਨੇ ਆਪਣੀ ਮੁਹਿੰਮ ਇੱਥੋਂ ਸ਼ੁਰੂ ਕੀਤੀ ਸੀ, ਔਰ ਪੰਜਾਬ ਦਾ ਆਧੁਨਿਕ ਇਤਿਹਾਸ ਇਸ ਪੰਕਤੀ ਤੋਂ ਸ਼ੁਰੂ ਹੁੰਦਾ, ਗੁਰੂ ਨਾਨਕ ਤੋਂ ਸ਼ੁਰੂ ਹੁੰਦਾ। ਮੇਰਾ ਇੱਕ ਦੋਸਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ, ਮੇਰਾ ਸੀਨੀਅਰ ਕਵੀ ਦੋਸਤ ਗੁਰਮੀਤ ਮੀਤ, ਉਹਨੇ ਇੱਕ ਕਵਿਤਾ ਲਿਖੀ ਸੀ। ਕਵਿਤਾ ਦੀ ਲਾਈਨ ਸੀ ਕਿ ਐਂਟੀਨੇ ਤੇ ਬੈਠੇ ਪੰਛੀ ਸਕਰੀਨ ਤੇ ਨਹੀਂ ਆਉਂਦੇ। ਕੈਮਰੇ ਦੀ ਭਾਸ਼ਾ ਵਿੱਚ ਗੱਲ ਕਰੀਏ ਤੇ ਕੈਮਰੇ ਦਾ ਇੱਕ ਫੋਕਸ ਹੁੰਦਾ, ਉਸ ਫੋਕਸ ਤੋਂ ਬਾਹਰ ਰਹਿ ਗਈਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ ਜਾਂ ਬਲਰ ਹੋ ਜਾਂਦੀਆਂ। ਔਰ ਇਸੇ ਤਰ੍ਹਾਂ ਹੀ ਸਾਡੇ ਸਮਾਜ ਦੇ ਵਿੱਚ ਸਾਡੀ ਸਮਾਜਿਕ ਨਜ਼ਰ ਜਦੋਂ ਕਿਸੇ ਸ਼ੈ ਦੇ ਉੱਤੇ, ਕਿਸੇ ਵਰਤਾਰੇ ਦੇ ਉੱਤੇ ਫੋਕਸ ਕਰਦੀ ਹੈ, ਔਰ ਫੋਕਸ ਤੋਂ ਕੁਝ ਚੀਜ਼ਾਂ ਬਾਹਰ ਰਹਿ ਜਾਂਦੀਆਂ, ਮਾਰਜਨ ਵਿੱਚ ਚਲੀ ਜਾਂਦੀਆਂ, ਜਿਹੜੀਆਂ ਨਜ਼ਰ ਨਹੀਂ ਆਉਂਦੀਆਂ ਜਾਂ ਧੁੰਦਲੀਆਂ ਪੈ ਜਾਂਦੀਆਂ। ਔਰ ਉਹ ਸਾਡੇ ਫੋਕਸ ਤੋਂ ਬਾਹਰ ਰਹਿ ਗਈਆਂ ਚੀਜ਼ਾਂ, ਮਾਰਜਨ ਵਿੱਚ ਚਲੀ ਗਈਆਂ ਚੀਜ਼ਾਂ, ਹਾਸ਼ੀਏ ਵਿੱਚ ਚਲੀ ਗਈਆਂ ਚੀਜ਼ਾਂ, ਉਹ ਸਾਡੇ ਧਿਆਨ ਵਿੱਚ ਨਹੀਂ ਆਉਂਦੀਆਂ। ਅਸੀਂ ਉਹਨਾਂ ਦੀ ਪਰਵਾਹ ਨਹੀਂ ਕਰਦੇ, ਉਹਨਾਂ ਦਾ ਜ਼ਿਕਰ ਵੀ ਨਹੀਂ ਕਰਦੇ। ਔਰ ਸਾਡੇ ਵਿਸ਼ਵ ਦੇ ਵਿੱਚ ਸਾਡੇ ਲੋਕਾਂ ਨਾਲ ਵੀ ਇਸ ਤਰ੍ਹਾਂ ਵਿਚਰਦਾ, ਇਸ ਤਰ੍ਹਾਂ ਹੁੰਦਾ ਕਿ ਬਹੁਤ ਸਾਰੇ ਲੋਕ ਕੇਂਦਰ ਵਿੱਚ ਆ ਜਾਂਦੇ ਆ, ਫੋਕਸ ਵਿੱਚ ਆ ਜਾਂਦੇ ਆ, ਤੇ ਬਹੁਤ ਸਾਰੇ ਲੋਕ ਮਾਰਜਨਲਾਈਜ਼ ਹੋ ਜਾਂਦੇ ਆ, ਹਾਸ਼ੀਆਗ੍ਰਸਤ ਹੋ ਜਾਂਦੇ ਆ, ਔਰ ਉਹਨਾਂ ਦੀ ਪਹਿਚਾਣ ਬਲਰ ਹੋ ਜਾਂਦੀ ਆ, ਔਰ ਧੁੰਦਲੀ ਹੋ ਜਾਂਦੀ ਹੈ, ਖਤਮ ਹੋ ਜਾਂਦੀ ਹੈ। ਅੰਗਰੇਜ਼ੀ ਵਿੱਚ ਉਹਨਾਂ ਲਈ ਮਾਰਜਨਲਾਈਜ਼ਡ ਪੀਪਲ ਕਿਹਾ ਜਾਂਦਾ, ਔਰ ਪੰਜਾਬੀ ਵਿੱਚ ਉਹਨਾਂ ਨੂੰ ਅਸੀਂ ਪਛੜੀਆਂ ਜਾਤਾਂ ਕਹਿ ਦਿੰਦੇ ਹਾਂ, ਜਾਂ ਅੱਜ ਕੱਲ੍ਹ ਸੰਵਿਧਾਨਕ ਭਾਸ਼ਾ ਵਿੱਚ ਉਹਨਾਂ ਨੂੰ ਅਨੁਸੂਚਿਤ ਜਾਤਾਂ ਵੀ ਕਹਿ ਲਿਆ ਜਾਂਦਾ। ਮੈਂ ਸਮਝਦਾ ਕਿ ਜਿਸ ਤਰ੍ਹਾਂ ਮਾਰਜਨਲਾਈਜ਼ਡ ਪੀਪਲ ਅਸੀਂ ਕਹਿੰਦੇ ਹਾਂ, ਇਸ ਤਰ੍ਹਾਂ ਉਹਨਾਂ ਨੂੰ ਪਛੜੀਆਂ ਨਹੀਂ, ਪਛਾੜੀਆਂ ਗਈਆਂ ਜਾਤਾਂ ਕਹਿਣਾ ਚਾਹੀਦਾ, ਜਿਨ੍ਹਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ, ਕਿਸੇ ਨਾ ਕਿਸੇ ਨਿਜ਼ਾਮ ਦੇ ਨਾਲ, ਜਿਨ੍ਹਾਂ ਨੂੰ ਪਛਾੜ ਦਿੱਤਾ ਜਾਂਦਾ ਜਾਂ ਪਛਾੜ ਦਿੱਤਾ ਗਿਆ। ਜਿਸ ਵੇਲੇ ਗੁਰੂ ਨਾਨਕ ਇਸ ਜਹਾਨ ਵਿੱਚ ਆਏ, ਉਹਨਾਂ ਨੇ ਆਪਣੇ ਆਸ-ਪਾਸ ਇਹ ਦੇਖਿਆ ਕਿ ਸੰਸਾਰ ਵਿੱਚ ਜਾਂ ਸਾਡੀ ਲੁਕਾਈ ਵਿੱਚ, ਖਲਕਤ ਵਿੱਚ, ਉਹ ਲੋਕ ਜਿਹੜੇ ਦੱਬੇ ਕੁਚਲੇ, ਪਛਾੜੇ ਗਏ ਲੋਕ, ਪਛੜੇ ਹੋਏ ਲੋਕ, ਜਿਨ੍ਹਾਂ ਦੀ ਕੋਈ ਸੇ ਨਹੀਂ ਹੈ, ਜਿਨ੍ਹਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਹੈ, ਜਿਨ੍ਹਾਂ ਦਾ ਕੋਈ ਜ਼ਿਕਰ ਨਹੀਂ ਹੈ, ਜਿਨ੍ਹਾਂ ਨੂੰ ਮਾਨਵਤਾ ਦੇ ਬਰਾਬਰ ਵੀ ਨਹੀਂ ਰੱਖ ਕੇ ਦੇਖਿਆ ਜਾਂਦਾ, ਜਾਂ ਜਿਨ੍ਹਾਂ ਨੂੰ ਮਨੁੱਖ ਦਾ ਦਰਜਾ ਵੀ ਨਹੀਂ ਦਿੱਤਾ ਜਾਂਦਾ, ਉਹਨਾਂ ਨੇ ਉਹਨਾਂ ਦੀ ਗੱਲ ਕੀਤੀ, ਉਹਨਾਂ ਦੇ ਨਾਲ ਖੜੇ ਕੀਤੇ, ਉਹਨੂੰ ਨਾਲ ਰਲਾਇਆ, ਔਰ ਪੰਜਾਬ ਵਿੱਚ ਇੱਕ ਮੁਹਿੰਮ ਚੱਲੀ। ਔਰ ਉਸ ਮੁਹਿੰਮ ਨੇ ਪੰਜਾਬ ਵਿੱਚ ਇੱਕ ਜਲਵਾ ਦਿਖਾ ਲਿਆ, ਇੱਕ ਇਤਿਹਾਸ ਦਿਖਾ ਲਿਆ, ਔਰ ਇਤਿਹਾਸ ਨੂੰ ਇਤਿਹਾਸ ਦੇ ਵਿੱਚ ਇੱਕ ਇਨਕਲਾਬ ਲਿਆਂਦਾ, ਇੱਕ ਬਦਲਾਵ ਲਿਆਂਦਾ। ਲੇਕਿਨ ਉਹ ਬਦਲਾਵ ਵੀ ਜ਼ਿਆਦਾ ਦੇਰ ਟਿਕ ਨਾ ਸਕਿਆ। ਫਿਰ ਜਿਹੜੀਆਂ ਇਤਿਹਾਸਕ ਉਹ ਜਿਹੜੀਆਂ ਤਾਕਤਾਂ ਜਾਂ ਇਤਿਹਾਸ ਦੇ ਉਹ ਤੋਰ, ਉਹਦੇ ਵਿੱਚ ਫਿਰ ਉਹੀ ਵਰਤਾਰਾ ਸਾਨੂੰ ਅੱਜ ਵੀ ਦੇਖਣ ਨੂੰ ਮਿਲਦਾ। ਅੱਜ ਵੀ ਪੰਜਾਬ ਦੇ ਵਿੱਚ ਗੁਰੂ ਨਾਨਕ ਦੇ ਘਰ ਦੇ ਅੰਦਰ ਉਹ ਲੋਕ ਅੱਜ ਵੀ ਪਛਾੜੇ ਗਏ, ਪਛੜੇ ਹੋਏ ਜਿਹੜੇ ਦੇਖੇ ਜਾ ਸਕਦੇ ਆ, ਜਿਨ੍ਹਾਂ ਦੀ ਕੋਈ ਸੇ ਨਹੀਂ, ਜਿਨ੍ਹਾਂ ਦੀ ਕੋਈ ਪਹਿਚਾਣ ਨਹੀਂ, ਜਿਨ੍ਹਾਂ ਦੀ ਕੋਈ ਵੋਕਤ ਨਹੀਂ, ਜਿਨ੍ਹਾਂ ਦੀ ਕੋਈ ਸਿਆਸਤ ਨਹੀਂ, ਜਿਨ੍ਹਾਂ ਦੀ ਕੋਈ ਸਮਾਜਿਕਤਾ ਨਹੀਂ ਹੈ। ਜੇ ਅਸੀਂ ਪੰਜਾਬ ਦੇ ਸੱਚੇ ਪੁੱਤਰ ਹਾਂ, ਜਾਂ ਅਸੀਂ ਪੰਜਾਬ ਪ੍ਰਤੀ ਸੱਚੇ ਹਾਂ, ਤਾਂ ਸਾਡਾ ਫਰਜ਼ ਬਣਦਾ ਕਿ ਪੰਜਾਬ ਦੇ ਕੁੱਲ ਲੁਕਾਈ ਨੂੰ, ਪੰਜਾਬ ਦੀ ਕੁੱਲ ਖਲਕਤ ਨੂੰ ਅਸੀਂ ਇਕੱਠੇ ਕਰੀਏ, ਉਹਨਾਂ ਨੂੰ ਅਸੀਂ ਬਰਾਬਰੀ ਦੇ ਅਹਿਸਾਸ ਵਿੱਚ ਦੇਖੀਏ,
ਉਹਨਾਂ ਨੂੰ ਅਸੀਂ ਭਰਾਤਰੀ ਭਾਵ ਵਿੱਚ ਲੈ ਕੇ ਆਈਏ, ਉਹਨਾਂ ਨੂੰ ਅਸੀਂ ਭਾਈਵਾਲਤਾ ਵਿੱਚ ਲੈ ਕੇ ਆਈਏ, ਉਹਨਾਂ ਨੂੰ ਅਸੀਂ ਸਰਬੱਤ ਦੇ ਭਲੇ ਦੇ ਅੰਦਰ ਲੈ ਕੇ ਆਈਏ। ਪੰਜਾਬ ਦਰਸ਼ਨ ਸਹੀ ਰੂਪ ਵਿੱਚ ਮੁਕੰਮਲ ਪੰਜਾਬ ਦਰਸ਼ਨ ਤਾਂ ਹੀ ਹੋਏਗਾ ਜੇ ਪੰਜਾਬ ਦੇ ਵਿੱਚ ਸਾਰੇ ਪੰਜਾਬੀ, ਸਾਰੇ ਪੰਜਾਬ ਦੇ ਲੋਕ ਆਪਣੇ ਆਪ ਨੂੰ ਪੰਜਾਬੀ ਸਮਝ ਸਕਣ, ਆਪਣੇ ਆਪ ਨੂੰ ਪੰਜਾਬ ਦੇ ਨਾਲ ਜੋੜ ਕੇ ਦੇਖ ਸਕਣ। ਇਸ ਆਸ਼ੇ ਨੂੰ ਮੁੱਖ ਰੱਖ ਕੇ ਅਸੀਂ ਅੱਜ ਦਾ ਲੈਕਚਰ ਜਿਹੜਾ ਉਹ ਪ੍ਰੋਫੈਸਰ ਰਾਜ ਕੁਮਾਰ ਹੰਸ ਜੀ ਨੂੰ ਬੇਨਤੀ ਕੀਤੀ ਸੀ ਕਿ ਪੰਜਾਬ ਦੇ ਹਾਸ਼ੀਆਗ੍ਰਸਤ ਲੋਕ, ਪੰਜਾਬ ਦੇ ਜਿਹੜੇ ਮਾਰਜਨ ਦੇ ਵਿੱਚ ਗਏ ਹੋਏ ਲੋਕ, ਮਾਰਜਨਲਾਈਜ਼ਡ ਲੋਕ ਜਿਹੜੇ ਆ, ਉਹਨਾਂ ਬਾਰੇ ਆਪਣਾ ਵਿਖਿਆਨ ਦਿੱਤਾ ਜਾਵੇ। ਤੇ ਮੇਰਾ ਖਿਆਲ ਹੈ ਉਹਨਾਂ ਲੋਕਾਂ ਦੀਆਂ ਜਿੰਨੀਆਂ ਵੀ ਕਹਾਣੀਆਂ ਪਾਲੀਆਂ ਜਾਣ, ਚਾਹੇ ਅੱਜ ਦੀਆਂ ਅਖਬਾਰਾਂ ਪੜ੍ਹ ਲਓ, ਤੁਸੀਂ ਰੇਡੀਓ TV ਸੁਣ ਲਓ, ਤੇ ਕਿਤੇ ਨਾ ਕਿਤੇ ਦਰਦਨਾਕ ਘਟਨਾਵਾਂ, ਦਰਦਨਾਕ ਹੌਲਨਾਕ ਘਟਨਾਵਾਂ ਜਿਹੜੀਆਂ ਅੱਜ ਵੀ ਸਾਨੂੰ ਦੇਖਣ ਨੂੰ ਮਿਲਦੀਆਂ, ਕਿਤੇ ਕੁਛ ਹੁੰਦਾ, ਕਿਤੇ ਕੁਛ ਹੁੰਦਾ। ਤੇ ਇਹਨਾਂ ਦਾ ਇਹ ਰੋਕਥਾਮ ਤਾਂ ਹੀ ਹੋ ਸਕਦੀ ਹੈ ਜੇ ਅਸੀਂ ਉਹਨਾਂ ਲੋਕਾਂ ਨੂੰ ਸਮਝੀਏ, ਉਹਨਾਂ ਲੋਕਾਂ ਨੂੰ ਦੇਖੀਏ, ਉਹਨਾਂ ਦੀ ਹੋਣੀ ਨੂੰ ਸਮਝੀਏ, ਉਹਨਾਂ ਦੀ ਜ਼ਿੰਦਗੀ ਨੂੰ ਸਮਝੀਏ ਕਿ ਕਿਸ ਤਰ੍ਹਾਂ ਉਹ ਆਪਣੀ ਜ਼ਿੰਦਗੀ ਬਸਰ ਕਰ ਰਹੇ ਅੱਜ ਕੱਲ੍ਹ ਦੇ ਇਸ ਹਾਲਾਤ ਦੇ ਵਿੱਚ। ਤਾਂ ਇਸ ਆਸ਼ੇ ਨੂੰ ਸਾਹਮਣੇ ਰੱਖ ਕੇ ਅਸੀਂ ਇਹ ਲੈਕਚਰ ਅਰੇਂਜ ਕੀਤਾ ਤੇ ਮੈਂ ਜ਼ਿਆਦਾ ਵਕਰੀਵਾਂ ਨਾ ਪਾਵਾਂ। ਮੈਂ ਆਪਣੇ ਪੰਜਾਬ ਦਰਸ਼ਨ ਦੇ ਦੋਸਤਾਂ ਨੂੰ ਇਹ ਵੀ ਦੱਸ ਦੇਵਾਂ ਕਿ ਅਸੀਂ ਇਸ ਸਿਲਸਿਲੇ ਵਿੱਚ ਕਾਫੀ ਅਨਾੜੀ ਹਾਂ ਤੇ ਅਸੀਂ ਹਰ ਪ੍ਰੋਗਰਾਮ ਸਾਨੂੰ ਐਂ ਲੱਗਦਾ ਅਸੀਂ ਪਹਿਲੀ ਵਾਰੀ ਕਰ ਰਹੇ ਹਾਂ ਤੇ ਹਰ ਵਾਰੀ ਕੁਛ ਨਾ ਕੁਛ ਅੜਚਨ ਜਿਹੜੀ ਹੈ ਟੈਕਨੀਕਲ ਪੈ ਜਾਂਦੀ ਹੈ। ਅੱਜ ਅਸੀਂ ਥੋੜ੍ਹੇ ਜਿਹੇ ਲੇਟ ਹੋ ਗਏ ਹਾਂ ਤੇ ਸਾਨੂੰ ਮੈਂ ਇਸ ਗੱਲ ਲਈ ਖਿਮਾ ਵੀ ਮੰਗਦਾ ਤੇ ਮੈਂ ਬੇਨਤੀ ਕਰਦਾ ਪ੍ਰੋਫੈਸਰ ਰਾਜ ਕੁਮਾਰ ਹੰਸ ਜੀ ਨੂੰ ਕਿ ਉਹ ਅੱਜ ਆਪਣਾ ਵਿਖਿਆਨ ਜਿਹੜਾ ਤੁਹਾਡੇ ਸਾਹਮਣੇ ਰੱਖਣ। ਪੰਜਾਬ ਦੇ ਹਾਸ਼ੀਆਗ੍ਰਸਤ ਬਹੁਤ ਬਹੁਤ ਧੰਨਵਾਦ ਪ੍ਰੋਫੈਸਰ ਅਵਤਾਰ ਸਿੰਘ ਜੀ, ਤੁਸੀਂ ਮੈਨੂੰ ਸੱਦਾ ਦਿੱਤਾ ਹੈ ਤੇ ਮਾਣ ਬਖਸ਼ਿਆ ਹੈ ਕਿ ਮੈਂ ਕੁਝ ਆਪਣੀ ਸਮਝ ਪੈਦਾ ਹੋਈ ਹੈ ਤੇ ਉਹ ਸਾਰੇ ਪੰਜਾਬੀਆਂ ਨਾਲ ਸ਼ੇਅਰ ਕਰਾਂ, ਵੰਡਾਂ ਉਸ ਨੂੰ। ਲੇਕਿਨ ਅਸੀਂ ਪਹਿਲਾਂ ਹੀ ਕੁਝ ਸਾਂਝੀ ਕਰ ਦੇਵਾਂ ਕਿ ਅਸੀਂ ਬੜੇ ਦੌਰ ਜਿਹਦੇ ਵਿੱਚੋਂ ਗੁਜ਼ਰ ਰਹੇ ਹਾਂ, ਇਹ ਬੜਾ ਸੰਕਟ ਭਰਿਆ ਦੌਰ ਹੈ। ਉਹ ਆਪਣੇ ਪੰਜਾਬ ਵਾਸਤੇ ਤਾਂ ਹੈ ਹੀ ਹੈ, ਪੂਰੇ ਮੁਲਕ ਵਾਸਤੇ ਵੀ ਹੈ ਤੇ ਪੂਰੇ ਵਿਸ਼ਵ ਦਾ ਹੀ ਸੰਕਟ ਗਹਿਰਾ ਹੁੰਦਾ ਜਾ ਰਿਹਾ। ਅਸੀਂ ਵੇਖ ਰਹੇ ਹਾਂ ਤਬਦੀਲੀਆਂ ਬਹੁਤ ਆਈਆਂ ਨੇ ਸਾਡੀ ਜ਼ਿੰਦਗੀ ਦੇ, ਸਾਡੀ ਹੋਂਦ ਵਿੱਚ ਰਹਿੰਦਿਆਂ ਹੋਇਆਂ ਹੀ। ਲੇਕਿਨ ਅੱਜ ਬੜੀ ਪੀੜਾ ਵਾਲੀ ਗੱਲ ਹੈ ਕਿ ਸਾਡੀ ਇੱਕ ਛੋਟੀ ਜਿਹੀ ਬੇਟੀ ਦਾ, ਮਨੀਸ਼ਾ ਵਾਲਮੀਕੀ ਦਾ, ਜਿਵੇਂ ਹਾਥਰਸ ਦੀ ਕੁੜੀ ਦਾ, 18-19 ਸਾਲ ਦੀ ਕੁੜੀ ਦਾ ਜਿਸ ਤਰੀਕੇ ਨਾਲ ਜ਼ੁਲਮ ਹੋਇਆ, ਜ਼ਬਰਦਸਤੀ ਕੀਤੀ ਗਈ ਹੈ, ਉਹਦੀ ਜ਼ਬਾਨ ਕੱਟ ਦਿੱਤੀ ਗਈ, ਉਹਦੇ ਨਾਲ ਹੱਡੀ, ਉਹਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਗਈ। ਤੇ ਸਰਕਾਰਾਂ ਜਿਹੜੀਆਂ ਨੇ, ਹਾਕਮ ਨੇ, ਉਹ ਕਿਉਂਕਿ ਦਲਿਤ ਕੁੜੀ ਹੈ, ਮਾਰਜਨਲਾਈਜ਼ ਸੈਕਸ਼ਨ ਵਿੱਚੋਂ ਆਉਂਦੀ ਹੈ, ਹਾਸ਼ੀਆਗਤ ਲੋਕਾਂ ਵਿੱਚੋਂ ਹੈ, ਤੇ ਉਹਦੇ ਬਾਰੇ ਉਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ ਸੀ ਕਰਨੀ। ਉਹ ਸਗੋਂ ਦਬਾਉਣ ਵਿੱਚ ਲੱਗੇ ਰਹੇ। ਆਪਣੇ ਪੂਰੇ ਭਾਰਤ ਦਾ ਮੀਡੀਆ ਜਿਹੜਾ ਹੈ ਉਹ ਦੂਸਰੀਆਂ ਗੱਲਾਂ ਵਿੱਚ ਰੁੱਝਿਆ ਰਿਹਾ ਤੇ ਉਹਦਾ ਬੜੀ ਦਰਦਨਾਕ ਦੇਹਾਂਤ ਵੀ ਹੋ ਗਿਆ। ਤੇ ਅਸੀਂ ਪਹਿਲੇ ਤਾਂ ਉਹਦੇ ਵਾਸਤੇ ਸ਼ਰਮਸਾਰ ਵੀ ਹਾਂ ਤੇ ਉਦਾਸ ਵੀ ਹਾਂ। ਲੇਕਿਨ ਇਹ ਗੱਲਾਂ ਕੁਝ ਬੜੀ ਦਰਦਨਾਕ ਹੈਗੀ ਆ। ਲੇਕਿਨ ਇਹ ਕੋਈ ਨਵੀਂ ਘਟਨਾ ਨਹੀਂ ਹੈ, ਇਹ ਸਦੀਆਂ ਤੋਂ ਹੁੰਦਾ ਆ ਵੀ ਰਿਹਾ। ਲੇਕਿਨ ਹੁਣ ਥੋੜ੍ਹਾ ਜਿਹਾ ਕਿਉਂਕਿ ਮਾਹੌਲ ਖੁੱਲ੍ਹਿਆ ਤੇ ਇਸ ਕਰਕੇ ਇਹ ਗੱਲਾਂ ਸਾਹਮਣੇ ਵੀ ਆ ਜਾਂਦੀਆਂ ਨੇ। ਜਿੰਨਾ ਮਰਜ਼ੀ ਸਰਕਾਰਾਂ ਦਬਾਅ ਪਾਉਣ ਜਾਂ ਸਥਾਪਤੀਆਂ ਜਿਹੜੀਆਂ ਨੇ ਉਹਨਾਂ ਨੂੰ ਹਾਸ਼ੀਆਗਤ ਕਰਨ ਦੀ ਕੋਸ਼ਿਸ਼ ਕਰਨ, ਫਿਰ ਵੀ ਇਹਨਾਂ ਖਬਰਾਂ ਨੇ ਉੱਭਰਨਾ ਹੁੰਦਾ ਹੈ ਤੇ ਲੋਕਾਂ ਦੇ ਵਿੱਚ ਰੋਸ਼ ਵੀ ਪੈਦਾ ਹੋਣਾ ਵਾਜਬ ਹੁੰਦਾ ਹੈ। ਤੇ ਦੂਸਰੀ ਗੱਲ, ਕਿਉਂਕਿ ਇਹ ਸਾਡੇ ਵਾਸਤੇ ਬੜੀ ਨਮੋਸ਼ੀ ਵਾਲੀ ਗੱਲ ਹੈ, ਪੀੜਾ ਵਾਲੀ ਗੱਲ ਹੈ, ਉਹ ਇਕੱਲੀ
ਸਾਡੀ ਬੇਟੀ ਨਹੀਂ ਆ, ਸਾਡੇ ਬਹੁਤ ਸਾਰੇ ਲੋਕਾਂ ਦੇ ਨਾਲ, ਬੇਟੀਆਂ ਦੇ ਨਾਲ ਇਸੇ ਤਰੀਕੇ ਦਾ ਜ਼ੁਲਮ ਅਸੀਂ ਖਬਰਾਂ ਸੁਣਦੇ ਰਹਿੰਦੇ ਹਾਂ, ਵੇਖਦੇ ਤਾਂ ਨਹੀਂ ਆ। ਮੈਂ ਤੇ ਕਈ ਸਾਲਾਂ ਤੋਂ ਟੀਵੀ ਵੇਖਣਾ ਬੰਦ ਕਰ ਦਿੱਤਾ ਜੇ, ਕਿਉਂਕਿ ਉੱਥੇ ਜਿਹੜਾ ਰੌਲਾ ਪੈਂਦਾ ਹੈ ਉਹ ਕੋਈ ਸੁਣਨ ਵਾਲਾ ਗੱਲ ਨਹੀਂ। ਉਹ ਖਬਰਾਂ ਤੋਂ ਵੱਧ ਜਿਹੜੀ ਆ ਆਪਣਾ ਇੱਕ ਦੂਸਰੇ ਨੂੰ ਦੱਬਣ ਦੀ ਕੋਸ਼ਿਸ਼ ਹੁੰਦੀ ਹੈ। ਖੈਰ, ਇਹਨੂੰ ਗੱਲ ਨੂੰ ਮੈਂ ਇੱਥੇ ਹੀ ਸਮਾਪਤ ਕਰਾਂ ਤੇ ਮੇਰਾ ਅਕੀਦਾ ਜਿਹੜਾ ਹੈ ਉਹ ਬਾਬੇ ਨਾਨਕ ਨੂੰ ਹੈ, ਕਿਉਂਕਿ ਜੇ ਮੈਂ ਸੱਚ ਕਹਾਂ ਤੇ ਜਦੋਂ ਮੈਂ ਵੱਡਾ ਹੋ ਰਿਹਾ ਸੀ, ਪੰਜਾਬ ਵਿੱਚ ਰਹਿੰਦਿਆਂ ਹੋਇਆਂ, ਪਿੰਡਾਂ ਵਿੱਚ ਪੜ੍ਹਦਿਆਂ ਹੋਇਆਂ, ਤੇ ਬਾਬੇ ਨਾਨਕ ਤੇ ਸਾਡੇ ਆਲੇ ਦੁਆਲੇ ਘੁੰਮਦਾ ਰਹਿੰਦਾ ਸੀਗਾ। ਤੇ ਜਦੋਂ ਉਹਨਾਂ ਦੇ ਨਾਲ ਮੈਂ ਥੋੜਾ 8ਵੀਂ 9ਵੀਂ 10ਵੀਂ ਵਿੱਚ ਪੜ੍ਹਨਾ ਸ਼ੁਰੂ ਕੀਤਾ ਜਾਂ ਉਹਨਾਂ ਦੇ ਬਾਰੇ ਰਚਨਾਵਾਂ ਪੜ੍ਹੀਆਂ, ਉਹਨਾਂ ਦੇ ਬਾਰੇ ਪੜ੍ਹਿਆ, ਤੇ ਪਹਿਲਾ ਜਿਹੜਾ ਪ੍ਰੇਮ ਹੈ ਉਹ ਬਾਬੇ ਨਾਲ ਹੋਇਆ। ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਦਰਸ਼ਨ ਵਾਲਿਆਂ ਨੇ ਅੱਜ ਦਾ ਜਿਹੜਾ ਮੇਰੀ ਤਕਰੀਰ ਹੈ ਉਹਨੂੰ ਡੈਡੀਕੇਟ ਕੀਤਾ, ਤੇ ਮੈਂ ਨਤਮਸਤਕ ਹੱਥ ਜੋੜ ਕੇ ਬਾਬਾ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਹੈ। ਤੇ ਇਹਨਾਂ ਦੀ ਅਸੀਸ ਲੈਂਦਿਆਂ ਹੋਇਆਂ ਹੀ ਮੈਂ ਕੁਝ ਗੱਲਾਂ ਆਪਣੀਆਂ ਕਰਾਂਗਾ। ਤੇ ਵੱਡੇ ਪ੍ਰੋਫੈਸਰ ਜਿਨ੍ਹਾਂ ਨੂੰ ਆਪਾਂ ਪੜ੍ਹਦਿਆਂ ਥੋੜੀ ਸਮਝ ਪੈਦਾ ਕੀਤੀ ਹੈ ਇਤਿਹਾਸ ਨੂੰ ਸਮਝਣ ਦੀ ਜਾਂ ਸਮਾਜ ਨੂੰ ਸਮਝਣ ਦੀ, ਤੇ ਆਪਣੇ MA ਦੇ ਵਿੱਚ ਇੱਕ ਕਿਤਾਬ ਹੋਇਆ ਕਰਦੀ ਸੀ ਹਿਸਟੋਰੀਕਲ ਥਾਟ ਦੇ ਉੱਤੇ E.H. ਕਾਰ ਦੀ, ਤੇ ਉਹਦਾ ਕਹਿਣਾ ਸੀ ਕਿ ਬਿਫੋਰ ਯੂ ਰੀਡ ਹਿਸਟਰੀ ਔਰ ਬਿਫੋਰ ਯੂ ਸਟੱਡੀ ਹਿਸਟਰੀ, ਸਟੱਡੀ ਦੀ ਹਿਸਟੋਰੀਅਨ, ਔਰ ਬਿਫੋਰ ਯੂ ਸਟੱਡੀ ਦੀ ਹਿਸਟੋਰੀਅਨ, ਸਟੱਡੀ ਹਿਜ਼ ਔਰ ਹਰ ਐਨਵਾਇਰਨਮੈਂਟ। ਤੇ ਮੈਂ ਆਪਣੇ ਬਾਰੇ ਕੁਝ ਤੁਹਾਡੇ ਨਾਲ ਗੱਲਾਂ ਕਰ ਲਵਾਂ ਕਿ ਜੇ ਮੇਰਾ ਹੌਲੀ ਕਦਮ ਇਸ ਵੱਲ ਨੂੰ ਪਹੁੰਚੇ ਨੇ, ਵਧੇ ਨੇ, ਤੇ ਉਹਦਾ ਪਿਛੋਕੜ ਵੀ ਹੈਗਾ। ਅਸੀਂ ਸਮਾਜ ਵਿੱਚ ਪੈਦਾ ਹੁੰਦੇ ਹਾਂ, ਪਰਿਵਾਰਾਂ ਦੇ ਵਿੱਚ ਜਿਹੋ ਜਿਹੀਆਂ ਰਹੁ ਰੀਤਾਂ ਹੁੰਦੀਆਂ ਨੇ। ਪਹਿਲੀ ਵਿਦਿਆ ਸਾਡੀ ਉਹ ਘਰਾਂ ਤੋਂ ਸ਼ੁਰੂ ਹੁੰਦੀ ਹੈ, ਤੇ ਘਰਾਂ ਵਿੱਚੋਂ ਅਕਸਰ ਅਸੀਂ, ਕਿਉਂਕਿ ਹਰ ਮਨੁੱਖ ਐਜ਼ ਅ ਚਾਈਲਡ ਜਿਹੜਾ ਉਹ ਬੱਚਾ ਜਿਹੜਾ ਉਹ ਕੁਦਰਤ ਦਾ ਬੜਾ ਮਾਸੂਮ ਜਿਹਾ ਪੈਦਾ ਹੁੰਦਾ, ਲੇਕਿਨ ਉਹਦੇ ਤੇ ਜਿੰਨੀਆਂ ਵੀ ਚੀਜ਼ਾਂ ਅਸੀਂ ਸਿੱਖਦੇ ਹਾਂ, ਭਾਵੇਂ ਉਹ ਭਾਸ਼ਾ ਹੈ, ਭਾਵੇਂ ਵਿਚਾਰ ਨੇ, ਹੌਲੀ ਉਹ ਆਪਣੇ ਚੁਗਿਰਦੇ ਤੋਂ ਸਿੱਖਦੇ ਹਾਂ। ਤੇ ਉਹ ਚੁਗਿਰਦਾ ਇਹੋ ਜਿਹਾ ਹੁੰਦਾ ਕਿ ਆਪਾਂ ਉਹਨੂੰ ਕਹਿ ਲਓ ਕਿ ਕੰਜ਼ਰਵੇਟਿਵ ਹੈ, ਆਰਥੋਡਾਕਸ ਹੈ, ਸੋਚਣੀ ਜਿਸ ਤਰੀਕੇ ਦੀ ਹੁੰਦੀ ਆ, ਬੱਚਾ ਉਸੇ ਨੂੰ ਲੈ ਕੇ ਪ੍ਰਵਾਨ ਚੜ੍ਹਦਾ ਹੈ। ਲੇਕਿਨ ਕੁਝ ਘਟਨਾਵਾਂ ਜ਼ਿੰਦਗੀ ਵਿੱਚ ਇਸ ਤਰੀਕੇ ਦੀਆਂ ਹੋ ਜਾਂਦੀਆਂ ਨੇ ਕਿ ਤੁਹਾਨੂੰ ਨਵੇਂ ਮੋੜ ਦਿਖਾਈ ਦਿੰਦੇ ਨੇ, ਮੋੜ ਜ਼ਿੰਦਗੀ ਕੱਟ ਜਾਂਦੀ ਹੈ, ਤੇ ਉਹਦੇ ਨਾਲ ਬਹੁਤ ਕੁਝ ਤੁਹਾਡੀ ਜ਼ਿੰਦਗੀ ਵਿੱਚ ਤਬਦੀਲੀਆਂ ਆਉਂਦੀਆਂ ਨੇ। ਤੇ ਮੈਂ ਸਮਝਦਾ ਜਦੋਂ ਮੈਂ ਆਪਣੀ ਪਿਛੋਕੜ ਨੂੰ, ਬਚਪਨ ਨੂੰ ਵੇਖਦਾ, ਤੇ ਪਹਿਲੀ ਗੱਲ ਮੈਨੂੰ ਲੱਗੀ ਕਿ ਜਿਵੇਂ ਆਪਾਂ ਬਣਨਾ ਹੁੰਦਾ, ਤੇ 6ਵੀਂ ਕਲਾਸ ਵਿੱਚ ਪਿੰਡ ਦੇ ਸਕੂਲ ਵਿੱਚ ਪੜ੍ਹਦੇ ਹਾਂ। 5ਵੀਂ ਤੱਕ ਤੇ ਸਾਡਾ ਸਕੂਲ ਹੀ ਹੈ ਨਹੀਂ ਸੀ ਪਿੰਡ ਵਿੱਚ, ਤੇ 4-5 ਕਿਲੋਮੀਟਰ ਆਪਾਂ ਤੁਰ ਕੇ ਜਾਂਦੇ ਹੁੰਦੇ ਸੀ ਲਾਗਲੇ ਪਿੰਡ। 5ਵੀਂ ਤੋਂ ਬਾਅਦ 6ਵੀਂ ਵਿੱਚ ਇੱਥੇ ਦਾਖਲਾ ਲੈ ਲਿਆ, ਤੇ 6ਵੀਂ ਵਿੱਚ ਦਾਖਲਾ ਲੈਂਦਿਆਂ ਹੀ ਕੁਝ ਮਹੀਨੇ ਹੋਏ ਸੀ ਤੇ ਮੇਰੇ ਮਨ ਵਿੱਚ ਵਿਚਾਰ ਆਇਆ ਕਿ ਜਿਹੜਾ ਮਾਪਿਆਂ ਨੇ ਨਾਮ ਦਿੱਤਾ ਹੋਇਆ ਉਹ ਮੈਨੂੰ ਚੰਗਾ ਨਹੀਂ ਲੱਗਦਾ। ਉਹ ਕਿਉਂ ਨਹੀਂ ਚੰਗਾ ਲੱਗਦਾ? ਕਿਉਂਕਿ ਸ਼ਾਇਦ ਮੇਰੇ ਦੋਸਤਾਂ ਮਿੱਤਰਾਂ ਨੂੰ ਵੀ, ਚੌਗਿਰਦੇ ਨੂੰ ਵੀ ਉਨੀ ਆਪਣਾ ਤਜੇ ਨਹੀਂ ਸੀ ਆਉਂਦੀ ਨਾਂ ਦੇ ਨਾਲ। ਤੇ ਮੈਂ ਆਪਣੇ ਸਕੂਲ ਦੇ ਮਾਸਟਰ ਨਾਲ ਬੜੀ ਮਾੜੀ ਗੱਲ ਹੈ ਕਿ ਮੈਂ ਉਹਨਾਂ ਦਾ ਨਾਮ ਵੀ ਇਸ ਵੇਲੇ ਭੁੱਲ ਗਿਆ ਕਿ ਉਹ ਕਿਹਦੇ ਨਾਲ ਗੱਲ ਕੀਤੀ ਸੀ। 4-5 ਮਾਸਟਰ ਹੁੰਦੇ ਸਨ, ਤੇ ਉਹਨਾਂ ਨੂੰ ਮੈਂ ਕਿਹਾ ਕਿ ਮਾਸਟਰ ਸਾਹਿਬ ਮੈਂ ਨਾ ਆਪਣਾ ਨਾਂ ਬਦਲਣਾ ਚਾਹੁੰਦਾ। ਤੇ ਉਹਨਾਂ ਇਹ ਵੀ ਨਹੀਂ ਪੁੱਛਿਆ ਕਿ ਬਈ ਤੇਰੇ ਮਾਪਿਆਂ ਤੋਂ ਪੁੱਛ ਕੇ ਇਹ ਆਪਣਾ ਫੈਸਲਾ ਕੀਤਾ ਜਾਂ ਕਿਵੇਂ? ਕਹਿੰਦੇ ਬੇਟਾ 5ਵੀਂ ਤੋਂ ਬਾਅਦ ਜਿੰਨੇ ਵੀ ਨਾਂ ਨੇ ਉਹ ਸਕੂਲ ਆਪਣਾ ਡਿਸਟ੍ਰਿਕਟ ਜ਼ਿਲ੍ਹੇ ਦੇ ਐਜੂਕੇਸ਼ਨ ਬੋਰਡ ਵਿੱਚ ਚਲੇ ਜਾਂਦੇ ਨੇ, ਇਹ ਤੇ ਉੱਥੇ ਹੀ ਬਦਲ ਸਕਦਾ ਹੈ। ਤੇ ਮੈਂ ਕਿਹਾ ਕਿ
ਐਵੇਂ ਬਚਪਨ ਦੇ ਵਿੱਚ ਮਾਸੂਮੀਅਤ ਦੇ ਵਿੱਚ ਕਿਹਾ। ਮੈਂ ਕਿਹਾ ਹਾਂਜੀ ਕਰ ਦੋ ਜੋ ਵੀ ਕਰਨਾ ਹੈ। ਤੇ ਇਹ ਮੇਰਾ ਨਾਮ ਜਿਹੜਾ ਰਾਜ ਕੁਮਾਰ ਹੈ ਉਹ ਮੇਰਾ ਆਪਣਾ 6ਵੀਂ ਜਮਾਤ ਵਿੱਚ ਮਾਪਿਆਂ ਦੀ ਉਹਨਾਂ ਦੀ ਕੀ ਕਹਿੰਦੇ ਨੇ ਉਹਨਾਂ ਦੇ ਗਿਆਨ ਤੋਂ ਬਗੈਰ ਮੈਂ ਆਪਣਾ ਨਾਮ 6ਵੀਂ ਜਮਾਤ ਵਿੱਚ ਬਦਲ ਲਿਆ। ਇੱਕ 6ਵੀਂ ਜਮਾਤ ਵਿੱਚ ਦੂਸਰੀ ਵੀ ਹੋਈ ਕਿ ਮੈਂ ਪਲੇਠੀ ਦਾ ਪੁੱਤਰ ਸਾਂ। ਮੇਰੇ ਤੋਂ ਵੱਡੀ ਇੱਕ ਭੈਣ ਸੀ ਤੇ ਉਹਦਾ ਵਿਆਹ ਤੇ ਉਦੋਂ ਹੋ ਗਿਆ ਸੀਗਾ, ਲੇਕਿਨ ਮੈਂ ਘਰ ਦੀ ਜ਼ਿੰਮੇਵਾਰੀ ਜਿਹੜੀ ਆ ਉਹ 6ਵੀਂ ਜਮਾਤ ਵਿੱਚ ਹੀ ਆਪਣੇ ਪਾਪੇ ਜੀ ਦੇ ਨਾਲ ਸੰਭਾਲ ਲਈ। ਤੇ ਉਹ ਇੱਕ ਬੜਾ ਆਪਣੇ ਆਪ ਹੀ ਜ਼ਿੰਮੇਵਾਰੀ ਦਾ ਅਹਿਸਾਸ ਹੋਣਾ ਸ਼ੁਰੂ ਹੋ ਗਿਆ। ਇੱਕ ਤਾਂ ਕਹਿੰਦੇ ਨੇ ਕਿ ਵਿਦਰੋਹ ਵਾਲੀ ਗੱਲ ਸੀ ਕਿ ਆਪਣੇ ਜੇ ਪੇਰੈਂਟਲ ਅਥਾਰਟੀ ਆ, ਜਿਹੜੀ ਮਾਪਿਆਂ ਦੀ ਅਥਾਰਟੀ ਹੁੰਦੀ ਹੈਗੀ, ਉਹਦੇ ਖਿਲਾਫ ਹੀ ਤੁਸੀਂ ਇੱਕ ਤਰੀਕੇ ਦਾ ਇਹ ਕਦਮ ਚੁੱਕ ਲਿਆ। ਤੇ ਉਹ ਮੇਰੀ ਸ਼ਾਇਦ ਬਿਗਨਿੰਗ ਸੀ। ਤੇ 8ਵੀਂ ਜਮਾਤ ਵਿੱਚ ਮੈਂ ਪਾਪਾ ਜੀ ਨੂੰ ਕਹਿ ਦਿੱਤਾ ਕਿ ਮੈਨੂੰ ਨਾ ਆ ਧਰਮ ਜਿਹੜਾ ਹੈ ਨਾ, ਇਹਦੀਆਂ ਗੱਲਾਂ ਜਿਹੜੀਆਂ ਨੇ ਉਹ ਚੰਗੀਆਂ ਨਹੀਂ ਲੱਗਦੀਆਂ, ਕਿਉਂਕਿ ਰੈਪੀਟੀਸ਼ਨ ਬਹੁਤ ਹੁੰਦਾ, ਉਹੀ ਗੱਲ ਚੱਲਦੀ ਜਾਂਦੀ ਹੈ। ਤੇ ਮੈਨੂੰ ਕੁਛ ਨਾ ਕਰਿਓ, ਮਜਬੂਰ ਨਾ ਕਰਿਓ ਕਿ ਮੈਂ ਉਹਦੇ ਪਾਸੇ ਜਾਣਾ। ਤੇ ਦੂਸਰੇ ਤਰੀਕੇ ਨਾਲ ਮੈਂ 8ਵੀਂ ਜਾਂ 9ਵੀਂ ਜਮਾਤ ਵਿੱਚ ਇਹ ਜਿਹੜੀ ਸਾਡੇ ਤੇ ਭਾਰ ਪਏ ਹੁੰਦੇ ਨੇ ਚੁਗਿਰਦੇ ਤੋਂ, ਉਹਦੇ ਤੋਂ ਵੀ ਲਗਭਗ ਮੁਕਤ ਹੋ ਗਿਆ ਕਿ ਧਰਮ ਦੀ ਕੋਈ ਅਹਿਮੀਅਤ ਮੇਰੇ ਦਿਮਾਗ ਵਿੱਚ, ਐਜ਼ ਏ ਚਾਈਲਡ ਮੈਂ ਕਹਿ ਰਿਹਾ ਕਿ ਬਚਪਨ ਦੀਆਂ ਇਹ ਗੱਲਾਂ ਨੇ। ਫਿਰ ਮੇਰਾ ਰਸ ਜਿਹੜਾ ਸੀ ਥੋੜਾ ਬਹੁਤ ਪੰਜਾਬੀ ਜ਼ਬਾਨ ਵਿੱਚ ਜੋ ਆਪਾਂ ਪੜ੍ਹਦੇ ਸਾਂ ਸਕੂਲਾਂ ਦੇ ਵਿੱਚ, ਉਹ ਤੇ ਹੈ ਹੀ ਸੀ। ਫਿਰ ਮੈਂ ਥੋੜਾ ਬਹੁਤ ਇੱਧਰ ਉੱਧਰ ਵੀ ਵੇਖਣਾ ਸ਼ੁਰੂ ਕਰ ਦਿੱਤਾ। ਤੇ 10ਵੀਂ ਤੱਕ ਇੱਕ ਹੋਰ ਵੱਡੀ ਤਬਦੀਲੀ ਇਹ ਆਈ ਕਿ 8ਵੀਂ ਤੱਕ ਸਕੂਲ ਸਾਡਾ ਮਿਡਲ ਸਕੂਲ ਪਿੰਡ ਵਿੱਚ ਸੀਗਾ, ਤੇ ਜਿਹੜਾ 9ਵੀਂ ਵਿੱਚ ਮੈਂ ਦਾਖਲਾ ਲਿਆ ਉਹ 15 ਕਿਲੋਮੀਟਰ ਪਿੰਡ ਤੋਂ ਦੂਰ ਸੀ, ਬਟਾਲੇ ਸ਼ਹਿਰ ਦੇ ਵਿੱਚ। ਤੇ ਉਹ ਰੋਜ਼ ਆਪਣੀ ਕਸਰਤ ਹੁੰਦੀ ਸੀ, ਸਾਈਕਲ ਤੇ ਆਉਣਾ, ਸਾਈਕਲ ਤੇ ਜਾਣਾ। ਤੇ ਉਹ ਹੁੰਦਾ ਕੀ ਹੈ ਕਿ ਤੁਸੀਂ ਪਿੰਡੋਂ ਬਾਹਰ ਨਿਕਲਦੇ ਸ਼ਹਿਰਾਂ ਦੇ ਵਿੱਚ ਜਾਂਦੇ ਜੇ, ਸਕੂਲ ਦੇ ਪਿੰਡ ਸ਼ਹਿਰੀਆਂ ਨਾਲ ਵੀ ਮਿਲਦੇ ਜੇ, ਤੇ ਉਹ ਖਿੜਕੀਆਂ ਜਿਹੜੀਆਂ ਨੇ ਹੌਲੀ ਹੌਲੀ ਖੁੱਲਣ ਲੱਗਦੀਆਂ ਨੇ। ਤੇ ਜਮਾਤ ਤੋਂ ਲੈ ਕੇ ਮੈਂ 14ਵੀਂ ਜਮਾਤ ਤੱਕ BA ਤੱਕ ਬਟਾਲੇ ਜਾਂਦਾ ਰਿਹਾ। ਤੇ ਇਹ ਮੇਰਾ ਰੋਜ਼ਮर्रा ਦਾ ਇੱਕ ਕਿਰਿਆ ਹੋ ਗਈ ਸੀ ਕਿ ਸਾਈਕਲ ਚਲਾਉਣਾ। ਤੇ ਇਸੇ ਕਰਕੇ ਸਰੀਰ ਮੇਰਾ ਖਿਆਲ ਇਹ ਮਾੜਾ ਮੋਟਾ ਜਿਹਾ ਹੀ ਹੈ, ਏਡਾ ਵਧੀਆ ਖੁੱਲਿਆ ਨਹੀਂ ਹੈ। ਤੇ ਇਹ ਫਿਰ ਜਿਹੜੀ ਇੱਕ ਮੈਨੂੰ ਰਸ ਬਹੁਤ ਸੀ ਕਿ ਦੋਸਤੀਆਂ ਪੈਦਾ ਕਰਨ ਦਾ ਸਾਰਿਆਂ ਰਿਸ਼ਤਿਆਂ ਵਿੱਚੋਂ, ਕਿਉਂਕਿ ਜਿਹੜੇ ਸਾਡੇ ਰਿਸ਼ਤੇ ਘਰਾਂ ਦੇ ਹੁੰਦੇ ਨੇ ਉਹ ਤੇ ਸਾਡੇ ਖੂਨ ਦੇ ਰਿਸ਼ਤੇ ਨੇ, ਉਹਨਾਂ ਨੂੰ ਬਦਲ ਨਹੀਂ ਸਕਦੇ। ਜੇ ਸਾਡਾ ਕੋਈ ਚਾਚਾ ਚੰਗਾ ਹੈ ਤੇ ਉਹ ਵੀ ਚੰਗਾ ਹੈ, ਜੇ ਮਾਮਾ ਮਾੜਾ ਹੈ ਤੇ ਉਹ ਵੀ ਹੈਗਾ ਹੈ, ਉਹਨਾਂ ਦੇ ਬਾਰੇ ਤਾਂ ਕਹਿ ਨਹੀਂ ਸਕਦੇ। ਲੇਕਿਨ ਜਿਹੜੇ ਸਾਡੇ ਦੋਸਤੀਆਂ ਦੇ ਰਿਸ਼ਤੇ ਨੇ ਉਹ ਬੜੇ ਕਮਾਲ ਦੇ ਹੁੰਦੇ ਨੇ ਕਿ ਆਪਣੀ ਅਸੀਂ ਚੁਆਇਸ ਵਰਤਦੇ ਹਾਂ, ਸਾਡੀ ਉਹ ਚਾਹਤ ਹੁੰਦੀ ਹੈ ਕਿ ਕਿਹਦੇ ਨਾਲ ਮਿਲਣਾ, ਕਿਹਦੇ ਨਾਲ। ਤੇ ਮੇਰਾ ਦੋਸਤੀਆਂ ਦਾ ਘੇਰਾ ਸ਼ੁਰੂ ਤੋਂ ਹੀ ਬੜਾ ਵਿਸ਼ਾਲ ਰਿਹਾ, ਕਟਿੰਗ ਅਕ੍ਰੋਸ ਆਲ ਦੀ ਬੈਰੀਅਰਸ, ਜਿਹਦੇ ਵਿੱਚ ਆਪਾਂ ਜਾਤ ਦੀ, ਧਰਮ ਦੀ ਔਰ ਦੂਸਰੀ ਵੀ ਜਿਹੜੀਆਂ ਵੀ ਬੰਦਿਸ਼ਾਂ ਜਿਹੀਆਂ ਹੁੰਦੀਆਂ ਨੇ ਉਹਨਾਂ ਨੂੰ ਕਦੀ ਪਰਵਾਹ ਨਹੀਂ ਕੀਤੀ ਤੇ ਬਹੁਤ ਖੁੱਲ੍ਹ ਕੇ ਵਿੱਚ ਰਹੇ। ਤੇ ਇਸ ਕਰਕੇ ਜਿਹੜਾ ਫਿਰ MA ਕਰਦਿਆਂ ਅੰਮ੍ਰਿਤਸਰ ਆ ਗਏ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਦਾਖਲਾ ਲਿਆ। ਇੱਥੇ ਪੇਂਡੂਆਂ ਦੀ ਯੂਨੀਵਰਸਿਟੀ ਸੀ, ਨਵੀਂ ਬਣੀ ਸੀ, ਬਾਬੇ ਨਾਨਕ ਦੇ ਨਾਂ ਤੇ ਬਣੀ ਸੀ। ਉਹਨਾਂ ਦੇ 500 ਸਾਲ ਦੇ ਜਿਹੜਾ ਜਨਮ ਸ਼ਤਾਬਦੀ ਸੀ 5ਵੀਂ, ਉਹਦੇ ਤੇ ਇਹ ਫੈਸਲਾ ਲਿਆ ਗਿਆ ਸੀ। ਸਰਕਾਰਾਂ ਨੇ ਚੰਗਾ ਫੈਸਲਾ ਲੈ ਲਿਆ, ਸਾਡੇ ਮਨ ਚੰਗੇ ਭਾਗ ਸਨ ਕਿ ਉੱਥੇ ਐਡਮਿਸ਼ਨ ਮਿਲ ਗਈ। ਉਹ ਕਮਾਲ ਦੀ ਗੱਲ ਇਹ ਤੁਹਾਡੇ ਨਾਲ ਸ਼ੇਅਰ ਕਰਾਂ ਕਿ ਮੇਰਾ ਪਿਤਾ ਜੀ ਕਹਿੰਦੇ, ਪਾਪਾ ਹੀ ਕਹਿੰਦੇ ਸਨ ਉਹਨਾਂ ਨੂੰ, ਕਿ ਜਦੋਂ ਮੈਂ BA ਵਿੱਚ ਦਾਖਲਾ ਲਿਆ ਸੀਗਾ 10ਵੀਂ ਤੋਂ ਬਾਅਦ, ਤੇ ਉਹ ਕਹਿੰਦੇ ਕਿ ਬੇਟਾ ਤੂੰ ਮੈਡੀਕਲ ਕਰਨੀ ਹੈ। ਤੇ ਉਹਨਾਂ ਦਾ ਬੜਾ ਚਾਅ ਸੀ ਕਿ ਇੱਕ ਬੇਟਾ ਡਾਕਟਰ ਬਣੇ, ਦੂਸਰਾ ਇੰਜੀਨੀਅਰ ਬਣੇ, ਤੀਸਰਾ ਪਾਇਲਟ ਬਣੇ। 3 ਹੀ ਭਰਾ ਸਾਂ ਅਸੀਂ, ਤੇ ਉਹ 2 ਥੋੜੇ ਛੋਟੇ ਸਨ। ਤੇ ਹੁਣ ਜਦੋਂ ਮੈਂ 10ਵੀਂ ਪਾਸ ਕਰ ਲਈ
ਤੇ ਮੈਨੂੰ ਸਾਇੰਸ ਤਾਂ ਚੰਗੀ ਨਹੀਂ ਸੀ ਲੱਗਦੀ। ਮੈਂ 10ਵੀਂ ਦੇ ਵਿੱਚ ਫਿਜ਼ਿਕਸ ਕੈਮਿਸਟਰੀ ਤੋਂ ਫੇਲ ਹੀ ਹੋ ਗਿਆ ਸਾਂ, ਇਸੇ ਕਰਕੇ ਓਵਰਆਲ ਜਿਹੜੇ ਮੇਰੇ ਨੰਬਰ ਘਟ ਗਏ। ਲੇਕਿਨ ਫਿਰ ਵੀ ਉਹਨਾਂ ਨੇ ਕਿਹਾ ਕਿ ਨਹੀਂ ਤੂੰ ਇਹ ਮੈਡੀਕਲ ਹੀ ਕਰਨੀ ਹੈ, ਤੇ ਪ੍ਰੈਪ ਵਿੱਚ ਜਿਹੜੀ ਉਦੋਂ ਪ੍ਰੈਪ ਹੁੰਦੀ ਸੀਗੀ ਉਹਦੇ ਵਿੱਚ ਐਡਮਿਸ਼ਨ ਵੀ ਲੈ ਲਈ। ਲੇਕਿਨ ਹੋਇਆ ਇਹ ਕਿ 1 ਮਹੀਨੇ ਦੇ ਬਾਅਦ ਮੈਂ ਆਪ ਹੀ ਫੈਸਲਾ ਕੀਤਾ ਤੇ ਘਰਦਿਆਂ ਨੂੰ ਦੱਸਿਆ ਬਗੈਰ ਹੀ, ਤੋਂ ਮੈਂ ਥੀਟੇ ਬੀਟੇ ਜਿਹੜੇ ਉਹ ਮੇਰੀ ਸਮਝ ਵਿੱਚ ਨਹੀਂ ਸੀ ਪੈਂਦੇ, ਤੇ ਇਸ ਕਰਕੇ ਮੈਂ ਉਸ ਲਾਈਨ ਨੂੰ ਛੱਡ ਕੇ, ਮੈਡੀਕਲ ਵਾਲੀ ਲਾਈਨ ਨੂੰ ਛੱਡ ਕੇ ਤੇ ਆਰਟਸ ਵਿੱਚ ਆ ਗਿਆ, ਤੇ ਜਿਹਦੇ ਵਿੱਚ ਪੋਲੀਟੀਕਲ ਸਾਇੰਸ, ਹਿਸਟਰੀ, ਅੰਗਰੇਜ਼ੀ ਤਾਂ ਹੁੰਦਾ ਹੀ ਸੀਗਾ, ਸਬਜੈਕਟ ਜ਼ਰੂਰੀ ਸੀਗਾ। ਤੇ ਹਿਸਟਰੀ ਦੀ ਫਿਰ ਮੈਂ ਆਨਰਸ BA ਦੇ ਵਿੱਚ ਕੀਤੀ ਡੇਰਿੰਗ ਯੂਨੀਅਨ ਕ੍ਰਿਸਚੀਅਨ ਕਾਲਜ ਬਟਾਲਾ ਤੋਂ। ਉਹਦੇ ਤੋਂ ਜਦੋਂ ਇੱਕ ਵਾਰੀ ਕਰ ਲਈ ਤਾਂ ਅੱਗੇ MA ਕਰਨ ਦਾ ਸੀਗਾ। ਉਹ ਲਗਨ ਤਾਂ ਲੱਗ ਹੀ ਗਈ ਸੀ ਪੜ੍ਹਨਾ। ਮੇਰੇ ਭਰਾ ਉਦੋਂ ਤੱਕ ਹਟ-ਵਟ ਚੁੱਕੇ ਸੀਗੇ, ਉਹ ਛੋਟੇ ਸਨ, ਲੇਕਿਨ ਪਿੰਡਾਂ ਦਾ ਜਿਹੋ ਜਿਹਾ ਮਾਹੌਲ ਹੁੰਦਾ, ਉਹ ਮੇਰੇ ਚੰਗੇ ਕਰਮ ਸਨ ਜਾਂ ਸੋਚਣੀ ਚੰਗੀ ਸੀ ਕਿ ਮੈਂ ਪੜ੍ਹਦਾ ਰਿਹਾ। ਹਾਂਜੀ, ਤੇ ਉਹ ਫਿਰ ਕਹਿੰਦੇ ਕਿ ਨਹੀਂ, ਉਹ ਇਹਦੇ ਇਤਿਹਾਸ ਵਿੱਚ ਤੂੰ ਕੀ ਕਰਨਾ, ਇਹ ਤੈਨੂੰ ਨੌਕਰੀ ਮਿਲ ਜੂਗੀ ਅੰਗਰੇਜ਼ੀ ਵਿੱਚ ਕਰ। ਤੇ ਅੰਗਰੇਜ਼ੀ ਵਿੱਚ ਵੇਖੋ, ਗੁਰੂ ਨਾਨਕ ਦੇਵ ਯੂਨੀਵਰਸਿਟੀ ਵੇਲੇ ਨਵੀਂ ਯੂਨੀਵਰਸਿਟੀ ਬਣੀ ਸੀ ਉਸ ਵੇਲੇ ਵੀ, ਕਿਉਂਕਿ ਅੰਗਰੇਜ਼ੀ ਵਿੱਚ ਦਾਖਲਾ ਲੈਣ ਵਾਲੇ ਲੋਕ ਜ਼ਿਆਦਾ ਹੁੰਦੇ ਸਨ ਵਿਦਿਆਰਥੀ, ਤੇ ਉਹਨਾਂ ਨੇ ਐਂਟਰੈਂਸ ਟੈਸਟ ਰੱਖਿਆ ਹੋਇਆ ਸੀਗਾ ਤੇ ਮੈਂ ਵੀ ਦੇ ਦਿੱਤਾ। ਹਾਂਜੀ, 96 ਵਿਦਿਆਰਥੀਆਂ ਨੇ ਐਂਟਰੈਂਸ ਟੈਸਟ ਅੰਗਰੇਜ਼ੀ ਵਿੱਚ ਦਾਖਲਾ ਲੈਣ ਲਈ ਦਿੱਤਾ। ਉਹਦੇ ਵਿੱਚੋਂ ਉਹਨਾਂ ਨੇ 9 ਹੀ ਚੁਣੇ ਤੇ 9 ਵਿੱਚੋਂ ਵੀ ਮੇਰਾ 6ਵਾਂ ਨੰਬਰ ਸੀ। ਤੇ ਉਹ ਦੂਸਰਾ ਮੈਂ ਮੋੜ ਦੀ ਗੱਲ ਕਰ ਰਿਹਾ ਕਿ ਮੇਰਾ ਕਿਵੇਂ ਬਿਰਤੀ ਜਿਹੜੀ ਉਹ ਬਦਲਦੀ ਜਾਂਦੀ ਹੈ। ਤੇ ਮੇਰਾ ਖਿਆਲ ਮੈਂ 1.5 ਮਹੀਨਾ ਲਾਇਆ ਅੰਗਰੇਜ਼ੀ ਦਾ। ਕੁਝ ਸ਼ਹਿਰੀ ਕੁੜੀਆਂ ਵੀ ਸਨ ਸਾਡੇ ਨਾਲ, ਤੇ ਮੈਨੂੰ ਚੰਗੀ ਲੱਗਦੀ ਸੀ ਅੰਗਰੇਜ਼ੀ। ਬੋਲਣਾ ਤਾਂ ਨਹੀਂ ਸੀ ਆਉਂਦਾ, ਲੇਕਿਨ ਪੜ੍ਹਨਾ ਚੰਗਾ ਲੱਗਦਾ ਸੀ। ਫਿਰ ਵੀ ਮੈਨੂੰ ਮਨ ਨਹੀਂ ਲੱਗਿਆ, ਤੇ ਜਿਹੜੀ ਚੇਟਕ ਲੱਗੀ ਸੀ BA ਕਰਨ ਦੇ ਲੈਵਲ ਤੇ, ਮੈਂ ਜਾ ਕੇ ਪ੍ਰੋਫੈਸਰ JS ਗਰੇਵਾਲ, ਬੜੇ ਵੱਡੇ ਇਤਿਹਾਸਕਾਰ, ਖਾਸ ਕਰਕੇ ਸਿੱਖ ਧਰਮ ਦੇ, ਸਿੱਖ ਪਰੰਪਰਾ ਦੇ ਬੜੇ ਵੱਡੇ ਇਤਿਹਾਸਕਾਰ, ਉਹਨਾਂ ਨਾਲ ਗੱਲ ਸਹਿ ਸੁਭਾਅ ਜਾ ਕੇ ਕਰ ਦਿੱਤੀ ਕਿ ਸਰ ਮੇਰਾ ਐਡਮਿਸ਼ਨ ਇਸ ਤਰ੍ਹਾਂ ਹੋਇਆ ਤੇ ਮੈਂ ਚਾਹੁੰਦਾ ਕਿ ਹਿਸਟਰੀ ਵਿੱਚ ਆਇਆ। ਉਸ ਵੇਲੇ ਉਹ ਵੱਡੀ ਹਸਤੀ ਵੀ ਸਨ, ਉਹ ਕਹਿੰਦੇ ਕੋਈ ਗੱਲ ਨਹੀਂ, ਆ ਜਾ ਤੂੰ, ਫੀਸ ਫਾਸ ਦੇਣ ਦੀ, ਨਵੇਂ ਸਿਰੇ ਦੇਣ ਦੀ ਕੋਈ ਲੋੜ ਨਹੀਂ, ਉਹ ਤੱਕ। ਤੇ ਇਸ ਤਰੀਕੇ ਨਾਲ ਮੈਂ ਇਤਿਹਾਸ ਨਾਲ ਜੁੜ ਗਿਆ। ਹਾਂਜੀ, ਮੇਰਾ ਫਿਰ ਜਿਹੜੀ ਇਤਿਹਾਸ ਕਰਦਿਆਂ ਸਿੱਖਦਾ ਹੀ ਹੈ ਬੰਦਾ, ਸਾਰੀ ਉਮਰ ਹੀ ਸਿੱਖਦਾ ਰਹਿੰਦਾ। ਮੈਂ ਤੇ ਆਈ ਐਮ ਫੁੱਲ ਟਾਈਮ ਜਾਂ ਹੋਰ ਲਾਈਫ ਟਾਈਮ ਸਟੂਡੈਂਟ ਹੀ ਹੈ, ਵਿਦਿਆਰਥੀ ਹਾਂ, ਅੱਜ ਵੀ ਸਿੱਖ ਰਹੇ ਹਾਂ। ਉਹ ਬਹੁਤ ਕੁਝ ਸਿੱਖਿਆ ਆਪਣੇ ਅਧਿਆਪਕਾਂ ਤੋਂ। ਫਿਰ ਗੱਲ ਇਹ ਹੋਈ ਕਿ ਉਸ ਵੇਲੇ ਨਵੀਂ MPhil ਸ਼ੁਰੂ ਹੋਈ ਸੀ ਕੇਂਦਰੀ ਸਰਕਾਰ ਵੱਲੋਂ, ਤੇ ਬਹੁਤ ਘੱਟ ਡਿਪਾਰਟਮੈਂਟਾਂ ਵਿੱਚ ਲਾਗੂ ਕੀਤੀ ਗਈ ਸੀ। ਤੇ ਇਤਿਹਾਸ ਦੇ 4 ਡਿਪਾਰਟਮੈਂਟਾਂ ਵਿੱਚੋਂ ਇੱਕ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੀ ਸੀ ਜਿਨ੍ਹਾਂ ਨੇ MPhil ਦਾ ਕੋਰਸ ਸ਼ੁਰੂ ਕਰ ਲਿਆ। ਤੇ ਮਨ ਤੇ ਆਪਣਾ ਬਣਾ ਲਿਆ ਸੀ ਕਿ ਆਪਾਂ ਇਹਦੇ ਵਿੱਚ ਖੋਜ ਦਾ ਕੰਮ ਹੀ ਕਰਨਾ ਹੈ, ਤੇ ਉਹ ਗੱਲ ਹੋ ਗਈ ਜੀ। ਤੇ ਆਪਾਂ MPhil ਦਾ ਕੋਰਸ ਵਰਕ ਹੁੰਦਾ ਹੈ 1 ਸਾਲ ਦਾ, ਉਹਦੇ ਵਿੱਚ ਅਸਾਈਨਮੈਂਟਾਂ ਵੀ ਕਰਨੀਆਂ ਪੈਂਦੀਆਂ ਸਨ। ਉਹਦਾ ਬਾਹਰੋਂ ਸਾਡੇ ਪ੍ਰੋਫੈਸਰ ਵਾਈਵਾ ਲੈਣ ਵੀ ਆਉਂਦੇ ਸੀ। ਤੇ 1-2 ਮੇਰੇ ਹਿਸਟੋਰੀਕਲ ਥਾਟ ਦੇ ਅਸਾਈਨਮੈਂਟਾਂ ਸੀ। ਉਹਨਾਂ ਵਾਸਤੇ ਪ੍ਰੋਫੈਸਰ SC ਮਿਸ਼ਰਾ ਬੜੌਦਾ ਯੂਨੀਵਰਸਿਟੀ ਤੋਂ ਆਏ ਸਨ, ਤੇ ਉਹਨਾਂ ਨੂੰ ਖੈਰ ਮੇਰੀ ਲੇਖਣੀ ਜਾਂ ਬੋਲਣਾ ਵੀ ਚੰਗਾ ਲੱਗਿਆ, ਤੇ ਉਹ ਪ੍ਰੋਫੈਸਰ ਗਰੇਵਾਲ ਨੂੰ ਕਹਿ ਗਏ ਕਿ if this boy is interested, the UGC fellowship awaits him in ਬੜੌਦਾ। ਉਹਨਾਂ ਨੇ ਮੈਨੂੰ 10 ਦਿਨਾਂ ਬਾਅਦ ਜਦੋਂ ਚਲੇ ਗਏ, ਹੌਲੀ ਜੀ ਨੇ ਸੱਦ ਕੇ ਕਿਹਾ ਕਿ ਰਾਜਕੁਮਾਰ, ਬੜੀ ਖੁਸ਼ੀ ਦੀ ਖਬਰ ਹੈ ਤੁਹਾਡੇ ਵਾਸਤੇ। ਬੜੇ ਹੌਲੀ ਗੱਲ ਕਰਦੇ ਸਨ ਹਨ ਪ੍ਰੋਫੈਸਰ ਗਰੇਵਾਲ, ਕਹਿੰਦੇ ਕਿ ਤੁਹਾਡੇ ਵਾਸਤੇ ਤਾਂ ਉਹ ਦਰਵਾਜ਼ੇ ਖੁੱਲ੍ਹ ਗਏ ਨੇ, ਤੇ ਫੈਲੋਸ਼ਿਪ ਜਿਹੜੀ ਆ ਪ੍ਰੋਫੈਸਰ SC ਮਿਸ਼ਰਾ ਨੇ ਦੇ ਦਿੱਤੀ ਹੈ, ਤੇ ਤੁਸੀਂ ਜਾਣਾ ਚਾਹੋਗੇ? ਮੈਂ ਕਿਹਾ ਜੀ, ਮੈਂ ਥੋੜਾ ਸ਼ਸ਼ੂ ਪੰਜੇ ਵਿੱਚ ਪੈ ਗਿਆ ਕਿ ਦਿੱਲੀ ਤੋਂ ਅੱਗੇ ਕੁਝ ਵੇਖਿਆ ਨਹੀਂ ਸੀਗਾ। ਤੇ ਮੈਂ ਕਿਹਾ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਖੁਸ਼ੀ ਵੀ ਹੋਈ, ਲੇਕਿਨ ਘਰਦਿਆਂ ਨਾਲ ਸਲਾਹ ਵੀ ਕਰਨੀ ਸੀਗੀ। ਹਾਂਜੀ, ਕੀਤੀ ਵੀ।
ਉਹ ਵੀ ਥੋੜਾ ਜਿਹਾ ਚਿੰਤਾਤੁਰ ਵੀ ਹੋਵੇ, ਲੇਕਿਨ ਮੈਂ ਫੈਸਲਾ ਲੈ ਲਿਆ ਕਿ ਆਈ ਸ਼ੁੱਡ ਗੋ ਫਾਰ PhD ਇਨ ਬੜੌਦਾ ਯੂਨੀਵਰਸਿਟੀ, ਜਿੱਥੇ PhD ਵਾਸਤੇ ਤੁਹਾਨੂੰ ਸਕਾਲਰਸ਼ਿਪ UGC ਦੀ ਮਿਲ ਰਹੀ ਹੈ। ਤੇ ਦਿਸ ਇਜ਼ ਹਾਊ ਆਈ ਮਾਈਗ੍ਰੇਟਡ ਟੂ ਗੁਜਰਾਤ। ਤੇ ਹੁੰਦਾ ਇਹ ਹੈ ਕਿ ਜਦੋਂ ਤੁਸੀਂ ਆਪਣੇ ਲੋਕੇਸ਼ਨ ਵਿੱਚੋਂ, ਆਪਣੇ ਕਲਚਰ ਵਿੱਚੋਂ ਬਾਹਰ ਨਿਕਲਦੇ ਜੇ ਤੇ ਤੁਹਾਡੇ ਵਾਸਤੇ ਚੈਲੰਜ ਵੱਡੇ ਹੁੰਦੇ ਨੇ, ਸਿੱਖਣ ਨੂੰ ਬਹੁਤ ਕੁਝ ਮਿਲਦਾ, ਤੇ ਉਹ ਬਹੁਤ ਹੀ ਬਹੁਤ ਸੁਖਾਵਾਂ ਰਿਹਾ। ਮੇਰਾ ਜਿਹੜਾ PhD ਦਾ ਕੰਮ ਸੀ ਉਹ ਗੁਜਰਾਤ ਦੀ ਇਕਨੋਮਿਕ ਹਿਸਟਰੀ ਤੇ ਸੀਗਾ, ਸਾਊਥ ਗੁਜਰਾਤ ਦੀ ਤੇ ਉਹ ਵੀ ਮਾਡਰਨ ਯੁੱਗ ਵਿੱਚ। ਤੇ ਮੇਰੀ ਜਿਹੜੀ ਸ਼ੁਰੂਆਤ ਹੈ ਐਜ਼ ਏ ਹਿਸਟੋਰੀਅਨ ਉਹ ਮਾਡਰਨ ਪੀਰੀਅਡ ਵਿੱਚ ਹੁੰਦੀ ਹੈ, ਲੇਕਿਨ ਹੌਲੀ ਹੌਲੀ ਮੇਰੀ ਡਿਸਇਨਚਾਂਟਮੈਂਟ ਇਕਨੋਮਿਕ ਹਿਸਟਰੀ ਤੋਂ ਵੀ ਹੋਈ, PhD ਮੇਰੀ ਹੋ ਗਈ, ਬਟ ਆਈ ਗੋਟ ਮੋਰ ਇੰਟਰਸਟਿਡ ਇਨ ਸੋਸ਼ਲ ਐਂਡ ਕਲਚਰਲ ਹਿਸਟਰੀ। ਉਹ ਜਦੋਂ ਤੁਸੀਂ ਆਰਕਾਈਵਸ ਦੇ ਵਿੱਚ ਬਹੁਤ ਸਾਰੇ ਤੁਹਾਨੂੰ ਲੱਖਾਂ ਜਿਹੜੇ ਵਰਕੇ ਫਰੋਲਣੇ ਪੈਂਦੇ ਨੇ, ਪੁਰਾਣੇ ਖਰੜੇ ਹੱਥ ਲਿਖਤਾਂ ਵੇਖਣੀਆਂ ਪੈਂਦੀਆਂ ਨੇ। ਸੋ ਆਈ ਗੋਟ ਫੈਸੀਨੇਟਡ ਵਿਦ ਦੀ ਕਾਈਂਡ ਆਫ ਸੋਸ਼ਲ ਐਂਡ ਕਲਚਰਲ। ਬਹੁਤ ਘੱਟ ਮਿਲਦੀਆਂ ਸਨ, ਲੇਕਿਨ ਮੈਨੂੰ ਲੱਗਿਆ ਕਿ ਜੇ ਕੰਮ ਕਰਨਾ ਹੈ ਨਾ ਅੱਗੇ ਤੋਂ ਤੇ ਇਹੋ ਹੀ ਕਰਾਂਗਾ। ਦੈਨ ਆਈ ਲੈਫਟ ਦੈਟ ਫੀਲਡ, ਔਰ ਉਹ ਬੜੀ ਚੰਗੀ ਗੱਲ ਸੀ ਕਿ ਵੈਸੇ ਕੰਮ ਚੰਗਾ ਸੀ, ਮੈਂ ਉਹਨੂੰ ਕਦੀ ਦੁਬਾਰਾ ਹੱਥ ਨਹੀਂ ਲਾਇਆ ਇਹ ਗੱਲ ਹੋ ਗਈ। ਤੇ ਵੇਖੋ ਉੱਥੇ ਮੈਂ 37 ਸਾਲ ਗੁਜ਼ਾਰੇ ਨੇ, ਲੇਕਿਨ ਬੜੀਆਂ ਔਰ ਐਕਟਿਵਿਜ਼ਮ ਦੇ ਵਿੱਚ ਵੀ ਆਪਣਾ ਕਲਚਰਲ ਐਕਟਿਵਿਜ਼ਮ ਦਾ ਹਿੱਸਾ ਰਿਹਾ, ਕਿਉਂਕਿ ਉੱਥੇ ਜਿਹੜੀ ਕਮਿਊਨਲ ਫੋਰਸਿਸ ਸੀਗੀਆਂ ਉਹ ਬਹੁਤ ਹਾਵੀ ਹੋ ਗਈਆਂ ਸੀ। ਮੈਂ 78 ਵਿੱਚ ਉੱਥੇ ਗਿਆ ਸੀ, ਔਰ 83 ਤੱਕ ਮੈਂ ਜਿਹੜਾ ਐਜ਼ ਏ ਲੈਕਚਰਰ ਜੁਆਇਨ ਕਰ ਲਿਆ, ਤੇ ਉਦੋਂ ਹੀ ਜਿਹੜੀਆਂ ਕਮਿਊਨਲਿਜ਼ਮ ਸੀ ਉਹ ਬੜਾ ਫੈਲ ਰਿਹਾ ਸੀਗਾ। ਅਸੀਂ ਉਸ ਵੇਲੇ ਤੋਂ ਹੀ ਲਗਾਤਾਰ ਇਹਦੇ ਖਿਲਾਫ ਜੰਗ ਵੀ ਲੜਦੇ ਰਹੇ ਹਾਂ, ਪੜ੍ਹਦੇ ਵੀ ਰਹੇ ਹਾਂ, ਪੜ੍ਹਾਉਂਦੇ ਵੀ ਰਹੇ ਹਾਂ, ਸੋਚਦੇ ਵੀ ਰਹੇ ਹਾਂ, ਵਿਚਰਦੇ ਰਹੇ ਹਾਂ। ਤੇ ਮੇਰਾ ਵਿਸਤਾਰ ਜਿਹੜਾ ਹੈ ਔਰ ਉਹ ਇੱਕ ਪਸਾਰ ਜਿਹੜਾ ਹੈ ਉਹ ਬਹੁਤ ਵੱਡਾ ਰਿਹਾ ਦੋਸਤੀਆਂ ਦਾ। ਆਪਣੇ ਬੰਬਈ ਦੇ ਵਿੱਚ ਵੀ ਜਾਣਾ, ਬੰਬਈ ਦੇ ਵਿੱਚ ਕਿਉਂਕਿ ਮੇਰਾ ਖੋਜ ਦਾ ਕੰਮ ਹੁੰਦਾ ਸੀ। ਮੈਂ ਇਹ ਪਿਛੋਕੜ ਇਸ ਕਰਕੇ ਦੱਸ ਰਿਹਾ ਕਿ ਤੁਸੀਂ ਕਿਵੇਂ ਤੁਹਾਡੀ ਆਪਣੀ ਗਰੋਥ ਹੁੰਦੀ ਹੈ ਤੇ ਕਿੰਨਾ ਵਿਚਾਰਾਂ ਵੱਲ ਨੂੰ ਮੁੜਦੇ ਜੇ। ਇਹ ਮੇਰਾ ਕੰਮ ਜਿਹੜਾ ਸ਼ੁਰੂ ਦਾ ਸੀਗਾ ਉਹ ਗੁਜਰਾਤ ਦੇ ਇਤਿਹਾਸ ਤੇ ਸੀ, ਲੇਕਿਨ 1990 ਤੱਕ ਆਉਂਦਿਆਂ ਉਹ ਮੈਂ ਇੱਕ ਜਿਹੜੀ ਡਾਇਸਪੋਰਾ ਵਾਲੀ ਕੈਨੇਡੀਅਨ ਇੱਕ ਐਸੋਸੀਏਸ਼ਨ ਬਣੀ ਹੋਈ ਸੀ ਇੰਡੀਅਨਸ ਦੀ, ਉਹਦੇ ਵਿੱਚ ਕੰਮ ਸ਼ੁਰੂ ਕਰ ਦਿੱਤਾ। ਤੇ ਆਈ ਗੋਟ ਇੰਟਰਸਟਿਡ, ਫੈਸੀਨੇਟਡ ਬਾਈ ਕਿ ਸਾਡੇ ਜਿਹੜੇ ਪੰਜਾਬੀ ਕੈਨੇਡਾ ਵਿੱਚ ਗਏ ਸੀ ਉਹਨਾਂ ਦੇ ਕੰਮ ਕੀਤਾ ਜਾਵੇ। ਉਹ ਕੁਝ ਮੈਂ ਪਰਚੇ ਲਿਖੇ, ਔਰ ਫਿਰ ਮੈਨੂੰ ਫੈਲੋਸ਼ਿਪ ਵੀ ਮਿਲ ਗਈ ਕੈਨੇਡਾ ਵਿੱਚ, ਵੈਨਕੂਵਰ ਵਿੱਚ 1 ਮਹੀਨੇ ਰਹਿਣ ਦੀ। 1994 ਦੀ ਗੱਲ ਹੈ। ਤੇ ਉਹਦੇ ਨਾਲ ਫਿਰ ਮੇਰਾ ਪੰਜਾਬ ਦੇ ਇਤਿਹਾਸ ਵੱਲ, ਪੰਜਾਬੀਆਂ ਵੱਲ ਜ਼ਿਆਦਾ ਤੀਹ ਹੁੰਦਾ ਗਿਆ ਤੇ ਮੈਂ ਜੁੜਦਾ ਗਿਆ। ਤੇ ਗੱਲ ਇਹ ਵੀ ਸੀ ਕਿ ਮੈਂ ਚਾਹੁੰਦਾ ਸੀ ਕਿ ਇਹ ਪੂਰਾ ਵੱਡਾ ਪਸਾਰਾ ਜਿਹੜਾ ਭਾਰਤ ਦੇ ਇਤਿਹਾਸ ਦਾ, ਇਹਨੂੰ ਸਮਝਣ ਦਾ ਵਧੀਆ ਤਰੀਕਾ ਮੈਨੂੰ ਇਹ ਲੱਗਦਾ ਸੀ ਕਿ ਇਹਨੂੰ ਆਪਾਂ ਕੰਪੈਰੇਟਿਵ ਟਰਮਸ ਵਿੱਚ ਸਮਝ ਸਕਦੇ ਹਾਂ। ਕੰਪੈਰੇਟਿਵ ਟਰਮਸ ਦਾ ਮਤਲਬ ਮੈਂ ਪੰਜਾਬ ਵਿੱਚ ਪੈਦਾ ਹੋਇਆ, ਮੇਰੀ ਜਨਮ ਭੂਮੀ ਇਹ ਸੀ, ਕਰਮ ਭੂਮੀ ਮੇਰੀ ਗੁਜਰਾਤ ਬਣ ਗਈ, ਔਰ ਦੋਵਾਂ ਦਾ ਮੈਂ ਇੱਕ ਤਰੀਕੇ ਦਾ ਵਿਦਿਆਰਥੀ ਰਿਹਾ। ਤੇ ਉਹ ਮੈਨੂੰ ਚੰਗਾ ਲੱਗਿਆ ਕਿ ਇਹਦੀ ਜਿਓਗ੍ਰਾਫੀਕਲ ਕੰਡੀਸ਼ਨਸ ਕਿਹੜੀਆਂ ਨੇ ਦੋਵਾਂ ਖਿੱਤਿਆਂ ਦੀਆਂ, ਤੇ ਉਹਦੇ ਕਰਕੇ ਸਾਡੀਆਂ ਕਦਰਾਂ ਕੀਮਤਾਂ ਜਿਹੜੀਆਂ ਨੇ, ਜ਼ਿੰਦਗੀ ਨੂੰ ਜੀਣ ਦਾ, ਵੇਖਣ ਦਾ ਢੰਗ ਵੱਖਰਾ ਹੈ, ਕਿਉਂਕਿ ਇੰਨੇ ਸਾਲ ਹੁੰਦਿਆਂ ਪਤਾ ਲੱਗ ਜਾਂਦਾ ਹੈ ਕਿ ਹਾਊ ਏ ਗੁਜਰਾਤੀ ਮਾਈਂਡ, ਵਾਟ ਇਜ਼ ਦੀ ਗੁਜਰਾਤੀ ਪਰਸਨੈਲਿਟੀ, ਵਾਟ ਇਜ਼ ਦੀ ਪੰਜਾਬੀ ਪਰਸਨੈਲਿਟੀ। ਤੇ ਫਿਰ ਮੈਂ ਤੁਲਨਾਤਮਕ ਅਧਿਐਨ ਸ਼ੁਰੂ ਕਰ ਦਿੱਤਾ ਸੀ, ਕਾਫੀ ਦੇਰ ਤੱਕ ਮੈਂ ਕਰਦਾ ਰਿਹਾ। ਲੇਕਿਨ ਮੇਰਾ ਖਿਆਲ 2004-5-6 ਦੀ ਗੱਲ ਹੋਏਗੀ ਕਿ ਜਦੋਂ ਮੈਨੂੰ ਇੱਥੋਂ ਫਿਰ ਸੱਦੇ ਆਉਣੇ ਸ਼ੁਰੂ ਹੋ ਗਏ ਪੰਜਾਬ ਯੂਨੀਵਰਸਿਟੀ ਤੋਂ। ਆਪਣੇ ਪ੍ਰੋਫੈਸਰ ID ਗੌਰ ਸਨ ਤੇ ਉਹਨਾਂ ਦੇ ਨਾਲ ਸੁਰਿੰਦਰ ਸਿੰਘ ਜੀ ਸਨ। ਸੁਰਿੰਦਰ ਸਿੰਘ ਉਸ ਵੇਲੇ ਹੈੱਡ ਸਨ। ਇਹਨਾਂ ਨੇ ਇੱਕ ਸੈਮੀਨਾਰ ਕਰਨਾ ਸੀ ਹਿਸਟੋਰੀਓਗ੍ਰਾਫੀ ਆਫ ਪੰਜਾਬ, ਤੇ ਮੈਂ ਉਹਨਾਂ ਦਿਨਾਂ ਵਿੱਚ ਦਿਆ ਸਿੰਘ ਆਰਿਫ ਦੀ ਜ਼ਿੰਦਗੀ ਬਿਲਾਸ ਦੀ ਦੂਸਰੀਆਂ ਰਚਨਾਵਾਂ ਪੜ੍ਹ ਰਿਹਾ ਸਾਂ ਗੁਜਰਾਤ ਦੇ ਵਿੱਚ, ਬੜੌਦਾ ਦੇ ਵਿੱਚ ਬੈਠਾ ਹੋਇਆ। ਤੇ ਉਹ ਫਿਰ ਮੈਨੂੰ ਲੱਗਿਆ ਕਿ ਮੈਂ ਹਿਸਟੋਰੀਓਗ੍ਰਾਫੀ ਪੰਜਾਬ ਦੀ ਤੇ ਕੀ ਗੱਲ ਕਰਾਂਗਾ, ਮੇਰਾ ਕੰਮ ਗੁਜਰਾਤ ਦੇ ਉੱਤੇ ਹੈ। ਲੇਕਿਨ ਮੈਨੂੰ ਲੱਗਿਆ ਕਿ ਪੰਜਾਬ ਦੀ ਸਾਹਿਤ ਦੀ ਜਿਹੜੀ ਇਤਿਹਾਸਕਾਰੀ ਹੈ,
ਹਿਸਟੋਰੀਓਗ੍ਰਾਫੀ ਆਫ ਪੰਜਾਬੀ ਲਿਟਰੇਚਰ ਉਹਦੇ ਤੇ ਗੱਲ ਕਰਦਾ ਕਿ ਮੈਂ ਵੇਖਾਂ ਕਿ ਸਾਧੂ ਦਿਆਲ ਸਿੰਘ ਆਰਿਫ 20ਵੀਂ ਸਦੀ ਦਾ ਇੱਕ ਲੋਕ ਕਵੀ ਹੋਇਆ। ਉਹ ਹੈ ਦਲਿਤ ਸੀਗਾ, ਮਜਬੀ ਸਿੰਘ ਸੀਗਾ, ਲੇਕਿਨ ਇਤਿਹਾਸ ਲਿਖੇ ਗਏ, ਜਿਹੜੇ ਪੰਜਾਬੀ ਸਾਹਿਤ ਦੇ ਇਤਿਹਾਸ ਲਿਖੇ ਗਏ ਨੇ ਉਹਨਾਂ ਵਿੱਚ ਕੀ ਉਹਦੇ ਦਰਸ਼ਨ ਮਿਲਦੇ ਨੇ। ਤੇ ਬੜੀ ਹੈਰਾਨਗੀ ਹੋਈ ਕਿ ਦੀਵਾਨਾ ਜੀ ਤੋਂ ਲੈ ਕੇ ਨਾ ਓਬਰਾਏ ਤੋਂ, ਉਹਨਾਂ ਦਾ ਨਾਮ ਦੀਵਾਨਾ ਵੀ ਲਿਖਦੇ ਸਨ, ਉਹਨਾਂ ਤੋਂ ਲੈ ਕੇ ਜਿਹੜੀ 1932 ਵਿੱਚ ਉਹਨਾਂ ਦੀ ਮੌਲਿਕ ਕਿਤਾਬ ਅੰਗਰੇਜ਼ੀ ਵਿੱਚ ਛਪੀ ਸੀ, ਇੰਟਰੋਡਕਸ਼ਨ ਟੂ ਦੀ ਹਿਸਟਰੀ ਆਫ ਪੰਜਾਬੀ ਲਿਟਰੇਚਰ, ਤੇ ਉਹਦੇ ਤੋਂ ਲੈ ਕੇ ਬਾਅਦ ਵਿੱਚ ਮੈਂ ਕੋਈ 60 ਪੰਜਾਬੀ ਵਿੱਚ ਵੀ ਜਿੰਨੀਆਂ ਕਿਤਾਬਾਂ ਲਿਖੀਆਂ ਗਈਆਂ ਸਨ, ਤੇ ਉਹਨੇ ਮੈਨੂੰ ਇਸ ਪਾਸੇ ਲਾ ਦਿੱਤਾ। ਮੈਂ ਕਿਹਾ ਕਮਾਲ ਦੀ ਗੱਲ ਹੈ ਕਿ ਐਡਾ ਲੋਕ ਕਵੀ ਹੋਏ ਤੇ ਉਹਦਾ ਸਿਰਫ ਇੱਕ ਰਚਨਾ, ਜਿਹੜੀਆਂ ਵੈਸੇ ਤਾਂ 4 ਵੱਡੇ ਰਚਨਾਵਾਂ ਸਨ, ਲੇਕਿਨ ਜ਼ਿੰਦਗੀ ਬਿਲਾਸ ਜਿਹਨੂੰ ਉਹਨੇ 21 ਸਾਲਾਂ ਦੀ ਉਮਰ ਵਿੱਚ ਲਿਖ ਦਿੱਤਾ ਸੀਗਾ, ਕਿਉਂਕਿ ਉਹ ਬਹੁਤ ਹੀ ਬ੍ਰਹਮ ਗਿਆਨੀ ਹੋ ਗਿਆ ਸੀ, ਇਸ ਕਰਕੇ ਉਹਦੇ ਕੋਲ ਜ਼ਿੰਦਗੀ ਦਾ ਫਲਸਫਾ ਬਹੁਤ ਸੀਗਾ। 21 ਸਾਲ ਦੀ ਉਮਰ ਵਿੱਚ ਪੂਰੇ ਜ਼ਿੰਦਗੀ ਨੂੰ 100 ਸਾਲ ਦੀ ਮੰਨ ਕੇ, ਜਿਹੜੀ ਪੁਰਾਣੀਆਂ ਰਵਾਇਤਾਂ ਸਨ ਉਹਨੂੰ ਇੱਕ ਸਾਲ ਤੇ ਇੱਕ ਵੱਡੀ ਉਹਦੀ ਬੰਦਿਸ਼ ਕਰਨੀ ਵੱਡੀ ਗੱਲ ਸੀਗੀ। ਤੇ ਮੇਰੇ ਖਿਆਲ 1970ਵਿਆਂ ਦੇ ਵਿੱਚ ਇਹ ਆਪਣੇ ਆਤਮ ਸਿੰਘ ਹਮਰਾਈ ਸੀ ਜਿਨ੍ਹਾਂ ਨੇ ਕਿਤਾਬ ਉਹਨਾਂ ਤੇ ਲਿਖੀ ਇੱਕ, ਤੇ ਉਹ ਕਹਿੰਦੇ ਨੇ ਕਿ ਉਹਨਾਂ ਦੇ ਪਬਲਿਸ਼ਰਾਂ ਨਾਲ ਗੱਲ ਕੀਤੀ ਆਪਣੇ ਅੰਮ੍ਰਿਤਸਰ ਦੇ ਨਾਲ ਕਿ ਇੱਕ ਜ਼ਿੰਦਗੀ ਬਿਲਾਸ ਦੇ ਹੀ 7 ਤੋਂ 8 ਲੱਖ ਉਹ ਰੀਪ੍ਰਿੰਟ ਹੋ ਕੇ ਹੁੰਦੀਆਂ ਰਹੀਆਂ ਸੀ। ਏਡਾ ਵੱਡਾ ਸ਼ਾਇਰ ਸਾਡਾ, ਔਰ ਉਹਦੇ ਇਤਿਹਾਸ ਵਿੱਚੋਂ ਮਨਫੀ ਹੋਣਾ ਮੇਰੇ ਵਾਸਤੇ ਖਿੱਚ ਦਾ ਕਾਰਨ ਬਣਿਆ, ਤੇ ਮੈਂ ਪੰਜਾਬੀ ਸਾਹਿਤ ਦਾ ਇਤਿਹਾਸ ਹੀ ਸ਼ੁਰੂ ਕਰ ਦਿੱਤਾ। ਤੇ ਪੰਜਾਬੀ ਸਾਹਿਤ ਦਾ ਇਤਿਹਾਸ ਜਦੋਂ ਸ਼ੁਰੂ ਕੀਤਾ ਤੇ ਭਾਈ ਜੈਤੇ ਦੀ ਸ਼੍ਰੀ ਗੁਰੂ ਕਥਾ ਤੱਕ ਪਹੁੰਚ ਗਈ। ਸ਼੍ਰੀ ਗੁਰੂ ਕਥਾ ਨੂੰ ਪੜ੍ਹਨਾ ਸੀ ਤਾਂ ਫਿਰ ਪੂਰੇ ਸਿੱਖ ਇਤਿਹਾਸ ਨੂੰ ਫੋਲਣਾ ਪਿਆ, ਤੇ ਉਹ ਜਿਹੜੀਆਂ ਮੇਰੀਆਂ ਹੱਦਬੰਦਾਂ ਜਿਹੜੀਆਂ ਨਿਰਧਾਰਿਤ ਕੀਤੀਆਂ ਹੁੰਦੀਆਂ ਨੇ, ਇਹ ਕੰਪਾਰਟਮੈਂਟਲਾਈਜੇਸ਼ਨ ਹੋ ਜਾਂਦੀ ਹੈ ਸਾਰਿਆਂ ਸਬਜੈਕਟਾਂ ਦੇ ਵਿੱਚ ਹੋਈ ਪਿਛਲੇ 200 ਸਾਲ ਵਿੱਚ, ਜਦੋਂ ਦੇ ਨਵੇਂ ਸਬਜੈਕਟ ਬਣਨੇ ਸ਼ੁਰੂ ਹੋਏ। ਤੇ ਇਤਿਹਾਸ ਵਿੱਚ ਵੀ ਇਕਨੋਮਿਕ ਮਾਡਰਨ ਹਿਸਟੋਰੀਅਨ ਹੈ, ਇਹ ਮੀਡੀਵਲ ਹੈ, ਔਰ ਏਨਸ਼ੀਅੰਟ ਹੈ, ਉਹਦੇ ਵਿੱਚ ਵੀ ਇਹ ਇਕਨੋਮਿਕ ਹਿਸਟੋਰੀਅਨ ਹੈ, ਇਹ ਸੋਸ਼ਲ ਹਿਸਟੋਰੀਅਨ ਹੈ, ਇਹ ਪੋਲੀਟੀਕਲ ਹਿਸਟੋਰੀਅਨ। ਇਹ ਹੱਦਬੰਦੀਆਂ ਜਿਹੜੀਆਂ ਸੀ ਉਹ ਟੁੱਟਦੀਆਂ ਗਈਆਂ ਜਦੋਂ ਮੈਂ ਇਸ ਤਰੀਕੇ ਦਾ ਸਫ਼ਰ ਕੀਤਾ, ਤੇ ਮੇਰੇ ਵਾਸਤੇ ਉਹ ਮਿਡੀਵਲ ਮਾਡਰਨ ਦਾ ਝਗੜਾ ਹੀ ਮੁੱਕ ਗਿਆ। ਮੈਂ ਕਿਹਾ ਇਹ ਇੱਕ ਫਲੋ ਹੈਗਾ ਵਾ ਜਿਹੜਾ ਚੱਲਦਾ ਆਉਂਦਾ, ਤੇ ਇਹਦੀਆਂ ਜੜ੍ਹਾਂ ਜਿਹੜੀਆਂ ਨੇ ਉਹ ਕਾਫੀ ਪੁਰਾਣੀਆਂ ਨੇ। ਖੈਰ, ਇਹ ਮੈਂ ਗੱਲ ਆਪਣੀ ਦੋਸਤੀ ਦੀ ਕੀਤੀ ਸੀ ਕਿ ਮੈਂ ਕਿਸੇ ਵੀ ਵਿਚਾਰ ਦਾ ਮੈਂ ਕਦੀ ਡੌਗਮੈਟਿਕ ਨਹੀਂ ਹੋਇਆ। ਜੇ ਮੈਂ ਮਾਰਕਸਿਜ਼ਮ ਦੇ ਨਾਲ ਵੀ ਇੱਥੇ ਯੂਨੀਵਰਸਿਟੀਆਂ ਵਿੱਚ, ਪੰਜਾਬ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਵਿੱਚ ਰਹਿੰਦਿਆਂ ਹੋਇਆ ਪੜ੍ਹਿਆ ਵੀ, ਉਹਨਾਂ ਦੇ ਚਿੰਤਨ ਵੀ ਕੀਤਾ, ਵਿਚਾਰ ਵੀ ਕਰਦੇ ਰਹੇ, ਲੇਕਿਨ ਉਹਦਾ ਵੀ ਸ਼ਿਕਾਰ ਨਹੀਂ ਹੋਇਆ। ਧਰਮ ਤੋਂ ਮੈਂ ਪਹਿਲਾਂ ਹੀ ਥੋੜ੍ਹੀ ਸੀ ਨਿਜਾਤ ਪਾ ਲਈ ਸੀ, ਤੁਹਾਨੂੰ ਦੱਸਿਆ। ਤੇ ਉੱਥੇ ਹੋਰ ਵੀ ਜਾ ਕੇ ਜਿੰਨੇ ਵੀ ਵਿਚਾਰ ਮੈਂ ਵੇਖੇ ਨੇ, ਮੈਂ ਕਿਹਾ ਕਿਸੇ ਦਾ ਵੀ ਲੜ ਫੜ ਕੇ ਭਗਤੀ ਨਹੀਂ ਕਰਨੀ, ਕਿਉਂਕਿ ਇਹ ਵਿਚਾਰਾਂ ਦਾ ਫਲੋ ਇਹੋ ਜਿਹਾ ਮਨੁੱਖੀ ਦਿਮਾਗ ਹੈ, ਇਹਨੇ ਨਵੀਂ ਸਿਰਜਣਾ ਕਰਨੀ ਹੁੰਦੀ ਹੈ। ਸੋ ਆਈ ਹੈਵ ਗਰੋਨ ਐਜ਼ ਅ ਵੈਰੀ ਨਾਨ ਡੌਗਮੈਟਿਕ। ਕਿਸੇ ਕਿਸਮ ਦਾ ਮੇਰੇ ਵਿੱਚ ਬੰਦਿਸ਼ ਨਹੀਂ ਹੈਗੀ, ਮੈਂ ਆਪਣੇ ਆਪ ਨੂੰ ਆਜ਼ਾਦ ਸਮਝਦਾ। ਤੇ ਇਹ ਆਜ਼ਾਦੀ ਦੇ ਜਿਹੜਾ ਇਹ ਸੰਕਲਪ ਹੈ, ਉਹ ਮੈਂ ਹੁਣ ਗੱਲ ਕਰਦੇ ਆ ਕਿ ਮਾਰਜਨਲਾਈਜੇਸ਼ਨ ਦੀ ਜਦੋਂ ਗੱਲ ਕਰਨੀ ਆ ਆਪਣੇ ਪੰਜਾਬ ਦੇ ਹਾਸ਼ੀਆਤ ਲੋਕਾਂ ਦੀ, ਤੇ ਇਹ ਸਾਰਿਆਂ ਨੂੰ ਮੈਂ ਕੋਈ ਇਹ ਨਹੀਂ ਹੈ ਕਿ ਅਕੈਡਮਿਕ ਮੇਰੇ ਉਹਨਾਂ ਟਰਮਾਂ ਦੇ ਵਿੱਚ ਗੱਲ ਨਹੀਂ ਕਰ ਰਹੇ, ਬੜੇ ਸਧਾਰਨ ਰੂਪ ਨਾਲ ਜਨਰਲ ਰੀਡਰਾਂ ਵਾਸਤੇ ਜਾਂ ਸਰੋਤਿਆਂ ਵਾਸਤੇ ਆਪਾਂ ਗੱਲ ਕਰ ਰਹੇ ਹਾਂ ਕਿ ਹਾਸ਼ੀਆਗਤ ਹੋਣ ਦਾ ਮਤਲਬ ਹੈ ਕਿ ਕੋਈ ਨਾ ਕੋਈ ਦੂਸਰਾ ਜਿਹੜਾ ਉਹ ਸੈਂਟਰ ਵਿੱਚ ਹੋਏਗਾ। ਤੇ ਇਹ ਸਾਰਾ ਸਵਾਲ ਜਿਹੜਾ ਸਾਡੇ ਸਮਾਜ ਦਾ ਉਹ ਪੁਰਾਣੇ ਵੱਲ ਨੂੰ ਆਪਣੇ ਨੂੰ ਖਿੱਚ ਕੇ ਲੈ ਜਾਂਦਾ ਕਿ ਜੇ ਹੈਗਾ ਤੇ ਮਾਰਜਨਲਾਈਜੇਸ਼ਨ ਪੈਦਾ ਕਿਵੇਂ ਹੁੰਦੀ ਹੈ। ਜਾਂ ਤਾਂ ਕਲਾਸ ਵੰਡ ਸ਼ੁਰੂ ਹੋਈ ਹੋਏਗੀ, ਤੇ ਕਲਾਸ ਵੰਡ ਸ਼ੁਰੂ ਹੁੰਦੀ ਹੈ ਤਾਂ ਕਦੋਂ ਹੁੰਦੀ ਹੈ, ਜਾਂ ਫਿਰ ਜਦੋਂ ਸਟੇਟ ਫਾਰਮੇਸ਼ਨ ਹੁੰਦੀ ਹੈ ਉਹ ਕਿੱਡੀ ਪੁਰਾਣੀ ਹੈ, ਜਾਂ ਫਿਰ ਜਦੋਂ ਆਪਾਂ ਕਹਿੰਦੇ ਅਸਾਵਾਂ ਪਾਣੀ ਹੈ ਨਾ, ਜਿਹੜਾ ਮਾਰਜਨਲਾਈਜੇਸ਼ਨ ਹੈ, ਜਾਂ ਜਿਹਨੂੰ ਆਪਾਂ ਇਹ ਹਾਸ਼ੀਆਗਤ
ਕਹਿੰਦੇ ਆ ਲੋਕਾਂ ਨੂੰ ਧੱਕ ਦਿੱਤਾ ਜਾਂਦਾ ਹੈ ਤੇ ਉਹ ਅਸਾਵਾਂਪਣ ਕਿਵੇਂ ਆਉਂਦਾ ਹੈ, ਨਾ ਬਰਾਬਰੀ ਕਿਵੇਂ ਆਉਂਦਾ ਹੈ, ਉਹਨਾਂ ਦੇ ਜਿਹੜੀਆਂ ਭਾਵਨਾਵਾਂ ਨੇ, ਮਨੁੱਖੀ ਭਾਵਨਾਵਾਂ, ਉਹ ਪਿਆਰ ਮੁਹੱਬਤ ਦੀਆਂ ਨੇ, ਉਹ ਨਫ਼ਰਤ ਦੀਆਂ ਕਿਵੇਂ ਜੁੜ ਜਾਂਦੀਆਂ ਨੇ ਕਿਸੇ ਖਾਸ ਤਬਕੇ ਲਈ ਜਾਂ ਕਿਸੇ ਖਾਸ ਵਰਗ ਲਈ। ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ ਤੇ ਇਸ ਕਰਕੇ ਸਾਨੂੰ ਬਹੁਤ ਪੁਰਾਤਨ ਦੀਆਂ ਥੋੜੀਆਂ ਜਿਹੀਆਂ ਜੜ੍ਹਾਂ ਵੇਖਣੀਆਂ ਪੈਣਗੀਆਂ ਪੰਜਾਬ ਦੀਆਂ। ਮੈਂ ਉਹਦੀ ਥੋੜੀ ਜਿਹੀ ਗੱਲ ਕਰਾਂਗਾ। ਨਾਲ ਇਹਦੇ ਹੁੰਦਾ ਕਿ ਇਹਦਾ ਸਵਾਲ ਜਿਹੜਾ ਹੈ ਹਾਸ਼ੀਆਗਤ ਦਾ, ਉਹ ਸੱਤਾ ਦੇ ਨਾਲ ਜੁੜਿਆ ਹੋਇਆ ਕਿ ਪਾਵਰ ਜਿਨ੍ਹਾਂ ਦੇ ਹੱਥ ਹੋਵੇਗੀ ਉਹ ਸੈਂਟਰ ਵਿੱਚ ਹੋਣਗੇ, ਉਹ ਭਾਵੇਂ ਹਮੇਸ਼ਾ ਹੀ ਮਾਈਨੋਰਿਟੀ ਵਿੱਚ ਹੋਣ। ਉਹ ਕੁਝ ਕੁ ਲੋਕ ਹੀ ਹੁੰਦੇ ਨੇ ਜਿਨ੍ਹਾਂ ਦੇ ਕੋਲ ਸੱਤਾ ਹੁੰਦੀ ਹੈ, ਜਿਨ੍ਹਾਂ ਨੂੰ ਐਲੀਟ ਕਿਹਾ ਜਾਂਦਾ ਹੈ, ਜਿਨ੍ਹਾਂ ਨੂੰ ਕਹਿੰਦੇ ਨੇ ਕਿ ਉੱਚੇ ਮੰਨਿਆ ਜਾਂਦਾ ਹੈ। ਤੇ ਇਸ ਕਰਕੇ ਸੱਤਾ ਦਾ ਜਿਹੜਾ ਸਵਾਲ ਹੈ ਉਹ ਸਾਡੀ ਜ਼ਿੰਦਗੀ ਦੇ ਵਿੱਚ ਹਰ ਪੱਖ ਦੇ ਵਿੱਚ ਸਾਨੂੰ ਦਿਖਾਈ ਦਿੰਦਾ। ਉਹ ਸਟੇਟ ਦੇ ਵਿੱਚ ਕਿਵੇਂ ਵਰਤਿਆ ਜਾਂਦਾ ਹੈ, ਉਹ ਸਮਾਜ ਦੇ ਵਿੱਚ ਕਿਵੇਂ ਵਰਤਣ ਵਿੱਚ ਆਉਂਦਾ ਹੈ। ਸਾਨੂੰ ਇਸ ਗੱਲ ਦਾ ਮਾਰਜਨਲਾਈਜੇਸ਼ਨ ਜਿਹੜੀ ਹੈ ਜਾਂ ਹਾਸ਼ੀਆਗਤ ਜਿਹੜਾ ਵਰਤਾਰਾ ਹੈ ਉਹਨੂੰ ਸਮਝਣ ਵਾਸਤੇ ਇਹ ਧਿਆਨ ਵਿੱਚ ਰੱਖਣਾ ਪੈਂਦਾ। ਦੂਸਰੀ ਗੱਲ ਮੈਂ ਨਾਲ ਕਰ ਦੇਵਾਂ ਕਿ ਕੋਈ ਵੀ ਵਰਤਾਰਾ ਫਿਕਸ ਨਹੀਂ ਹੁੰਦਾ, ਪਰਮਾਨੈਂਟ ਨਹੀਂ ਹੁੰਦਾ, ਐਬਸੋਲੂਟ ਨਹੀਂ ਹੁੰਦਾ। ਇਹ ਸਾਰੀਆਂ ਗੱਲਾਂ ਇਵੋਲਵ ਹੁੰਦੀਆਂ ਨੇ, ਇਹ ਬਣਦੀਆਂ ਨੇ ਹੌਲੀ ਹੌਲੀ। ਕਿਸੇ ਵੇਲੇ ਕੁਝ ਹਾਸ਼ੀਆ ਜਿਹੜੇ ਸੈਂਟਰ ਵਿੱਚ ਰਹਿ ਚੁੱਕੇ ਹੁੰਦੇ ਨੇ ਉਹ ਹਾਸ਼ੀਏ ਤੇ ਵੀ ਚਲੇ ਜਾਂਦੇ ਨੇ, ਜਿਹੜੇ ਹਾਸ਼ੀਏ ਤੇ ਹੁੰਦੇ ਨੇ ਉਹ ਕਿਸੇ ਵੇਲੇ ਸੈਂਟਰ ਵਿੱਚ ਵੀ ਆ ਜਾਂਦੇ। ਇਸ ਕਰਕੇ ਇਹਦਾ ਅੱਜ ਜਿਹੜਾ ਸਾਨੂੰ ਦਿਖਾਈ ਦੇ ਰਿਹਾ ਜ਼ਰੂਰੀ ਨਹੀਂ ਹੈ ਕਿ 1000 ਸਾਲ ਪਹਿਲਾਂ ਇਹੋ ਹੀ ਪਰਿਸਥਿਤੀ ਹੋਵੇ ਜਾਂ ਈਵਨ 2000 ਸਾਲ ਪਹਿਲਾਂ ਵੀ। ਤੇ ਆਪਾਂ ਨੂੰ ਇਹ ਵੀ ਧਿਆਨ, ਇਹ ਕੁਝ ਗੱਲਾਂ ਜਿਹੜੀਆਂ ਨੇ ਹਿਸਟਰੀ ਦੇ ਮੈਥਡ ਵਿੱਚੋਂ ਜਾਂ ਇਹਨਾਂ ਨੂੰ ਇਨਸਾਈਟਸ ਕਹਿ ਲਓ ਕਿ ਬਹੁਤ ਕੁਝ ਪੜ੍ਹਦੇ ਹਾਂ, ਸੋਚਦੇ ਹਾਂ, ਵਿਚਰਦੇ ਹਾਂ, ਇਹ ਗੱਲਾਂ ਸਾਹਮਣੇ ਆਉਂਦੀਆਂ ਨੇ ਜਿਹਦੇ ਵਿੱਚ ਮੈਂ ਥੋੜੀਆਂ ਗੱਲਾਂ ਕਰ ਰਿਹਾ। ਹੁਣ ਜਿਹੜੀ ਮੈਂ ਗੱਲ ਕਰਦਾ ਕਿ ਇਹ ਹਮੇਸ਼ਾ ਇਵੋਲਵ ਹੁੰਦਾ ਰਹਿੰਦਾ, ਬਦਲਦਾ ਰਹਿੰਦਾ। ਇਹਦੇ ਵਿੱਚ ਜੇ ਪਹਿਲਾਂ ਮੂਲ ਨਿਵਾਸੀਆਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੀ ਵੀ ਗੱਲ ਕਰਾਂਗੇ, ਹੈ ਕੌਣ ਸਨ, ਇੱਥੋਂ ਦੇ ਵਸਨੀਕ ਕੌਣ ਸਨ, ਜਾਂ ਫਿਰ ਔਰਤਾਂ ਨੂੰ ਹਾਸ਼ੀਆਗਤ ਕੀਤਾ ਗਿਆ ਤੇ ਮਰਦ ਪ੍ਰਧਾਨ ਇਹ ਕਿਵੇਂ ਸਾਡਾ ਸਮਾਜ ਬਣ ਗਿਆ, ਜਾਂ ਸ਼ੁਰੂ ਤੋਂ ਹੀ ਜਦੋਂ ਦੇ ਹਯਾਤੀ ਚਲੀ ਆਉਂਦੀ ਹੈ, ਜਦੋਂ ਦੀ ਮਨੁੱਖ ਇਸ ਧਰਤੀ ਤੇ ਲੱਖਾਂ ਸਾਲ ਹੋ ਗਏ ਨੇ, ਲੇਕਿਨ ਇਹ ਵਰਤਾਰੇ ਜਿਹੜੇ ਨੇ ਉਹ 3-4 ਹਜ਼ਾਰ ਸਾਲ ਪੁਰਾਣੇ ਨੇ। ਜਾਂ ਇਹ ਕਹਿ ਲਓ ਕਿ ਐਗਰੀਕਲਚਰ ਜਿਹੜਾ ਸਾਡੇ ਖੇਤੀਬਾੜੀ ਦੇ ਲੱਭਣ ਨਾਲ ਜਾਂ ਉਹਦੀ ਐਕਸਪੈਂਸ਼ਨ ਦੇ ਨਾਲ ਵੀ ਖੜੇ ਹੁੰਦੇ ਨੇ, ਉਹਦੇ ਨਾਲ ਦੂਸਰੇ ਕੰਮ ਧੰਦੇ ਸ਼ੁਰੂ ਹੁੰਦੇ ਨੇ, ਕਿਰਤੀ ਪੈਦਾ ਹੁੰਦੇ ਨੇ, ਬਹੁਤ ਸਾਰੀਆਂ ਦੂਸਰੀਆਂ ਸ਼੍ਰੇਣੀਆਂ ਪੈਦਾ ਹੋ ਜਾਂਦੀਆਂ। ਉਹ ਕਿੱਡਾ ਕੁ ਪੁਰਾਣਾ ਹੈ। ਪਹਿਲਾਂ ਤਾਂ ਇਨਸਾਨਾਂ ਵਿੱਚ ਇਹੋ ਜਿਹੀ ਕੋਈ ਕਾਣੀ ਵੰਡ ਹੈ ਨਹੀਂ ਸੀ, ਸਾਰੇ ਇੱਕੋ ਜਿਹੇ ਸਨ। ਤੇ ਖੈਰ ਇਹ ਗੱਲਾਂ ਨੇ। ਬਾਕੀ ਇਹਦੇ ਵਿੱਚ ਹਾਸ਼ੀਆਗਤ ਵਿੱਚ ਆਪਣੇ ਉਸ ਕੰਟੈਕਸਟ ਵਿੱਚ ਜੇ ਆਪਾਂ ਔਰਤਾਂ ਦੀ ਗੱਲ ਕਰਦੇ ਹਾਂ, ਮੂਲ ਨਿਵਾਸੀਆਂ ਦੀ ਗੱਲ ਕਰਦੇ ਹਾਂ, ਫਿਰ ਜਿਹੜੀ ਕਾਣੀ ਵੰਡ ਸਾਡੀ ਵਰਣ ਵੰਡ ਪੈਦਾ ਹੋਈ ਉਹਦੀ ਵੀ ਗੱਲ ਕਰਾਂਗੇ। ਫਿਰ ਜਿਹੜੀ ਭਿੱਟ ਲੱਗਣੀ ਸ਼ੁਰੂ ਹੋ ਗਈ, ਜਿਨ੍ਹਾਂ ਤੋਂ ਭਿੱਟ ਲੱਗਦੀ ਸੀ ਉਹ ਵੀ ਹਾਸ਼ੀਆਗਤ ਦਾ ਵੱਡਾ ਇੱਕ ਕੈਟੇਗਰੀ ਹੈ। ਇਸ ਸਾਰੇ ਵਰਤਾਰੇ ਨੂੰ ਜਦੋਂ ਆਪਣੇ ਪੰਜਾਬ ਦੇ ਹਾਸ਼ੀਆਗਤ ਲੋਕਾਂ ਦੀ ਗੱਲ ਕਰਦੀ ਹੈ ਜਾਂ ਕਿਸੇ ਪੱਖ ਦੀ ਵੀ ਗੱਲ ਕਰਨੀ ਹੈ ਤੇ ਸਾਨੂੰ ਇਹ ਜ਼ਰੂਰ ਧਿਆਨ ਦੇਣਾ ਚਾਹੀਦਾ ਕਿ ਪੰਜਾਬ ਆਪਾਂ ਕਹਿੰਦੇ ਕਿਹਨੂੰ ਹੈ। ਇੱਕ ਤਾਂ ਜਿਹੜੀ ਭੂਗੋਲਿਕ ਸਥਿਤੀ ਹੈ, ਜੀਓਗ੍ਰਾਫੀਕਲ ਕੰਡੀਸ਼ਨ ਹੈ, ਉਹ ਬੜੀ ਮਹੱਤਵਪੂਰਨ ਹੁੰਦੀ ਹੈ। ਕਿਸੇ ਵੀ ਜਿਹੜੇ ਲੋਕ ਉੱਥੇ ਦੇ ਰਹਿ ਰਹੇ ਨੇ ਉਹਨਾਂ ਦੇ ਸੁਭਾਅ ਬਣਾਉਣ ਵਿੱਚ, ਉਹਨਾਂ ਦੇ ਵਿਹਾਰ ਵਿੱਚ ਜਾਂ ਉਹਨਾਂ ਦੇ ਜਿਹੜੀਆਂ ਕਦਰਾਂ ਕੀਮਤਾਂ ਨੇ ਉਹਨੂੰ ਪਾਉਣ ਵਿੱਚ। ਤੇ ਆਪਾਂ ਓਵਰਆਲ ਵੇਖ ਲਈਏ ਬੜੇ ਮੋਟੇ ਪੈਮਾਨੇ ਵਿੱਚ ਤੇ ਵੇਖਾਂਗੇ ਕਿ ਜਿਹੜੀ ਪੰਜਾਬ ਦੀ ਭੂਗੋਲਿਕ ਸਥਿਤੀ ਆ ਉਹ ਬੜੀ ਸਟ੍ਰੈਟੇਜਿਕ ਹੈ। ਉਹ ਇਹੋ ਜਿਹੀ ਹੈ ਕਿ ਪੂਰਾ ਜਿਹੜਾ ਮਹਾਦੀਪ ਹੈ, ਜਿਹੜੇ ਇੰਡੀਅਨ ਸਬ ਕੰਟੀਨੈਂਟ ਉਪ ਮਹਾਦੀਪ ਹੈ, ਉਹਦੇ ਵਿੱਚ ਇਹ ਪੰਜਾਬ ਉੱਥੇ ਲੋਕੇਟਡ ਹੈ ਜਿੱਥੋਂ ਬਹੁਤ ਸਾਰੇ ਲੋਕ ਬਾਹਰੋਂ ਆਉਂਦੇ ਰਹੇ ਨੇ, ਜਾਂਦੇ ਤੇ ਘੱਟ ਰਹੇ ਨੇ ਲੇਕਿਨ ਆਉਂਦੇ ਰਹੇ ਨੇ, ਕਿਉਂਕਿ ਜਿਹੜੇ ਦਰਰੇ ਸਨ ਹਿਮਾਲਿਆ ਦੀਆਂ ਜਿਹੜੀਆਂ ਪਹਾੜੀਆਂ ਨੇ
ਹਿੰਦੂ ਕੁਸ਼ ਦੀਆਂ ਉਹਨਾਂ ਦੇ ਵਿੱਚ ਅਫਗਾਨਿਸਤਾਨ ਦੇ ਰਾਹੀਂ ਆਉਂਦੇ ਰਹੇ ਨੇ। ਤੇ ਇਹਦੀ ਲੋਕੇਸ਼ਨ, ਪੰਜਾਬ ਦੀ ਸਾਡੀ ਜਿਹੜੀ ਲੋਕੇਸ਼ਨ ਹੈ ਉਹ ਬਿਲਕੁਲ ਅੱਗੇ ਆ ਕੇ ਸਾਹਮਣੇ ਸ਼ੁਰੂ ਹੋ ਜਾਂਦੀ ਹੈ। ਤੇ ਇੱਥੇ ਆਉਣਾ ਹੀ ਆਉਣਾ, ਇੱਥੇ ਧਾੜਵੀ ਵੀ ਆਉਂਦੇ ਰਹੇ ਨੇ, ਚਿੰਤਕ ਵੀ ਆਉਂਦੇ ਰਹੇ ਨੇ, ਵਪਾਰੀ ਵੀ ਆਉਂਦੇ ਰਹੇ ਨੇ, ਉਹਨਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ। ਇਹ ਸਟ੍ਰੈਟੇਜਿਕ ਕੰਡੀਸ਼ਨ ਹੈ, ਜਿਹੜੀ ਇਹਦੀ ਲੋਕੇਸ਼ਨ ਹੈ ਉਹ ਬਹੁਤ ਵੱਡੇ ਪੈਮਾਨੇ ਤੇ ਇਹਨੂੰ ਜਿਹੜੇ ਉਪ ਮਹਾਦੀਪ ਦੇ ਦੂਸਰੇ ਲੋਕ ਨੇ, ਦੂਸਰੇ ਖਿੱਤੇ ਨੇ, ਉਹਨਾਂ ਤੋਂ ਇੱਕ ਵੱਖਰੀ ਪਛਾਣ ਵੀ ਦਿੰਦਾ ਹੈ। ਉਹਦੀ ਵੀ ਗੱਲ ਕਰਾਂਗੇ ਫਿਰ, ਕਿਉਂਕਿ ਇਹਦੀ ਲੋਕੇਸ਼ਨ ਇਹੋ ਜਿਹੀ ਹੈ ਤੇ ਇਹਦਾ ਹਿਸਟੋਰੀਕਲ ਐਕਸਪੀਰੀਅੰਸ, ਜਿਹੜਾ ਇਤਿਹਾਸ ਦਾ ਚੱਕਾ ਚੱਲਿਆ, ਜਿਹੜਾ ਪੂਰੇ ਉੱਤਰ ਭਾਰਤ ਵਿੱਚ ਨੂੰ ਵੀ ਉਹਨੇ ਪ੍ਰਭਾਵਿਤ ਕੀਤਾ ਤੇ ਦੱਖਣੀ ਭਾਰਤ ਨੂੰ, ਪੂਰੇ ਭਾਰਤ ਨੂੰ ਪ੍ਰਭਾਵਿਤ ਕੀਤਾ। ਲੇਕਿਨ ਇਹਦਾ ਧੁਰਾ ਇੱਕ ਤਰੀਕੇ ਨਾਲ ਮੰਨਿਆ ਜਾਵੇ ਜਿਹੜਾ ਪਿਛਲੇ ਜ਼ਮਾਨਿਆਂ ਵਿੱਚ, ਐਂਸ਼ੀਅੰਟ ਟਾਈਮਸ ਵਿੱਚ, ਤੇ ਉਹ ਪੰਜਾਬ ਦੀ ਧਰਤੀ ਰਹੀ ਹੈ। ਤੇ ਇਹਦੇ ਜਿਹੜਾ ਇਤਿਹਾਸਿਕ ਇਹਦਾ ਤਜਰਬਾ ਹੈ, ਜਿੰਨਾ ਪੜਾਵਾਂ ਦੇ ਵਿੱਚ ਉਹਦੀ ਨਿਕਲਦਾ ਹੈ, ਉਹਨੂੰ ਆਪਾਂ ਮੋਟੇ-ਮੋਟੇ ਤੌਰ ਤੇ ਵੇਖ ਲੈਣਾ ਚਾਹੀਦਾ ਕਿ ਜਿਹੜੀਆਂ ਵਿਸ਼ਵ ਦੀਆਂ, ਦੁਨੀਆ ਦੀਆਂ 3 ਵੱਡੀਆਂ ਸਭਿਅਤਾਵਾਂ ਹੋਈਆਂ, ਉਜਾਗਰ ਹੋਈਆਂ, ਉਹਨਾਂ ਵਿੱਚੋਂ ਜਿਹਨੂੰ ਪਹਿਲਾਂ ਇੰਡਸ ਵੈਲੀ ਸਿਵਲਾਈਜੇਸ਼ਨ ਕਹਿੰਦੇ, ਸਿੰਧੂ ਨਦੀ ਦੀ ਸਭਿਅਤਾ ਕਹਿੰਦੇ ਸਨ, ਬਾਅਦ ਵਿੱਚ ਹੜੱਪਾ ਦੇ ਨਾਂ ਤੇ ਜਾਣੀ ਜਾਂਦੀ ਹੈ, ਕਿਉਂਕਿ ਉਹ ਮੋਰ ਐਪਰੋਪ੍ਰੀਏਟ ਵੀ ਹੈ ਕਿ ਹੜੱਪਾ ਜਿਹੜਾ ਹੈ ਉਹ ਪੰਜਾਬ ਦਾ ਇੱਕ ਸ਼ਹਿਰ ਹੈ ਮੁਲਤਾਨ ਦੇ ਲਾਗੇ, ਉੱਥੋਂ ਦੀ ਹੜੱਪਾ ਤੇ ਮੋਹਨਜੋਦਾੜੋ ਜਿਹੜਾ ਅੱਗੇ ਜਾ ਕੇ ਸਿੰਧ ਦੇ ਲਾਗੇ ਵਿੱਚ ਪੈ ਜਾਂਦਾ ਹੈ। ਤੇ ਇਹ ਜਿਹੜੀ ਸਭਿਅਤਾ, ਕਮਾਲ ਦੀ ਗੱਲ ਹੈ ਕਿ ਪੰਜਾਬ ਦੇ ਹਿੱਸੇ ਵਿੱਚ ਆਈ ਜਾਂ ਇੱਥੇ ਪਣਪੀ ਬਹੁਤ ਹੀ ਵੱਡੀ ਸੀਗੀ। ਉਹ ਇਸ ਵੇਲੇ ਉਹਦੇ ਡਿਟੇਲ ਵਿੱਚ ਜਾਣ ਦੀ ਲੋੜ ਨਹੀਂ ਹੈ, ਲੇਕਿਨ ਉਹ ਸਭਿਅਤਾ ਇਹੋ ਜਿਹੀ ਸੀ ਕਿ ਉਹਦੇ ਵਿੱਚ ਭਾਵੇਂ ਕਿਰਤਾਂ, ਕਿਉਂਕਿ ਉਹ ਅਰਬਨ ਸਿਵਲਾਈਜੇਸ਼ਨ ਵੀ ਨਦੀ ਦੇ ਕੰਢਿਆਂ ਤੇ ਖੜੀ ਹੋ ਗਈ ਸੀ, ਇਸ ਕਰਕੇ ਉਹਦੇ ਵਿੱਚ ਕੋਈ ਕਿਹੜੇ ਲੋਕ ਸਨ ਇਹ ਸਾਨੂੰ ਪਤਾ ਲੱਗਦਾ ਹੈ ਕਿ ਉਹ ਮੂਲ ਨਿਵਾਸੀ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਸਾਰੇ ਡਾਰਕ ਕੰਪਲੈਕਸ਼ਨਡ, ਗੂੜੇ ਰੰਗਾਂ ਦੇ ਸਨ, ਜਿਹੜੇ ਕਿਸੇ ਵੇਲੇ ਅੰਦਾਜ਼ਾ, ਜਿਹੜੇ ਅੱਜ ਕੱਲ ਸਟੱਡੀਜ਼ ਹੋ ਰਹੀਆਂ ਨੇ, ਜੈਨੇਟਿਕ ਸਟੱਡੀਜ਼ ਹੋ ਰਹੀਆਂ ਨੇ, ਉਹ ਕਹਿੰਦੇ ਨੇ ਕਿ ਇਹ ਅਫਰੀਕਾ ਤੋਂ ਚੱਲੇ ਹੋਏ ਲੋਕ ਸਨ ਜਿਹੜੇ ਕਿਸੇ ਵੇਲੇ ਇੱਥੇ ਵਸ ਗਏ, ਤੇ ਇਹ ਸਾਰੇ ਦੇ ਸਾਰੇ ਪੱਕੇ ਰੰਗਾਂ ਦੇ ਸਨ। ਤੇ ਬਾਕੀ ਜਿਹੜਾ ਅੱਜ ਕੱਲ ਸਾਨੂੰ ਕਾਫੀ ਰੰਗਾਂ ਦੀ ਮਿਲਾਪ ਹੁੰਦਾ, ਉਹਦੀ ਵੀ ਗੱਲ ਕਰਾਂਗੇ। ਉਹ ਪੰਜਾਬ ਦੇ ਧਰਤੀ ਰਾਹੀਂ ਇੱਥੋਂ ਦੀ ਗੁਜ਼ਰਦਿਆਂ ਹੋਇਆਂ ਜਾਂ ਇੱਥੇ ਵਸਦਿਆਂ ਹੋਇਆਂ ਉਹ ਕਿਵੇਂ ਰੰਗ ਬਦਲਦੇ ਨੇ। ਤੇ ਹੜੱਪਾ ਦੀ ਸਿਵਲਾਈਜੇਸ਼ਨ ਵਿੱਚ ਸਾਨੂੰ ਇਹੋ ਜਿਹਾ ਕੋਈ ਵਰਣ ਵੰਡ ਜਾਂ ਜਾਤ ਵੰਡ ਨਜ਼ਰ ਨਹੀਂ ਆਉਂਦੀ। ਤੇ ਜਿਹੜੀ ਅਗਲਾ ਪੜਾਅ ਹੈਗਾ ਉਹ ਆਰੀਅਨਾਂ ਦੇ ਆਉਣ ਦੇ ਨਾਲ ਦਾ ਹੈ। ਉਹ ਕਿਸੇ ਕਿੰਨਾ ਗੱਲਾਂ ਨਾਲ ਉਹਦਾ ਪਤਨ ਹੁੰਦਾ ਹੈ ਉਸ ਸਭਿਅਤਾ ਦਾ। ਸਾਰੀਆਂ ਵਿਸ਼ਵ ਦੀਆਂ ਵੱਡੀਆਂ ਐਂਸ਼ੀਅੰਟ ਜਿਹੜੀਆਂ ਪੁਰਾਣੀਆਂ ਸਭਿਅਤਾਵਾਂ ਸੀ, ਉਹਨਾਂ ਦਾ ਲਗਭਗ ਜਾਂ ਤਾਂ ਬਹੁਤ ਵੱਡੀ ਜਿਓਲੋਜੀਕਲ ਜਿਹੜਾ ਹਲਚਲ ਹੋਈ ਹੈ ਉਹਦੇ ਨਾਲ ਤਬਾਹ ਹੋ ਗਈਆਂ, ਹੜ੍ਹ ਆ ਗਏ, ਵਾਟਐਵਰ, ਉਹ ਵੱਡੀਆਂ ਗੱਲਾਂ ਨੇ, ਉਹਨਾਂ ਪਾਸੇ ਨਾ ਜਾਂਦਿਆਂ ਹੋਇਆਂ, ਲੇਕਿਨ ਉਹਦਾ ਪਤਨ ਹੁੰਦਿਆਂ ਹੁੰਦਿਆਂ ਆਰੀਅਨ ਜਿਹੜੇ ਨੇ ਇੱਥੇ ਆਉਂਦੇ ਨੇ। ਇਹ ਪੱਛਮੀ ਜਿਹੜਾ ਏਸ਼ੀਆ ਵਾ ਉਹਦੇ ਵਿੱਚੋਂ ਆਉਂਦੇ ਨੇ, ਤੇ ਇਹ ਥੋੜੇ ਜਿਹੇ ਰੰਗ ਦੇ ਸਾਫ਼ ਸਨ, ਤੇ ਇੱਥੇ ਫਿਰ ਆ ਕੇ ਆਪਣੇ ਪਹਿਲੇ ਜਿਹੜੇ ਵੇਦ ਨੇ ਉਹ ਇੱਥੇ ਲਿਖਦੇ ਨੇ, ਪੰਜਾਬ ਦੀ ਧਰਤੀ ਦੇ ਲਿਖਦੇ ਨੇ। ਲੰਮੀ ਇੱਕ ਜਦੋਜਹਿਦ ਹੁੰਦੀ ਆ ਮੂਲ ਨਿਵਾਸੀਆਂ ਨਾਲ, ਜਿਨ੍ਹਾਂ ਨੂੰ ਅਕਸਰ ਆਪਾਂ ਕਹਿੰਦੇ ਆ ਕਿ ਦਰਾਵੜ ਨੇ। ਉਹ ਜ਼ਿਆਦਾਤਰ ਲੋਕ ਜਿਹੜੇ ਨੇ ਹੌਲੀ ਹੌਲੀ ਖਿਸਕਦੇ ਦੱਖਣੀ ਭਾਰਤ ਤੱਕ ਚਲੇ ਜਾਂਦੇ ਨੇ, ਲੇਕਿਨ ਜਿਹੜੇ ਇੱਥੇ ਵਸਦੇ ਰਹੇ, ਜਿਨ੍ਹਾਂ ਨੇ ਆਪਣਾ ਸੰਘਰਸ਼ ਵੀ ਕੀਤਾ, ਤੇ ਉਹ ਫਿਰ ਬਾਅਦ ਵਿੱਚ ਵਰਣ ਵੰਡ ਦੇ ਜਦੋਂ ਹੁੰਦੀ ਹੈ ਤੇ ਉਹਨਾਂ ਨੂੰ ਸ਼ੂਦਰ ਦਾ ਵੀ ਕਰਾਰ ਦਿੱਤਾ ਗਿਆ। ਤੇ ਇਹ ਗੱਲ ਇੱਕ ਵੱਡਾ ਪੜਾਅ ਹੈ। ਹੜੱਪਾ ਜਿਹੜਾ ਸਾਡੀ ਸਭਿਅਤਾ ਦਾ, ਜੇ ਉਹਨੂੰ ਰੈਵੋਲੂਸ਼ਨ ਕਿਹਾ ਜਾਵੇ, ਤੇ ਇਹ ਆਰੀਅਨਾਂ ਦਾ ਆਉਣਾ, ਇੱਥੋਂ ਵਰਣ ਵੰਡ ਪਾਉਣੀ, ਊਚ ਨੀਚ ਖੜੀ ਕਰਨੀ, ਇਹ ਕਾਊਂਟਰ ਰੈਵੋਲੂਸ਼ਨ ਸੀਗਾ। ਤੇ ਇਹਦੇ ਤੋਂ ਬਾਅਦ ਇਹ ਕੋਈ ਜ਼ਿਆਦਾ ਪੰਜਾਬ ਵਿੱਚ ਚੱਲਿਆ ਨਹੀਂ, ਜਾਂ ਪੂਰੇ ਭਾਰਤ ਵਿੱਚ ਵੀ ਨਹੀਂ ਚੱਲਿਆ, ਕਿਉਂਕਿ 500 BC
ਤੋਂ ਈਸਵੀ ਤੋਂ ਪਹਿਲਾਂ ਹੀ ਜਿਹਨੂੰ BC ਕਹਿੰਦੇ ਆ, ਈਸਾ ਤੋਂ ਪਹਿਲਾਂ ਹੀ 500 ਸਾਲ ਜਿਹੜਾ ਉਹ ਬੁੱਧ ਖੜੇ ਹੋ ਜਾਂਦੇ ਨੇ। ਇਹਨੂੰ ਬ੍ਰਾਹਮਣਵਾਦੀ ਜਿੰਨੀ ਜਿਹੜੀ ਲਾਈ ਸੀ, ਸੋਚ ਲਾਈ ਸੀਗੀ ਆਰੀਆਂ ਦੇ ਆਉਣ ਦੇ ਨਾਲ ਵਰਣ ਵੰਡ, ਉਹਦੇ ਖਿਲਾਫ ਇੱਕ ਵੱਡਾ ਜਿਹਾਦ ਛਿੜਦਾ। ਤੇ ਸਾਨੂੰ ਇਸ ਗੱਲ ਦਾ ਗਿਆਨ ਤੇ ਹੈ ਥੋੜਾ ਬਹੁਤ, ਲੇਕਿਨ ਮਾਣ ਹੋਣਾ ਚਾਹੀਦਾ ਕਿ ਪੁਰਾਣੀਆਂ ਵਿਸ਼ਵ ਵਿਦਿਆਲਿਆਂ ਵਿੱਚੋਂ, ਜਿਹੜਾ ਦੁਨੀਆ ਦੇ ਸਭ ਤੋਂ ਪੁਰਾਣੇ ਵਿਸ਼ਵ ਵਿਦਿਆਲਿਆਂ ਵਿੱਚੋਂ ਜਿਹੜੇ ਜਾਂਦੇ ਨੇ, ਇੱਕ ਪੰਜਾਬ ਦੀ ਧਰਤੀ ਤੇ ਤਕਸ਼ਸ਼ਿਲਾ ਤੇ ਹੀ ਸੀਗਾ। ਜਿਹੜਾ ਕਮਾਲ ਦੀ ਗੱਲ ਹੈ ਕਿ ਉਹ ਜਿਹੜਾ ਸਾਡਾ ਪੱਛਮੀ ਪੰਜਾਬ ਹੈ, ਉਹਦੇ ਵਿੱਚ ਹੜੱਪਾ ਵੀ ਹੈ ਤੇ ਉਹਦੇ ਵਿੱਚ ਤਕਸ਼ਸ਼ਿਲਾ ਵੀ ਹੈ। ਤੇ ਉੱਥੋਂ ਹੀ ਵਿਚਾਰ ਜਿਹੜੇ ਨੇ, ਇਹ ਰੈਸ਼ਨਲ ਵਿਚਾਰ ਜਿਹੜੇ ਨੇ, ਬੋਧੀ ਵਿਚਾਰ ਜਿਹੜੇ ਨੇ, ਉਹ ਪੱਛਮੀ ਏਸ਼ੀਆ ਤੱਕ ਜਾਂਦੇ ਨੇ ਤੇ ਅੱਗੇ ਜਾ ਕੇ ਕਿਉਂਕਿ ਸਿਕੰਦਰ ਨੇ ਵੀ ਚੜ੍ਹਾਈਆਂ ਕੀਤੀਆਂ ਸੀ, ਯੂਨਾਨੀਆਂ ਕੋਲ ਜਾਂਦੇ ਨੇ, ਯੂਨਾਨ ਤੋਂ ਰੋਮ ਤੱਕ ਜਾਂਦੇ ਨੇ, ਰੋਮ ਤੋਂ ਪੂਰੇ ਯੂਰਪ ਵਿੱਚ ਵੀ ਫੈਲਦੇ ਨੇ। ਇਹ ਆਦਾਨ ਪ੍ਰਦਾਨ ਇੱਥੋਂ ਦਾ ਰਿਹਾ। ਇਹ ਪੰਜਾਬ ਦੀ ਧਰਤੀ ਨੂੰ ਇੱਕ ਵੱਡੀ ਮਾਣ ਹੈ। ਜੇ ਉਹ ਆਰੀਅਨ ਕਾਊਂਟਰ ਰੈਵੋਲੂਸ਼ਨ ਸੀ ਤਾਂ ਬੁੱਧਿਸਟ ਇੱਕ ਰੈਵੋਲੂਸ਼ਨ ਸੀਗਾ, ਇੱਕ ਫਰਦਰ ਰੈਵੋਲੂਸ਼ਨ ਹੋਇਆ, ਜਿਹੜਾ ਵੱਡੀ ਤਾਦਾਦ ਵਿੱਚ ਲੋਕ ਜਿਹੜੇ ਨੇ ਉਹਨਾਂ ਚੀਜ਼ਾਂ ਤੋਂ ਮੁਕਤ ਹੋ ਗਏ ਜਿਵੇਂ ਪਹਿਲਾਂ ਰਹਿੰਦੇ ਸੀ ਸਭਿਅਤਾ ਦੇ, ਆਪਣੀ ਹੜੱਪਨ ਸਿਵਲਾਈਜੇਸ਼ਨ ਦੇ ਵੇਲੇ ਉਸ ਤਰੀਕੇ ਨਾਲ ਰਹਿਣ ਲੱਗ ਪਏ। ਤੇ ਜਦੋਂ ਬੋਧੀਆਂ ਦਾ ਡਿਕਲਾਈਨ ਹੁੰਦਾ, ਉਹਦੇ ਕਾਰਨ ਬਹੁਤ ਨੇ, ਕਿਉਂਕਿ ਜਿਹੜਾ 500 ਸਾਲ ਈਸਵਾ ਪੂਰਵ ਤੋਂ ਲੈ ਕੇ 500 AD ਤੱਕ 1000 ਸਾਲ ਦਾ ਸਮਾਂ ਇਹ ਹੈ ਕਿ ਹੜ੍ਹਾਂ ਦੇ ਹੜ੍ਹ ਜਿਹੜੇ ਨੇ ਉਹ ਉੱਤੋਂ ਪੱਛਮੀ ਏਸ਼ੀਆ ਤੋਂ ਆਉਂਦੇ ਰਹਿੰਦੇ ਨੇ, ਲੋਕ ਇੱਥੇ ਵੱਸਦੇ ਰਹਿੰਦੇ ਨੇ, ਵੱਖ-ਵੱਖ ਨਸਲਾਂ ਦੇ ਨੇ, ਕਬੀਲਿਆਂ ਦੇ ਨੇ, ਤੇ ਇੱਥੇ ਆਦਾਨ ਪ੍ਰਦਾਨ ਚੱਲਦਾ ਰਹਿੰਦਾ। ਤੇ ਇਸ ਕਰਕੇ ਇੱਕ ਇਹਦਾ ਪਤਨ ਵੀ ਹੁੰਦਾ ਹੈ ਬੋਧੀ ਵਿਚਾਰਾਂ ਦਾ, ਤੇ ਉਹ ਯੂਨੀਵਰਸਿਟੀ ਵੀ ਤਬਾਹ ਹੋ ਜਾਂਦੀ ਹੈ। ਗੱਲ ਇਹ ਕਿ ਜਿਹੜੇ ਬੋਧੀ ਵਿਚਾਰ ਨੇ ਉਹ ਪੂਰੀ ਤਰੀਕੇ ਨਾਲ ਖਤਮ ਹੁੰਦੇ ਵੀ ਨਹੀਂ ਹੈ, ਔਰ ਉਹ ਜਿਹੜੇ ਨੇ ਸਿੱਧਾਂ ਵਿੱਚ ਤੇ ਯੋਗੀਆਂ ਵਿੱਚ ਚੱਲਦੇ ਰਹਿੰਦੇ ਨੇ। ਆਪਣੇ ਸਿੱਧਾਂ ਯੋਗੀਆਂ ਦਾ ਬੜੀ ਅਮੀਰ ਪਰੰਪਰਾ ਪੰਜਾਬ ਦੀ ਹੈਗੀ ਆ, ਸਾਡਾ ਅਮੀਰ ਵਿਰਸਾ ਜਿਨ੍ਹਾਂ ਨੂੰ ਬਹੁਤ ਸਾਰਾ ਅਸੀਂ ਨਿਗੌਲਿਆ ਹੋਇਆ। ਤੇ ਉਹ ਜਿਹੜੀ ਪਰੰਪਰਾ ਅੱਗੇ ਚੱਲਦਿਆਂ ਚੱਲਦਿਆਂ ਫਿਰ ਇਸਲਾਮ ਦੀ ਆਗਮਨ ਹੁੰਦੀ ਹੈ, ਉਹ 10ਵੀਂ 11ਵੀਂ ਸਦੀ ਦੇ ਵਿੱਚ। ਲੇਕਿਨ 12ਵੀਂ ਸਦੀ ਤੱਕ ਆਉਂਦਿਆਂ ਤੇ ਉਹਨਾਂ ਦਾ ਰਾਜ ਪਾਠ ਹੀ ਸ਼ੁਰੂ ਹੋ ਜਾਂਦਾ। ਉਹ ਵੀ ਇੱਕ ਵੱਡਾ ਰੈਵੋਲੂਸ਼ਨ ਹੈ ਜੇ ਵੇਖਿਆ ਜਾਵੇ ਤਾਂ। ਇੱਕ ਵਧੀਆ ਵਿਚਾਰਾਂ ਵਾਲਾ ਇੱਕ ਧਰਮ ਸੀ ਜਿਹਨੇ ਇੱਥੇ ਜੜ੍ਹਾਂ ਲਾਈਆਂ। ਤੇ ਸਾਨੇ ਮੈਂ ਤੁਰਦੀ ਗੱਲ ਕਰਦੇ ਕਿ ਆਜ਼ਾਦੀ ਵੇਲੇ ਪੰਜਾਬ ਦੇ ਮੁਸਲਮਾਨਾਂ ਦੀ ਗਿਣਤੀ ਜਿਹੜੀ ਉਹ 57% ਸੀ, 30-35% ਜਿਹੜੇ ਹਿੰਦੂ ਸਨ ਤੇ 13% ਸਿੱਖ ਸਨ। ਇਹ ਸਾਡੀ ਇੱਕ ਤਰੀਕੇ ਦਾ ਇਹ ਧਰਤੀ ਇਹੋ ਜਿਹੀ ਰਹੀ ਹੈ ਕਿ ਇਹਨੂੰ ਪਲੂਰਲਿਸਟਿਕ, ਮੈਂ ਚਲੋ ਇਹਦੀ ਗੱਲ ਹੁਣੇ ਕਰਦਾ। ਫਿਰ ਜਿਹੜੀ ਭਗਤੀ ਲਹਿਰ ਖੜੀ ਹੁੰਦੀ ਹੈ ਉਹਦੇ ਵਿੱਚ ਗੁਰੂਆਂ ਦਾ ਸ਼ਾਮਲ ਹੋ ਜਾਣਾ, ਸੂਫੀਆਂ ਤੇ ਸੰਤਾਂ ਦੀ, ਇਹ ਜਿਹੜੀ ਇਸਲਾਮ ਦੀ ਮੈਂ ਗੱਲ ਕੀਤੀ ਹੈ, ਬਹੁਤ ਵੱਡਾ ਆਪਸ ਵਿੱਚ ਹਾਂਜੀ ਦੋਸਤੋ, ਸਾਨੂੰ ਬੜਾ ਅਫਸੋਸ ਹੈ ਕਿ ਜਿਵੇਂ ਮੈਂ ਪਹਿਲਾਂ ਵੀ ਕਈ ਵਾਰੀ ਜ਼ਿਕਰ ਕੀਤਾ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਚਾਹੇ ਬਿਜਲੀ ਹੋਵੇ, ਚਾਹੇ ਟੈਲੀਫੋਨ ਹੋਵੇ, ਚਾਹੇ ਇੰਟਰਨੈਟ ਹੋਵੇ, ਉਹਦੇ ਵਿੱਚ ਮਰੋੜੀ ਕਲਚਰ ਚੱਲਦਾ ਕਿ ਮਰੋੜੀ ਦੇ ਕੇ ਕੰਮ ਚਲਾ ਲਓ। ਕਿ ਅੱਜ ਅਚਾਨਕ ਲੈਕਚਰ ਦੇ ਦੌਰਾਨ ਇੰਟਰਨੈਟ ਬੰਦ ਹੋ ਗਿਆ ਤੇ ਅਸੀਂ ਬੜੇ ਪਾਸੇ ਟਰਾਈ ਕੀਤੀ ਆਪਣੇ ਮੋਬਾਈਲ ਦੇ ਹੌਟਸਪੌਟ ਦੇ ਨਾਲ, ਜਿਹਨੂੰ ਇਲੈਕਟ੍ਰੋਨਿਕ ਤਿਕੜਮਬਾਜ਼ੀ ਕਹਿੰਦੇ, ਉਹ ਵੀ ਬੜੀ ਕੀਤੀਆਂ। ਸਾਡੀਆਂ ਸਾਰੀਆਂ ਸੈਟਿੰਗਸ ਵੀ ਹਿੱਲ ਗਈਆਂ ਤੇ ਬਹੁਤ ਸੋਹਣਾ ਲੈਕਚਰ ਚੱਲ ਰਿਹਾ ਸੀਗਾ ਤੇ ਸਾਰੇ ਦਰਸ਼ਕ ਉਹਨਾਂ ਦੇ ਲੈਕਚਰ ਨਾਲ ਬੜੇ ਤਹਿ ਦਿਲੋਂ ਜੁੜੇ ਹੋਏ ਸੀਗੇ। ਤੇ ਅਚਾਨਕ ਬੰਦ ਹੋਣ ਨਾਲ ਸਾਨੂੰ ਬੜਾ ਹੀ ਅਫਸੋਸ ਹੋਇਆ। ਤੇ ਫਿਰ ਵੀ ਉਹ ਦੁਬਾਰਾ ਨੈਟ ਚੱਲ ਪਿਆ। ਹੁਣ ਕਾਫੀ ਦੇਰ ਇੰਤਜ਼ਾਰ ਕਰਨ ਤੋਂ ਬਾਅਦ ਇਹਦੇ ਦੌਰਾਨ ਅਸੀਂ ਬੜੇ ਫੋਨ ਵੀ ਕੀਤੇ, ਕਿਸੇ ਨੇ ਫੋਨ ਵੀ ਨਹੀਂ ਚੱਕਿਆ। ਇਹੋ ਜਿਹੇ ਮੌਕੇ ਇਸ ਤਰ੍ਹਾਂ ਹੀ ਹੁੰਦਾ। ਤੇ ਦੁਬਾਰਾ ਸਾਰਿਆਂ ਨੂੰ ਇੱਕ ਤਾਂ ਮੈਂ ਮਾਫੀ ਚਾਹੁੰਦਾ ਕਿ ਜਿਹੜੀ ਇਹ ਰੁਕਾਵਟ ਹੋਈ ਹੈ, ਲੇਕਿਨ ਇਹਦੇ ਵਿੱਚ ਸਾਡਾ ਦੋਸ਼ ਕੋਈ ਨਹੀਂ। ਡਿਲੇ ਇਸ ਕਰਕੇ ਹੋਈ ਹੈ ਕਿ ਅਸੀਂ ਦੁਬਾਰਾ ਸੈਟਿੰਗ ਸਾਰੀਆਂ ਕਰਨੀਆਂ ਪਈਆਂ। ਤੇ ਦੁਬਾਰਾ ਉੱਥੇ ਹੀ ਪਲੀਜ਼ ਸਾਰੇ ਜਾਣੇ ਆ ਜਾਓ ਕਿ ਪ੍ਰੋਫੈਸਰ ਰਾਜ ਕੁਮਾਰ ਹੰਸ ਜੀ ਨੂੰ, ਕਿ ਉਹਨਾਂ ਨੇ ਬਹੁਤ ਹੀ
ਆਪਣੇ ਹਿਰਦੇ ਤੋਂ ਬੋਲ ਰਹੇ ਸੀਗੇ, ਉਹ ਦਿਲ ਤੋਂ ਬੋਲ ਰਹੇ ਸੀਗੇ ਤੇ ਸਾਡੇ ਤੇ ਬੜਾ ਅਸਰ ਉਹਨਾਂ ਦਾ ਹੋ ਰਿਹਾ ਸੀ ਗੱਲਾਂ ਦਾ, ਤੇ ਬੜੀਆਂ ਗਿਆਨਾਤਮਕ ਗੱਲਾਂ ਉਹ ਕਰ ਰਹੇ ਸੀਗੇ। ਤੇ ਦੁਬਾਰਾ ਉਹਨਾਂ ਨੂੰ ਬੇਨਤੀ ਹੈ, ਪ੍ਰੈਸ ਸਾਹਿਬ ਜਿੱਥੇ ਤੁਸੀਂ ਪਹੁੰਚ ਗਏ ਸੀਗੇ ਉੱਥੋਂ ਹੀ ਕਿਰਪਾ ਕਰਕੇ ਆਪਣਾ ਲੈਕਚਰ ਸ਼ੁਰੂ ਕਰੋ। ਤੇ ਖਿਮਾ ਕਰਨਾ, ਇਹ ਸਾਰੀ ਇਲੈਕਟ੍ਰੋਨਿਕ ਦੀ ਜਿਹੜੀ ਆ ਇਹ ਗਲਤੀ ਹੋਈ ਹੈ। ਨਹੀਂ ਕੋਈ ਨਹੀਂ, ਇੱਕ ਨਾ ਚਲੋ ਇਹ ਹੋ ਜਾਂਦਾ ਹੈ, ਇਹ ਸਾਡੇ ਹੱਥ ਵੱਸ ਨਹੀਂ ਹੈ। ਇੱਕ ਕੋਈ ਇਸ ਤਰੀਕੇ ਦੀ ਨਾ ਮੇਰੇ ਕੋਲ ਕੋਈ ਗੱਲ ਆਈ ਕਿ ਕਹਿੰਦੇ ਕਿ 90-10 ਦਾ ਆਪਣੇ ਫਾਰਮੂਲਾ ਰੱਖਣਾ ਚਾਹੀਦਾ ਜ਼ਿੰਦਗੀ ਵਿੱਚ, ਕਿ ਸਾਡੀ ਜ਼ਿੰਦਗੀ ਵਿੱਚ ਜੋ ਕੁਝ ਹੁੰਦਾ ਨਾ ਅੱਜ ਕੱਲ੍ਹ ਖਾਸ ਕਰਕੇ, ਉਹ 90% ਜਿਹੜੇ ਸਾਡੇ ਨਾਲ ਹੁੰਦਾ ਉਹਦੇ ਤੇ ਸਾਡਾ ਕੋਈ ਕੰਟਰੋਲ ਨਹੀਂ ਹੁੰਦਾ, ਤੇ ਜਿਹੜਾ 10% ਤੇ ਸਾਡੇ ਹੱਥ ਵੱਸ ਆ ਕਿ ਸਾਡੇ ਨਾਲ ਕੋਈ ਬੁਰਾ ਹੋ ਗਿਆ, ਜਿਵੇਂ ਹੁਣ ਇੰਟਰਨੈਟ ਦੀ ਪ੍ਰੋਬਲਮ ਆ ਗਈ ਤੇ ਸਾਨੂੰ ਸਬਰ ਸੰਤੋਖ ਕਰਨਾ ਪੈਂਦਾ, ਉਹ 10% ਦੇ ਵਿੱਚ ਹੀ ਆਉਂਦਾ। ਤੇ ਕੋਈ ਗੱਲ ਨਹੀਂ, ਅਫਸੋਸ ਤਾਂ ਹੈਗਾ ਹੀ ਹੈ ਕਿ ਸਾਡੇ ਜਿਹੜੇ ਦੇਖਣ ਵਾਲੇ ਸੱਜਣ ਨੇ ਉਹਨਾਂ ਦੇ ਵਾਸਤੇ ਤਕਲੀਫ ਜ਼ਿਆਦਾ ਹੋਈ। ਅਸੀਂ ਤੇ ਚਲੋ ਜੁੜੇ ਹੀ ਹੋਏ ਹਾਂ। ਹਾਂਜੀ, ਮੈਂ ਗੱਲ ਇਹ ਪੰਜਾਬ ਦੀ ਧਰਤੀ ਤੇ ਸੁਮੇਲ ਬਹੁਤ ਹੋਏ ਨੇ, ਜਿਹੜੀ ਮੈਂ ਗੱਲ ਕਰ ਰਿਹਾ ਸਾਂ ਕਿ ਇਹਦਾ ਭੂਗੋਲਿਕ ਸਥਿਤੀਆਂ ਇਹੋ ਜਿਹੀਆਂ ਨੇ ਔਰ ਵਰਤਾਰਾ ਇਹੋ ਜਿਹਾ ਹੈ ਕਿ ਮੈਂ ਇਸਲਾਮ ਦੀ ਗੱਲ ਕਰਦੇ ਲੱਗਿਆ ਸਾਂ ਕਿ ਕਿਵੇਂ ਪੀਰ ਤੇ ਫਕੀਰ ਜਿਹੜੇ ਨੇ ਉਹ ਯੋਗੀਆਂ ਨਾਲ ਸੰਤਾਂ ਨਾਲ ਸੰਵਾਦ ਰਚਾਉਂਦੇ ਨੇ, ਇੱਕ ਹੋ ਜਾਂਦੇ ਨੇ। ਕਮਾਲ ਦੀ ਗੱਲ ਹੈ ਕਿ ਜਿਹੜਾ ਹਾਲਾਂਕਿ ਭਾਵੇਂ ਉਹ ਜਿਹੜੇ ਪੀਰ ਨੇ ਜਾਂ ਬਾਹਰੋਂ ਆਏ ਨੇ, ਲੇਕਿਨ ਜਿੰਨਾ ਇਸਲਾਮ ਨੇ ਨੈਚੁਰਲਾਈਜ਼ ਕੀਤਾ ਆਪਣੀਆਂ ਲੋਕਲ ਧਰਾਤਲ ਦੇ ਨਾਲ, ਬੋਲੀਆਂ ਦੇ ਨਾਲ, ਉਹ ਕਮਾਲ ਦੀ ਗੱਲ ਹੈ ਜਿਹੜੀ ਸਾਨੂੰ ਬਾਬੇ ਫਰੀਦ ਤੋਂ ਸਪਸ਼ਟ ਹੁੰਦੀ ਹੈ ਕਿ ਅੱਗੇ ਸ਼ਾਹ ਹੁਸੈਨ ਤੱਕ ਆਉਂਦੀ ਹੈ, ਸੁਲਤਾਨ ਬਾਹੂ ਹੈ, ਜਾਂ ਫਿਰ ਆਪਣੇ ਹੀਰ ਵਾਰਿਸ ਸ਼ਾਹ ਹੈ, ਬੁੱਲੇ ਸ਼ਾਹ ਵਾ। ਕਮਾਲ ਦੇ ਲੋਕ ਨੇ, ਆਜ਼ਾਦਾਨਾ ਖਿਆਲਾਂ ਦੇ ਨੇ ਔਰ ਪਿਆਰ ਮੁਹੱਬਤ ਕਰਨ ਵਾਲੇ ਨੇ। ਇਸੇ ਤਰੀਕੇ ਨਾਲ ਸਾਡੀ ਪਰੰਪਰਾ ਜਿਹੜੀ ਮੈਂ ਕਹਿੰਦਾ ਸਾਂ ਉਹ ਚੱਲਦੀ ਆਉਂਦੀ ਹੈ, ਵਿੱਚ ਗੁਰੂਆਂ ਦਾ ਬਹੁਤ ਵੱਡਾ ਇਨਕਲਾਬੀ ਦਖਲ ਹੈ, ਔਰ ਦਖਲ ਕੀ ਹੈ, ਬਹੁਤ ਵੱਡੀ ਪ੍ਰਾਪਤੀ ਹੈ, ਲੋਕਾਂ ਨੂੰ ਕਈ ਦਰਵਾਜ਼ੇ ਖੋਲ੍ਹਦੇ ਨੇ। ਮੈਂ ਉਹਦੀ ਗੱਲ ਕਰ ਰਿਹਾ ਸਾਂ ਤੇ ਆਪਣੀ ਉਹ ਗੱਲ ਕਰਦੇ ਮੈਂ ਕਿਹਾ ਮੈਂ ਪਰਸਨੈਲਿਟੀ ਦੀ ਗੱਲ ਕਰ ਰਿਹਾ ਸੀ ਕਿ ਪੰਜਾਬ ਦੀ ਪਰਸਨੈਲਿਟੀ ਜਨਰਲ ਟ੍ਰੇਟਸ ਵੱਜਦੇ ਨੇ ਇਹ ਸਾਰੀਆਂ ਹਾਲਾਤਾਂ ਦੇ ਵਿੱਚੋਂ, ਜਿਹੜੀਆਂ ਸਾਡੀ ਭੂਗੋਲਿਕ ਪਰਿਸਥਿਤੀ ਹੈ ਔਰ ਜਿਹੜਾ ਹਿਸਟੋਰੀਕਲ ਵਰਤਾਰਾ ਆਪਾਂ ਐਕਸਪੀਰੀਅੰਸ ਦੇ ਵਿੱਚੋਂ ਦੀ ਗੁਜ਼ਰੇ ਹਾਂ, ਉਹਦੇ ਵਿੱਚ ਇਹ ਹੈ ਕਿ ਬੜੀ ਪਲੂਰਲਿਸਟਿਕ ਸੁਸਾਇਟੀ ਆ ਔਰ ਇੱਕ ਦੂਸਰੇ ਦਾ ਆਦਰ ਸਨਮਾਨ ਮੇਲ ਵਰਤਣ ਹੁੰਦਾ ਸੀਗਾ, ਔਰ ਇਹਦੀਆਂ ਸਾਨੂੰ ਪਿਰਤਾਂ ਮਿਲਦੀਆਂ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ। ਮਿਹਨਤੀ ਨੇ, ਮੈਂ ਇਹਦੀ ਵੀ ਗੱਲ ਕੀਤੀ ਸੀ। ਫਿਰ ਖੁੱਲੇ ਡੁੱਲੇ ਹੋਣ ਦੇ ਨਾਤੇ ਸਾਡੇ ਦਰਿਆ ਬੜੇ ਤੇਜ਼ ਚੱਲਦੇ ਨੇ, ਬਹੁਤ ਵੱਡੇ ਜੰਗਲ ਵੀ ਹੋਇਆ ਕਰਦੇ ਸਨ ਔਰ ਖੁੱਲੇ ਮੈਦਾਨ ਨੇ, ਔਰ ਉਹਨਾਂ ਦੇ ਵਿੱਚ ਰੋਮਾਂਟਿਕ ਕਿਸਮ ਦੀ ਤਬੀਅਤ ਹੈ ਸਾਡੇ ਪੰਜਾਬੀਆਂ ਦੀ। ਗਾਣੇ ਗਾਉਣੇ, ਭੰਗੜੇ ਪਾਉਣੇ, ਇਹ ਸਾਰੀਆਂ ਗੱਲਾਂ ਨਾਲ ਨਾਲ ਚੱਲਦੀਆਂ ਰਹੀਆਂ ਨੇ। ਔਰ ਬੜੀ ਖੂਬਸੂਰਤੀ ਦੀ ਗੱਲ ਹੈ ਕਿ ਇਹ ਲੰਮੇ ਸਮੇਂ ਤੋਂ ਇਹ ਜੂਝਦਿਆਂ ਹੋਇਆਂ ਨਾਲ ਇੱਕਮਿਕ ਹੁੰਦਿਆਂ ਹੋਇਆਂ ਔਰ ਖਾਸ ਕਰਕੇ ਜਿਹੜੀ ਤਬੀਅਤ ਬਣਦੀ ਹੈ ਪੰਜਾਬੀ ਪਰਸਨੈਲਿਟੀ ਦਾ ਇੱਕ ਹਿੱਸਾ ਮੈਂ ਗਿਣਨਾ ਕਿ ਉਹ ਆਜ਼ਾਦਾਨਾ ਖਿਆਲਾਂ ਦੇ ਨੇ। ਕੋਈ ਵੀ ਖਿਆਲ ਜਿਹੜੇ ਨੇ ਉਹ ਜੜ ਨਹੀਂ ਹੁੰਦੇ, ਉਹ ਕਿਸੇ ਨਾਲ ਵੀ ਟਿਕਦੇ ਨਹੀਂ ਹੈ। ਇੱਕ ਚੰਗੀ ਵੱਡੀ ਗੱਲ ਹੈ ਜਿਹਦੀ ਮੈਂ ਐਗਜ਼ਾਮਪਲ ਤਾਂ ਆਪਣੀ ਦੇ ਦਿੱਤੀ ਸੀ, ਉਦਾਹਰਣ ਕਿਹਦੇ ਤੋਂ ਦੂਰ ਜਾਣ ਦੀ ਲੋੜ ਹੈ। ਤੇ ਨਾਲ ਫਿਰ ਕਿਉਂਕਿ ਹਾਲਾਤ ਇਹੋ ਜਿਹੇ ਰਹੇ ਨੇ, ਜੂਝਣਾ ਵੀ ਪੈਂਦਾ ਰਿਹਾ ਤੇ ਇੱਕ ਯੋਧੇ ਵੀ ਖੜੇ ਹੋਏ ਨੇ। ਇਹ ਗੱਲਾਂ ਹੈਗੀਆਂ ਨੇ, ਇਹ ਬੜੀਆਂ ਆਮ ਜੀਆਂ ਗੱਲਾਂ ਸੀ ਜਿਹੜੀਆਂ ਮੈਂ ਕਰਨੀਆਂ ਚਾਹੁੰਦਾ ਸੀਗਾ। ਇਹ ਸਾਡਾ ਧਰਾਤਲ ਵੱਜਦਾ ਕਿ ਜਿਹੜੇ ਹਾਸ਼ੀਆਗਤ ਜਿਹੜੀ ਇੱਕ ਪਸਾਰਾ ਵਾ ਉਹਨੂੰ ਸਮਝਿਆ ਕਿਵੇਂ ਜਾਵੇ ਔਰ ਕੌਣ ਲੋਕ ਨੇ। ਵੇਖੋ, ਜਿਹੜੇ ਪਹਿਲਾਂ ਜਦੋਂ ਸਟੇਟ ਫਾਰਮੇਸ਼ਨ ਹੁੰਦੀ ਹੈ ਤੇ ਉਹਦੇ ਵਿੱਚ ਛੋਟੀਆਂ ਛੋਟੀਆਂ ਰਜਵਾੜੇ ਹੁੰਦੇ ਸੀ। ਜਿਵੇਂ ਆਪਾਂ ਬੁੱਧ ਪਰਿਵਾਰ ਦੀ ਗੱਲ ਲੈ ਲਈਏ, ਆਪਣੇ ਗੌਤਮ ਬੁੱਧ ਦੀ ਗੱਲ ਕਰ ਰਹੇ ਹਾਂ, ਤਥਾਗਤ ਬੁੱਧ ਦੀ,
ਕਿ ਉਹ ਛੋਟੀਆਂ ਰਿਆਸਤਾਂ ਸਨ, ਕੋਈ 50 ਪਿੰਡ ਹੋਣਗੇ, ਕਿਸੇ ਦੇ 10 ਪਿੰਡ ਹੀ ਹੋਣਗੇ, ਤੇ ਇਸ ਤਰੀਕੇ ਦੀਆਂ ਰਿਆਸਤਾਂ ਸੀ। ਲੇਕਿਨ ਭਾਰਤ ਦੇ ਵਿੱਚ ਜਿਹੜੇ ਵੱਡੇ ਐਮਪਾਇਰ ਵੱਜਦੇ ਨੇ, ਵੱਡੀ ਸਲਤਨਤਾਂ ਖੜੀਆਂ ਹੁੰਦੀਆਂ ਨੇ, ਉਹ ਜਿਹੜੀਆਂ ਨੇ, ਵੇਖੋ ਪਹਿਲੀ ਜਿਹੜੀ ਆ ਮੌਰੀਅਨ ਐਮਪਾਇਰ ਵੱਜਦਾ ਤੇ ਉਹ 300 ਸਾਲ BC ਤੋਂ ਈਸਵਾ ਪੂਰਵ ਵੱਜਦਾ, ਤੇ ਬਾਅਦ ਵਿੱਚ ਮੌਰੀਅਨ ਐਮਪਾਇਰ ਆ। ਫਿਰ ਉਹ ਟੁੱਟਦੇ ਨੇ, ਖਿੱਤਿਆਂ ਦੇ ਵਿੱਚ ਵੰਡੀ ਜਾਂਦੀ ਹੈ ਤਾਕਤ। ਬਾਅਦ ਵਿੱਚ ਇਸਲਾਮ ਦੇ ਆਉਣ ਨਾਲ ਫਿਰ ਇੱਕ ਜੁਟਤਾ ਹੁੰਦੀ ਹੈ, ਵੱਡੇ ਐਮਪਾਇਰ ਖੜੇ ਹੁੰਦੇ ਨੇ, ਸੁਲਤਾਨ ਦਿੱਲੀ ਦੇ ਕਰਦੇ ਨੇ, ਫਿਰ ਮੁਗਲ ਆਉਂਦੇ ਨੇ, ਤੇ ਇਹ ਫਿਰ ਟੁੱਟ ਭੱਜ ਹੁੰਦੀ ਹੈ, ਕਿਉਂਕਿ ਉਸ ਵੇਲੇ ਪੇਸ਼ਵਾ ਖੜੇ ਹੁੰਦੇ ਨੇ। 18ਵੀਂ ਸਦੀ ਵਿੱਚ ਬਹੁਤ ਸਾਰੇ ਛੋਟੇ ਪੰਜਾਬ ਦਾ ਆਪਣੀ ਸਲਤਨਤ ਬਣ ਗਈ, ਬੰਗਾਲੀਆਂ ਦੀ ਆਪਣੀ, ਗੁਜਰਾਤ ਵਿੱਚ ਵੱਖਰੀ, ਤੇ ਫਿਰ ਇੱਕ ਅੰਗਰੇਜ਼ ਆਉਂਦੇ ਨੇ ਜਿਹੜੇ ਬਾਹਰਲੀ ਤਾਕਤ ਹੈ, ਤੇ ਉਹ ਇੱਕ ਕੜੀ ਦੇ ਵਿੱਚ ਜੋੜਦੇ ਨੇ। ਹੁਣ ਇਹਨਾਂ ਜਿਹੜੀਆਂ ਮੈਂ ਐਮਪਾਇਰ ਦੀ ਗੱਲ ਕੀਤੀ ਹੈ, ਇਹਦੇ ਵੱਲ ਧਿਆਨ ਦਿੱਤਾ ਜਾਵੇ, ਤੇ ਜਦੋਂ ਜਿਹੜੀ ਸਾਡੀ ਊਚ ਨੀਚ ਦੀ ਸੋਚ ਹੈਗੀ ਹੈ, ਜਿਹਨੂੰ ਆਪਾਂ ਜਨਰਲੀ ਬਾਹਮਣਵਾਦੀ ਸੋਚ ਕਹਿ ਲੈਂਦੇ ਹਾਂ, ਉਹ ਜਦੋਂ ਮਜ਼ਬੂਤ ਹੋਈ ਹੈ, ਤੇ ਇਹ ਸਮਾਜ ਤਾਂ ਵੰਡਿਆ ਖਿੰਡਿਆ ਗਿਆ ਸੀਗਾ, ਲੇਕਿਨ ਇੱਕ ਪੋਲੀਟੀਕਲ ਲੈਵਲ ਤੇ ਵੀ ਇਹ ਜੁੜਦਾ ਨਹੀਂ ਹੈ, ਇਹ ਖਿੰਡ ਪੁੰਡ ਜਾਂਦਾ ਹੈ। ਤੇ ਉਹ ਗੱਲ ਹੈਗੀ ਹੈ, ਜਿੰਨੇ ਵੀ ਆਪਣੇ ਐਮਪਾਇਰ ਵੱਜੇ ਨੇ, ਉਹ ਨੌਨ ਬ੍ਰਹਮੈਨਿਕਲ ਥਾਟ ਦੇ ਨਾਲ ਹੀ ਵੱਜੇ ਨੇ। ਜਿਵੇਂ ਬੁੱਧ ਧਰਮ ਦਾ ਆਧਾਰ, ਬੁੱਧ ਧਰਮ ਉਹਦਾ ਆਧਾਰ ਬਣਦਾ ਅਸ਼ੋਕਾ ਦੇ ਐਮਪਾਇਰ ਦਾ। ਉਹ ਸਿਰਫ ਇੱਥੇ ਨਹੀਂ ਮੁਲਕ ਵਿੱਚ, ਲੇਕਿਨ ਗੁਆਂਢੀ ਮੁਲਕਾਂ ਤੱਕ ਵੀ ਪਹੁੰਚਦਾ। ਮੇਰੇ ਖਿਆਲ ਪੂਰੇ ਏਸ਼ੀਆ ਤੋਂ ਲੈ ਕੇ ਯੂਰਪ ਤੱਕ ਵਿਚਾਰ ਵੀ ਪਹੁੰਚਦੇ ਨੇ। ਵੱਡੀ ਗੱਲ ਸੀਗੀ। ਸਾਨੂੰ ਇਹਨਾਂ ਗੱਲਾਂ ਦਾ ਥੋੜਾ ਜਿਹਾ ਧਿਆਨ ਰੱਖਦੇ ਹੋਏ, ਕਿਉਂਕਿ ਇਹਨਾਂ ਸਾਰੀਆਂ ਦੇ ਗੱਲਾਂ ਦੇ ਨਾਲ ਜਿਹੜੀ ਹਾਸ਼ੀਆਗਤ ਹੈ, ਕਿਉਂਕਿ ਮੈਂ ਸ਼ੁਰੂ ਵਿੱਚ ਹੀ ਗੱਲ ਕਰ ਦਿੱਤੀ ਸੀ ਕਿ ਜਦੋਂ ਵੀ ਸਟੇਟ ਖੜੀ ਹੋਏਗੀ, ਜਾਂ ਜਦੋਂ ਹੀ ਸੱਤਾ ਖੜੀ ਹੋਏਗੀ, ਜਦੋਂ ਹੀ ਇੱਕ ਕਲਾਸ ਖੜੀ ਹੋਏਗੀ ਜਿਹੜੀ ਸਰੋਤਾਂ ਤੇ ਕਾਬਜ਼ ਹੋਏਗੀ, ਉਹ ਦੂਸਰਿਆਂ ਨੂੰ ਵਰਤੇਗੀ, ਉਹਨਾਂ ਨੂੰ ਹਾਸ਼ੀਆਗਤ ਕਰੇਗੀ। ਆਪਾਂ ਵੱਡੇ ਐਮਪਾਇਰ ਵਿੱਚ ਆਪਾਂ ਵੇਖ ਲਈਏ ਉਸ ਤਰੀਕੇ ਨਾਲ, ਤੇ ਜਿਹੜੀਆਂ ਸੈਟਲਡ ਕਮਿਊਨਿਟੀਜ਼, ਹੁਣ ਆਪਣੇ ਜਿਹੜੇ ਕਾਸ਼ਤਕਾਰ ਨੇ, ਜ਼ਿਮੀਂਦਾਰ ਨੇ, ਜੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਬਹੁਤ ਸਾਰੀਆਂ ਕੌਮਾਂ ਨੇ ਜਿਹੜੀਆਂ ਜ਼ਿਮੀਂਦਾਰੀ ਨਾਲ, ਖੇਤੀਬਾੜੀ ਦੇ ਨਾਲ ਜੁੜੀਆਂ ਹੋਈਆਂ, ਲੇਕਿਨ ਜੱਟ ਜਿਹੜੇ ਨੇ ਉਹ ਵੱਡੀ ਤਾਦਾਦ ਵਿੱਚ ਨੇ। ਇਹ ਜੱਟ ਜਿਹੜੇ ਪਹਿਲਾਂ ਕਾਫੀ ਲੰਬੇ ਸਮੇਂ ਤੱਕ ਪਸ਼ੂ ਪਾਲਕ ਰਹੇ, ਪੈਸਟਰਲਿਸਟ ਰਹੇ, ਫਿਰ ਹੌਲੀ ਵੱਸਦੇ ਨੇ, ਪੰਜਾਬ ਦੀ ਖੇਤੀਬਾੜੀ ਨਾਲ ਜੁੜਦੇ ਨੇ, ਤੇ ਉਸ ਵੇਲੇ ਇਹਨਾਂ ਨੂੰ ਸ਼ੂਦਰੀ ਗਿਣਿਆ ਜਾਂਦਾ ਸੀਗਾ। ਇਹਨਾਂ ਨਾਲ ਵੀ ਉਸ ਤਰੀਕੇ ਦਾ ਹੀ ਵਿਤਕਰੇ ਹੁੰਦੇ ਰਹੇ ਨੇ। ਲੇਕਿਨ ਆਪਾਂ ਇਹਦੀ ਗੱਲ ਕਰਾਂਗੇ ਕਿ ਕਿਵੇਂ 19ਵੀਂ ਸਦੀ ਦੇ ਵਿੱਚ ਉਹ ਚੜ੍ਹਤ ਹੁੰਦੀ ਹੈ, ਤੇ ਇਹ ਜਿਹੜੇ ਹਾਸ਼ੀਆਗਤ ਲੋਕ ਸਨ, ਉਹ ਸੈਂਟਰ ਦੇ ਵਿੱਚ ਵੀ ਆਉਂਦੇ ਨੇ, ਉਹ ਦੂਸਰਿਆਂ ਨੂੰ ਹਾਸ਼ੀਏ ਤੇ ਲੈ ਜਾਂਦੇ ਨੇ। ਤੇ ਇਹ ਜਿਹੜੀਆਂ ਗੱਲਾਂ ਨੇ ਕਿ ਸੈਟਲਡ ਕਮਿਊਨਿਟੀਜ਼, ਤੇ ਸਾਡੇ ਬਹੁਤ ਸਾਰੇ ਜੰਗਲੀ ਲੋਕ ਸਨ, ਜਿਵੇਂ ਆਪਣੇ ਨੈਣ ਸੁਖ ਜੀ ਗੱਲ ਕਰ ਰਹੇ ਸਨ ਕਿ ਜਿੱਥੇ ਨਹਿਰ ਕਲੋਨੀਆਂ ਬਣੀਆਂ ਲਾਇਲਪੁਰ ਦੇ ਇਲਾਕੇ ਵਿੱਚ, ਜਾਂ ਉਧਰਲੇ ਜਿੱਥੇ ਵੀ ਖੁੱਲੀਆਂ, ਉੱਥੋਂ ਦੇ ਜੰਗਲੀ ਲੋਕ ਕਹਿਲਾਉਂਦੇ ਸਨ। ਉਹ ਜ਼ਿਆਦਾਤਰ ਮੂਲ ਨਿਵਾਸੀ ਸੀ, ਜਿਹੜੇ ਸ਼ੁਰੂ ਤੋਂ ਚੱਲੇ ਆਉਂਦੇ ਸੀ। ਉਹ ਕਿਸੇ ਦੀ ਏਮ ਨਹੀਂ ਸੀ ਮੰਨਦੇ, ਨਾ ਤੇ ਉਹਨਾਂ ਨੇ ਅੰਗਰੇਜ਼ਾਂ ਦੀ ਵੀ ਨਹੀਂ ਬਣੀ, ਤੇ ਇਸ ਕਰਕੇ ਉਹਨਾਂ ਨੂੰ ਵੀ ਹਾਸ਼ੀਆਗਤ ਕਰ ਦਿੱਤਾ ਗਿਆ। ਅਖੀਰ ਵਿੱਚ 19ਵੀਂ ਸਦੀ ਦੀ ਗੱਲ ਹੈ। ਤੇ ਇਸ ਕਰਕੇ ਆਹ ਜਿਹੜਾ ਪ੍ਰੋਸੈਸ ਹੈ ਕਿ ਕਿਹੜੇ ਹਾਸ਼ੀਏ ਤੇ ਧੱਕੇ ਜਾਣਗੇ ਔਰ ਕਿਹੜੇ ਸੈਂਟਰ ਵਿੱਚ ਰਹਿਣਗੇ, ਇਹ ਬਦਲਦਾ ਰਹਿੰਦਾ ਵਾ। ਸਾਨੂੰ ਇਸ ਤਰੀਕੇ ਨਾਲ ਵੇਖਣ ਦੀ ਲੋੜ ਆ। ਔਰ ਬੜੀ ਵੱਡੀ ਤਾਦਾਦ ਵਿੱਚ ਜਿਹੜੇ ਹਾਸ਼ੀਆਗਤ ਹੋ ਗਏ ਸਨ ਲੋਕ, ਉਹਨਾਂ ਦੀ ਇਸਲਾਮ ਦੇ ਆਉਣ ਨਾਲ ਬਹੁਤ ਲੋਕ ਆਜ਼ਾਦ ਹੋ ਜਾਂਦੇ ਨੇ। ਮੈਂ ਸਿਰਫ ਕਿਉਂਕਿ ਉਹ ਇੱਕ ਇਕਨੋਮਿਕ ਆਰਥਿਕ ਇਨਕਲਾਬ ਵੀ ਆਉਂਦਾ ਹੈ, ਕਿਉਂਕਿ ਵੱਡੇ ਪੈਮਾਨੇ ਵਿੱਚ ਫੌਜਾਂ ਨੂੰ ਦੀ ਜ਼ਰੂਰਤ ਪੈਂਦੀ ਸੀ, ਫੌਜੀਆਂ ਦੇ ਵਰਦੀਆਂ ਦੀ ਲੋੜ ਪੈਂਦੀ ਸੀ, ਫੌਜੀਆਂ ਦੇ ਬੂਟਾਂ ਦੀ ਲੋੜ ਪੈਂਦੀ ਸੀ। ਇਹ ਸਾਰੇ ਬੁਣਕਰ ਜਿਹੜੇ ਨੇ, ਕੱਪੜਾ ਬੁਣਨ ਵਾਲੇ ਨੇ, ਜੁਲਾਏ ਨੇ ਜਾਂ ਮੋਚੀ ਨੇ, ਇਹਨਾਂ ਦੇ ਵੱਡੇ ਪੈਮਾਨੇ ਵਿੱਚ ਰੁਜ਼ਗਾਰ ਜਿਹੜੇ ਨੇ ਸੌਖੇ ਹੁੰਦੇ ਨੇ। ਇਸ ਤਰੀਕੇ ਨਾਲ ਇਹ ਸਿਲਸਿਲਾ ਚੱਲਦਾ ਰਹਿੰਦਾ। ਤੇ ਮੈਂ ਇਹਨੂੰ ਕਿਉਂਕਿ ਜ਼ਿਆਦਾ ਨਾ ਖਿੱਚਿਆ ਜਾਵੇ, ਆਪਾਂ ਹੁਣ ਗੱਲ ਪੰਜਾਬ ਦੇ ਉਸ ਕੰਟੈਕਸਟ ਵਿੱਚ ਕਰਨੀ ਹੋਵੇ ਤਾਂ ਜਦੋਂ ਆਪਾਂ MA
ਕਰਦੇ ਸਾਂ ਪੰਜਾਬ ਦੇ 70ਵਿਆਂ ਦੇ ਵਿੱਚ, ਮਿਡ 70s ਦੇ ਵਿੱਚ। ਤੇ ਹੋਇਆ ਕਿ ਕਾਣੀ ਵੰਡ ਜਿਹੜੀ ਆ, ਕੱਟ ਵੱਡ ਜਿਹੜੀ ਹੋ ਗਈ, ਪੰਜਾਬ ਦੇ 2 ਟੁਕੜੇ ਹੋ ਚੁੱਕੇ ਸਨ। ਜਦੋਂ ਅਸੀਂ ਆ ਗਏ ਤਾਂ ਉਦੋਂ 3 ਵੀ ਟੁਕੜੇ ਹੋ ਗਏ ਸੀ। ਤੇ ਪੰਜਾਬ ਜਿਹੜਾ ਪਹਿਲਾ ਪੰਜਾਬ ਸੀ ਉਹਦਾ 19% ਹੀ ਜਿਹੜਾ ਪੰਜਾਬੀ ਸੂਬਾ ਦੀ ਲਹਿਰ ਤੋਂ ਬਾਅਦ ਹਰਿਆਣਾ ਵੀ ਕੱਟਿਆ ਗਿਆ ਤੇ ਹਿਮਾਚਲ ਵੀ ਕੱਟਿਆ ਗਿਆ, ਤੇ 19% ਰਹਿ ਗਿਆ ਸੀ, ਪੰਜਾਬੜੀ ਰਹਿ ਗਈ। ਤੇ ਉਹਦੇ ਵਿੱਚ ਕਿਉਂਕਿ ਕਮਿਊਨਲਾਈਜੇਸ਼ਨ, ਇਹ ਧਰਮ ਦੇ ਨਾਂ ਤੇ ਵੰਡਾਂ ਪੈ ਗਈਆਂ ਸੀ ਮੁਲਕਾਂ ਦੀਆਂ, ਤੇ ਉਹਦੇ ਵਿੱਚ ਸਾਡੇ ਜਿਹੜੇ ਪੰਜਾਬ ਦਾ ਇਤਿਹਾਸ ਪੜ੍ਹਦੇ ਰਹੇ ਆ, ਉਹ ਗੁਰੂਆਂ ਤੋਂ ਸ਼ੁਰੂ ਹੁੰਦਾ ਸੀਗਾ ਤੇ ਦੂਸਰਿਆਂ ਦੀ ਗੱਲ ਵੀ ਨਹੀਂ ਸੀ ਹੁੰਦੀ। ਤੇ ਬਾਅਦ ਵਿੱਚ ਅੱਖਾਂ ਖੁੱਲਦੀਆਂ ਰਹੀਆਂ ਕਿ ਇਹ ਤੇ ਅਟਪਟੀ ਜੀ ਗੱਲ ਹੈ ਕਿ ਜੇ 57% ਮੁਸਲਮਾਨ ਸਨ ਤੇ ਉਹਨਾਂ ਨੂੰ ਕਿਵੇਂ ਸਮਝਿਆ ਜਾਵੇ। ਜੇ ਦੂਸਰੇ ਵੱਡੀ ਤਾਦਾਦ ਵਿੱਚ ਹਿੰਦੂ ਵੀ ਸਨ, ਉਹਨਾਂ ਨੂੰ ਆਪਾਂ ਤੇ ਸਿਰਫ ਸਿੱਖੀ ਦੇ ਆਲੇ ਦੁਆਲੇ ਪੰਜਾਬ ਦਾ ਇਤਿਹਾਸ ਜਿਹੜੇ ਸਮਝਦੇ ਰਹੇ, ਘੁਮਾਉਂਦੇ ਰਹੇ। ਤੇ ਇਹ ਗੱਲਾਂ ਕੁਝ ਧਿਆਨ ਦੇਣ ਯੋਗ ਨੇ। ਲੇਕਿਨ ਗੁਰੂਆਂ ਦੀ ਜਿਹੜੀ ਪੈੜ ਪਾਈ ਆ ਉਹ ਏਡੀ ਇਨਕਲਾਬੀ ਆ ਕਿ ਜੇ ਆਪਾਂ ਬੁੱਧ ਵਿਚਾਰਾਂ ਤੋਂ ਬਾਅਦ ਕੋਈ ਵੱਡੇ ਪੈਮਾਨੇ 'ਚ, ਜਿਹਨੂੰ ਆਪਾਂ ਕਹਿ ਸਕਦੇ ਕਿ ਆਜ਼ਾਦੀ, ਲਿਬਰੇਸ਼ਨ ਦੀ ਗੱਲ, ਐਮੈਂਸੀਪੇਸ਼ਨ ਦੀ ਗੱਲ ਲੋਕਾਈ ਦੇ ਲੈਵਲ ਤੇ ਹੋਈ ਹੈ, ਤੇ ਉਹ ਗੁਰੂਆਂ ਦੇ ਨਾਲ ਹੁੰਦੀ ਹੈ। ਉਹ ਸਾਰੇ ਹੀ ਜਿੰਨੇ ਸਾਡੇ ਭਗਤ ਨੇ, ਸੂਫੀ ਨੇ, ਕਰਦੇ ਰਹੇ ਨੇ। ਤੇ ਬੜੀ ਵੱਡੀ ਗੱਲ ਹੈ ਕਿ ਜਦੋਂ ਗੁਰੂਆਂ ਦੀ ਗੁਰਮਤ ਜਿਹੜੀ ਆ ਉਹਦਾ ਇੱਕ ਦਰਸ਼ਨ, ਇੱਕ ਕਿਤਾਬ ਦੇ ਵਿੱਚ, ਇੱਕ ਪੋਥੀ ਦੇ ਵਿੱਚ ਬੰਨਿਆ ਜਾਂਦਾ, ਜਿਹਨੂੰ ਆਪਾਂ ਆਦਿ ਗ੍ਰੰਥ ਕਹਿੰਦੇ ਆ। ਇਹ 5ਵੀਂ ਪਾਤਸ਼ਾਹੀ 1604 ਦੇ ਵਿੱਚ ਬੰਨ੍ਹਦੇ ਨੇ ਇਹਨੂੰ। ਤੇ ਉਹਦੇ ਵਿੱਚ ਇਹ ਵਿਲੱਖਣਤਾ ਹੈਗੀ ਹੈ ਕਿ ਪੂਰੀ ਦੁਨੀਆ ਵਿੱਚ ਇਹੋ ਜਿਹਾ ਕੋਈ ਧਰਮ ਨਹੀਂ ਹੈ ਜਿਹਦੇ ਵਿੱਚ ਐਡੀ ਤਾਦਾਦ ਵਿੱਚ ਵੱਖ-ਵੱਖ ਪਿਛੋਕੜ ਦੇ ਲੋਕ ਆਉਂਦੇ ਹੋਏ, ਧਰਮਾਂ ਨੂੰ ਮੰਨਦੇ ਹੋਏ, ਉਹ ਇੱਕੋ ਕਿਤਾਬ ਦਾ, ਉਹ ਧਾਰਮਿਕ ਗ੍ਰੰਥ ਦਾ ਹਿੱਸਾ ਬਣਨ। ਇਹ ਵੱਡੀ ਗੱਲ ਸੀ। ਇਸ ਕਰਕੇ ਮੈਂ ਕਹਿੰਦਾ ਕਿ ਜਿਹੜਾ ਗੁਰੂ ਨਾਨਕ ਦਾ ਇਨਕਲਾਬ ਤੋਰਿਆ ਹੋਇਆ ਹੈ, ਉਹ ਤਾਂ ਬਹੁਤ ਹੀ ਵੱਡੇ, ਉਹਦੇ ਤੋਂ ਵੱਡਾ ਮੈਨੂੰ ਕੋਈ ਕਵੀ ਨਜ਼ਰ ਨਹੀਂ ਆਉਂਦਾ। ਮੈਂ ਤਾਂ ਕੌਣ ਕਹਿਣ ਵਾਲਾ ਹੋਣਾ, ਜਿਨ੍ਹਾਂ ਨੂੰ ਕਵਿਤਾ ਦੀ, ਸਾਹਿਤ ਦੀ ਸਮਝ ਹੈ, ਉਹ ਕਹਿੰਦੇ ਨੇ ਕਿ ਉਹ ਸਿਰਫ ਬ੍ਰਹਮ ਗਿਆਨੀ ਹੀ ਨਹੀਂ ਸੀਗਾ, ਅੱਖਾਂ ਹੀ ਨਹੀਂ ਸੀ ਖੋਲੀਆਂ ਹੋਈਆਂ, ਲੇਕਿਨ ਉਹਦੇ ਵਿੱਚੋਂ ਚਿੰਤਨ ਜਿਹੜਾ ਉਹ ਕਮਾਲ ਦਾ ਸੀ, ਜਿਹਦੀ ਕਹਿੰਦੇ ਨੇ ਅਭਿਵਿਅਕਤੀ ਜਿਹੜੀ ਹੈ ਉਹ ਕਵਿਤਾ ਦੇ ਰੂਪ ਵਿੱਚ ਹੁੰਦੀ ਹੈ। ਬਹੁਤ ਵੱਡਾ ਦਰਸ਼ਨ ਹੈ। ਤੇ ਉਹਦੀ ਗੱਲ ਜਿੰਨੀ ਵੀ ਸਾਡੀ ਵਾਪਣਵਾਦੀ ਸੋਚ ਹੈ ਜਾਂ ਜੀਵਨ ਧਾਰਾ ਵਾ, ਉਹਦੇ ਵਿੱਚ ਐਥੀਕਲ ਵੈਲਿਊਜ਼ ਦਾ, ਮੋਰਲ ਵੈਲਿਊਜ਼, ਜਿਹੜੀਆਂ ਕਦਰਾਂ ਕੀਮਤਾਂ ਨੇ ਨਾ, ਉਹਨਾਂ ਦੀ ਥਾਂ ਨਹੀਂ ਹੁੰਦੀ। ਤੇ ਇਹ ਇਸਲਾਮ ਦੇ ਨਾਲ ਵੀ ਹੈ, ਜੁੜਿਆ ਹੋਇਆ ਸੀ ਕਿ ਕਦਰਾਂ ਕੀਮਤਾਂ ਤੇ ਟਿਕੇ ਹੋਏ ਸਨ। ਔਰ ਫਿਰ ਪਹਿਲਾਂ ਉਹਦੇ ਤੋਂ ਬੁੱਧ ਵਿਚਾਰਾਂ ਨੂੰ ਜਿਹੜੇ ਅਨੁਯਾਈ ਸਨ, ਉਹ ਵੀ ਕਦਰਾਂ ਕੀਮਤਾਂ ਤੇ ਟਿਕੇ ਹੋਏ ਸਨ। ਲੇਕਿਨ ਉਹਦੇ ਤੋਂ ਬਾਅਦ ਵੱਡੇ ਪੈਮਾਨੇ ਤੇ ਕਦਰਾਂ ਕੀਮਤਾਂ ਤੇ ਖੜੀ ਹੋਣ ਵਾਲੀ ਸੋਚ ਹੈ ਜਾਂ ਸਮਾਜ ਹੈ, ਉਹ ਗੁਰੂਆਂ ਦੇ ਨਾਲ ਵੱਜਦਾ। ਉਹ ਮੋਰਲ ਤੇ ਐਥੀਕਲ ਲਿਵਿੰਗ ਦੀ ਗੱਲ ਕਰਦੇ ਨੇ। ਕਿੰਨੀਆਂ ਵੱਡੀਆਂ ਗੱਲਾਂ ਨੇ ਕਿ ਜਿਹੜੀ ਕਿਰਤ ਨੂੰ ਮਾੜਾ ਸਮਝਿਆ ਜਾਂਦਾ ਸੀ, ਹਾਲਾਂਕਿ ਸਾਰੇ ਗੁਰੂ ਖੱਤਰੀਆਂ ਵਿੱਚੋਂ ਆਉਂਦੇ ਨੇ, ਖੱਤਰੀ ਪਰਿਵਾਰਾਂ ਵਿੱਚੋਂ, ਜਿਨ੍ਹਾਂ ਦਾ ਸੰਬੰਧ ਖੇਤੀਬਾੜੀ ਨਾਲ ਉਸ ਤਰੀਕੇ ਨਾਲ ਸਿੱਧਾ ਨਹੀਂ ਸੀਗਾ। ਉਹਨਾਂ ਦਾ ਕੰਮ ਹੱਟੀਆਂ ਚਲਾਉਣਾ, ਵਪਾਰ ਚਲਾਉਣਾ ਜਾਂ ਯੁੱਧ ਵੀ ਕਰਨੇ ਥੋੜ੍ਹੀ ਬਹੁਤ ਲੈਵਲ ਤੇ ਹੋ ਸਕਦੇ ਨੇ। ਲੇਕਿਨ ਗੁਰੂ ਨਾਨਕ ਨੇ ਪੈੜ ਇਹੋ ਜਿਹੀ ਪਾਈ ਕਿ ਜਦੋਂ ਕਰਤਾਰਪੁਰ ਸਾਹਿਬ ਵਾਸਾ ਕਰਦੇ ਨੇ ਆਪਣੀਆਂ ਉਦਾਸੀਆਂ ਤੋਂ ਬਾਅਦ, ਤੇ ਉੱਥੇ ਖੇਤੀ ਵੀ ਕਰਨੀ ਸ਼ੁਰੂ ਕੀਤੀ ਤੇ ਨਾਰਾ ਵੀ ਲਾਇਆ ਕਿ ਜੇ ਦੇਖੋ, ਕਿਰਤ ਕਰੋ ਤੇ ਵੰਡ ਕੇ ਛਕੋ, ਨਾਮ ਵੀ ਜਪੋ, ਉਹ ਵੀ ਗੱਲ ਹੈ, ਲੇਕਿਨ ਕਿਰਤ ਕਰੋ। ਤੇ ਕਿਰਤ ਨੂੰ ਜਿਹੜਾ ਬਹੁਤ ਮਹੱਤਤਾ ਦੇਣੀ, ਜਿਹੜੇ ਸੂਫੀ ਵੀ ਦਿੰਦੇ ਸਨ, ਪੀਰ ਵੀ ਦਿੰਦੇ ਸਨ, ਔਰ ਫਕੀਰ ਵੀ ਦਿੰਦੇ ਸਨ, ਜਾਂ ਫਿਰ ਆਪਣੇ ਸੰਤ ਸਨ ਜਾਂ ਭਗਤ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ ਵੀ ਵੱਡੇ ਪੈਮਾਨੇ ਤੇ ਆਰਟੀਜ਼ਨ ਕਮਿਊਨਿਟੀਜ਼ ਵਿੱਚੋਂ ਹੀ ਆਉਂਦੇ ਸਨ। ਤੇ ਇਸੇ ਕਰਕੇ ਕਿਰਤ ਦੀ ਜਿਹਨੂੰ ਪਹਿਲ ਦੇਣੀ ਆ, ਵੱਡੀ ਗੱਲ ਸੀ ਸਿੱਖ ਪਰੰਪਰਾ ਦੇ ਵਿੱਚ। ਤੇ ਫਿਰ ਸਾਰੀ ਜਿਹੜੀ ਪੰਗਤ ਵਿੱਚ ਬੈਠ ਕੇ ਖਾਣਾ, ਲੰਗਰ ਦੀ ਪਰੰਪਰਾ ਬਹੁਤ ਵੱਡੀ ਗੱਲ ਹੈ। ਸਰਬੱਤ ਦਾ ਭਲਾ ਮੰਗਣਾ ਵੱਡੀ ਗੱਲ,
ਵੈਸੇ ਤਾਂ ਗੱਲਾਂ ਬਹੁਤ ਨੇ ਆਪਾਂ, ਕਿਉਂਕਿ ਦੂਸਰੇ ਸਾਡੇ ਚਿੰਤਕਾਂ ਨੇ ਕੀਤੀਆਂ ਨੇ, ਮੇਰੇ ਤੋਂ ਵੱਧ ਸਿਆਣੇ ਇੱਥੇ ਸਾਡੇ ਦਰਸ਼ਨਾਂ ਵਾਸਤੇ ਆ ਚੁੱਕੇ ਨੇ। ਮੈਂ ਉਹਦੀਆਂ ਗੱਲਾਂ ਜ਼ਿਆਦਾ ਨਹੀਂ ਕਰਦਾ, ਲੇਕਿਨ ਮੈਂ ਕਹਾਂਗਾ ਕਿ ਜਿਹੜੇ ਦਰਵਾਜ਼ੇ ਵਿਦਿਆ ਵਾਸਤੇ ਪਹਿਲਾਂ ਬੰਦ ਸਨ, ਖਾਸ ਕਰਕੇ ਸ਼ੂਦਰਾਂ ਵਾਸਤੇ, ਵੈਸ਼ਿਆਂ ਵਾਸਤੇ, ਉਹ ਸਿੱਖ ਗੁਰੂਆਂ ਨੇ ਸਾਰਿਆਂ ਵਾਸਤੇ ਖੋਲ ਦਿੱਤੇ। ਬਹੁਤ ਵੱਡਾ ਇਨਕਲਾਬੀ ਗੱਲ ਸੀ। ਤੇ ਜਿਹੜੀ ਊਚ ਨੀਚ ਦੀ ਭਿੱਟ ਦੀ ਗੱਲ ਹੈ, ਉਹ ਬਿਮਾਰੀ ਜਿਹੜਾ ਵੀ ਸਿੱਖ ਹੋ ਜਾਂਦਾ ਸੀ ਉਹਦੇ ਗਲੋਂ ਲੱਥ ਜਾਂਦੀ ਸੀ। 5 ਨਾਸ਼ਾਂ ਦੀ ਵੀ ਗੱਲ ਆਉਂਦੀ ਹੈ। ਤੇ ਗੱਲ ਇਹ ਪਹਿਲੀ ਪਾਤਸ਼ਾਹੀ ਤੋਂ ਲੈ ਕੇ 10ਵੀਂ ਪਾਤਸ਼ਾਹੀ ਤੱਕ ਇਹ ਇਨਕਲਾਬੀ ਸਫ਼ਰ ਕਮਾਲ ਦਾ ਜਿਹੜਾ ਉਹ ਪਿਨਕਲ ਤੇ ਜਾਂਦਾ ਹੈ ਗੁਰੂ ਗੋਬਿੰਦ ਸਾਹਿਬ ਦੇ ਨਾਲ। ਜਿਹੜੇ ਜਦੋਂ ਇਹਦੀ ਰਚਨਾ ਕਰਦੇ ਨੇ, ਆਪਣੀ ਖਾਲਸਾ ਦੀ ਰਚਨਾ ਕਰਦੇ ਨੇ, ਤੇ ਉਹ ਇਸ ਕਰਕੇ ਵੀ ਕਰਦੇ ਨੇ ਕਿ ਨਵਾਂ ਮਨੁੱਖ ਜਿਹੜਾ ਬਣਾਉਣਾ ਹੈ, ਜਿਹੜੀ ਪੈੜ ਪਹਿਲਿਆਂ ਗੁਰੂਆਂ ਨੇ ਪਾਈ ਸੀ, ਤੇ ਉਹਦੇ ਨਵਾਂ ਰੂਪ ਕੀ ਹੋਊਗਾ, ਉਹਦੀ ਸੋਚ ਕੀ ਹੋਊਗੀ, ਇਹ ਵੱਡੀ ਗੱਲ ਸੀ। ਕਿਉਂਕਿ 10ਵੀਂ ਪਾਤਸ਼ਾਹੀ ਦਾ ਸੀਸ ਜਿਹੜਾ ਲੈ ਕੇ ਆਉਂਦਾ ਇਹਨਾਂ ਵਿਖੜ ਸਮਿਆਂ ਵਿੱਚ, ਪੈਂਡਿਆਂ ਵਿੱਚ, ਨਵੀਂ ਦਿੱਲੀ ਤੋਂ, ਨਵੀਂ ਦਿੱਲੀ ਕਹਿ ਰਹੇ, ਦਿੱਲੀ ਤੋਂ ਇੱਥੋਂ ਤੱਕ ਕੀਰਤਪੁਰ ਤੱਕ ਲਿਆਉਣਾ, ਉਹ ਭਾਈ ਜੈਤਾ ਸੀ, ਜਿਹੜਾ ਕਿ ਇਸ ਪਰਿਵਾਰ ਦਾ ਸਿੱਖੀ ਨਾਲ 4 ਪੀੜ੍ਹੀਆਂ ਤੋਂ ਰਿਸ਼ਤਾ ਚੱਲਿਆ ਆਉਂਦਾ ਸੀ। ਇਹ ਜਾਤ ਦੇ ਮਜ਼੍ਹਬੀ ਸਨ, ਰੰਗਰੇਟੇ ਕਹਿਲਾਉਂਦੇ ਸਨ। ਤੇ ਉਹ ਵੱਡੀ ਗੱਲ ਹੈ ਕਿ ਉਹਨੂੰ ਸੀਨੇ ਨਾਲ ਵੀ ਲਾਉਂਦੇ ਨੇ, ਰੰਗਰੇਟੇ ਗੁਰੂ ਕੇ ਬੇਟੇ ਦਾ ਇੱਕ ਤਰੀਕੇ ਨਾਲ ਸਵਾਬ ਵੀ ਦਿੰਦੇ ਨੇ। ਤੇ ਗੱਲ ਹੈ ਕਿ ਇਹ ਜਿਹੜੇ ਜਦੋਂ ਖਾਲਸਾ ਰਚਿਆ ਗਿਆ ਤੇ ਇਹਨਾਂ ਜਾਤਾਂ ਦੇ ਵਿੱਚ ਜਿਹੜੀ ਕਾਣੀ ਵੰਡ ਸੀ ਉਹਨਾਂ ਨੇ ਵਿਖਾ ਦਿੱਤੀ ਕਰਕੇ ਕਿ ਜਿਹੜੇ 5 ਪਿਆਰੇ ਪਹਿਲੇ ਬਣਦੇ ਨੇ ਉਹ ਵੱਖ-ਵੱਖ ਜਾਤਾਂ ਤੋਂ ਆਉਂਦੇ ਨੇ ਜਾਂ ਛੋਟੀਆਂ ਜਾਤਾਂ ਵਿੱਚ ਆਉਂਦੇ। ਇੱਕੋ ਇੱਕ ਜਿਹੜਾ ਖੱਤਰੀ ਹੈ ਤੇ ਉਹ ਇੱਕੋ ਪਿਆਲੇ ਵਿੱਚ, ਇੱਕੋ ਹੀ ਬਾਟੇ ਵਿੱਚ ਉਹਨਾਂ ਦਾ ਅੰਮ੍ਰਿਤ ਪਾਨ ਹੁੰਦਾ। ਤੇ ਫਿਰ ਗੁਰੂ ਕਹਿੰਦੇ ਕਿ ਇਹ ਤੇ ਜਾਤ ਪਾਤ ਮਿਟ ਗਈ, ਤੁਸੀਂ ਆਪਣੀ ਜਿਹੜੀ ਇਹ ਕਹਿੰਦੇ ਨੇ ਝੂਠ ਵੀ ਆਪਣੀ ਖਤਮ ਕਰ ਦਿੱਤੀ, ਕਿਉਂਕਿ ਇੱਕ ਹੋ ਗਏ ਜੇ। ਲੇਕਿਨ ਕਹਿੰਦੇ ਆ ਕਿ ਹੁਣ ਤੁਸੀਂ ਮੈਨੂੰ ਵੀ ਅੰਮ੍ਰਿਤ ਛਕਾਓ, ਤੇ ਉਸੇ ਬਾਟੇ ਵਿੱਚ ਆਪ ਵੀ ਅੰਮ੍ਰਿਤ ਛਕਦੇ ਨੇ। ਤੇ ਜਿਹੜੀ ਇੱਕ ਵੰਡ ਹੁੰਦੀ ਹੈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਗੁਰੂ ਤੇ ਚੇਲੇ ਵਾਲੀ ਵੀ, ਉਹ ਵੀ ਖਤਮ ਕਰ ਦਿੱਤੀ। ਗੁਰੂ ਚੇਲੇ ਦਾ ਜਿਹੜਾ ਪਰੰਪਰਾ ਚੱਲੀ ਆਉਂਦੀ ਸੀ, ਇੱਕ ਅਸਾਵੀਂ ਵੰਡ ਸੀਗੀ, ਉਹਨੂੰ ਵੀ ਖਤਮ ਕਰ ਦਿੱਤੀ। ਬਹੁਤ ਵੱਡਾ ਇਨਕਲਾਬੀ ਇਹ ਕਦਮ ਹੈ ਪੂਰੇ ਭਾਰਤ ਦੇ ਇਤਿਹਾਸ ਵਿੱਚ। ਤੇ ਉਹਦਾ ਹੀ ਆਪਾਂ ਜ਼ਿਕਰ ਕਰਾਂਗੇ ਅੱਗੇ ਕਿ ਉਹ ਪਿਰਤ ਜਿਹੜੀ ਪਾਈ ਸੀ। ਦੇਖੋ ਇਹਨਾਂ ਨੇ ਸਾਰਿਆਂ ਨੂੰ ਸਿੰਘ ਦਾ ਦਰਜਾ ਦੇ ਦਿੱਤਾ। ਸਿੰਘ ਦਾ ਦਰਜਾ ਮਤਲਬ ਸਿਰਫ ਲੜਾਕੇ ਠਾਕੁਰ ਰਾਜਪੂਤ ਹੀ ਲਾ ਸਕਦੇ ਸਨ ਆਪਣੇ ਨਾਂ ਨਾਲ ਸਿੰਘ। ਤੇ ਜੇ ਉਹਨਾਂ ਨੇ ਇਹ ਦਰਜਾ ਸਾਰਿਆਂ ਨੂੰ ਦੇ ਦਿੱਤਾ ਤੇ ਪਹਾੜੀ ਰਾਜੇ ਜਿਹੜੇ ਰਾਜਪੂਤ ਸਨ ਉਹ ਬਹੁਤ ਹੀ ਇਹਨਾਂ ਤੋਂ ਨਫ਼ਰਤ ਕਰਦੇ ਸਨ, ਸਿੱਖ ਗੁਰੂਆਂ ਤੋਂ। ਤੇ ਜਿੰਨੀਆਂ ਵੀ ਚੜ੍ਹਾਈਆਂ ਕੀਤੀਆਂ ਨੇ ਗੁਰੂ ਗੋਬਿੰਦ ਸਾਹਿਬ ਤੇ ਜਾਂ ਸਿੱਖਾਂ ਤੇ, ਉਹ ਇਹਨਾਂ ਨੇ ਰਾਜਪੂਤਾਂ ਨੇ ਕੀਤੀਆਂ ਨੇ। ਤੇ 13 ਚੜ੍ਹਾਈਆਂ ਇਹਨਾਂ ਨੇ ਕੀਤੀਆਂ ਨੇ। 2 ਹੀ ਸਿਰਫ ਆਖਰੀ ਜਿਹੜੀਆਂ ਚੜ੍ਹਾਈਆਂ ਨੇ ਉਹ ਮੁਗਲ ਸਰਕਾਰ ਦੀਆਂ, ਉਹ ਵੀ ਉਹਨਾਂ ਦੇ ਕਹਿਣ ਤੇ, ਜਿਹੜੀ ਅਨੰਦਪੁਰ ਸਾਹਿਬ ਦੀ ਹੈ ਤੇ ਚਮਕੌਰ ਦੀ ਹੈ। ਤੇ ਇਹ ਸਾਰਾ ਜਿਹਾਦ ਜਿਹੜਾ ਹੈ ਉਹ ਵੰਸ਼ਵਾਦ, ਊਚ ਨੀਚ, ਇਹ ਕਾਣੀ ਵੰਡ ਦੇ ਖਿਲਾਫ ਸੀਗਾ। ਔਰ ਇਹ ਕਰਕੇ ਦਿਖਾਇਆ ਉਹਨਾਂ ਨੇ ਕਿ ਮੋਢੇ ਨਾਲ ਮੋਢਾ ਜੋੜ ਕੇ ਇੱਕੋ ਥਾਂ ਬਹਿ ਕੇ ਉਹ ਵੱਡੀ ਸਮਾਜ ਦੀ ਆਜ਼ਾਦੀ ਦੀ ਗੱਲ ਕਰ ਦਿੱਤੀ ਗੁਰੂਆਂ ਨੇ। ਉਹਦਾ ਇੱਕ ਇਮੀਡੀਏਟ ਨਤੀਜਾ ਇਹ ਨਿਕਲਦਾ ਕਿ 200 ਸਾਲ ਦੀ ਇਹ ਜਿਹੜੀ ਸੋਚ ਪਾਈ ਸੀ ਸਿੱਖਾਂ ਦੇ ਵਿੱਚ, ਤੇ ਉਹਨਾਂ ਦੇ ਚਲਾਣਾ ਕਰਨ ਤੋਂ ਤੁਰੰਤ ਬਾਅਦ ਇੱਥੇ ਵੱਡਾ ਇੱਕ ਇਨਕਲਾਬੀ ਲਹਿਰ, ਜਿਹਨੂੰ ਡੈਮੋਕ੍ਰੈਟਿਕ ਰੈਵੋਲੂਸ਼ਨ ਕਹਿ ਸਕਦੇ ਹਾਂ, ਦੁਨੀਆ ਦੇ ਵਿੱਚ ਉਹ ਪਹਿਲਾ ਰੈਵੋਲੂਸ਼ਨ ਹੈ ਬੰਦਾ ਸਿੰਘ ਬਹਾਦਰ ਦਾ, ਜਿਹੜਾ 6 ਸਾਲ ਹੈ, ਥੋੜ੍ਹਾ ਚਿਰ ਵਾ। ਲੇਕਿਨ ਕਮਾਲ ਦੀ ਗੱਲ ਹੈ ਕਿ ਫਾਰਸੀ ਦੇ ਸਰੋਤ ਉਸ ਵੇਲੇ ਕਹਿੰਦੇ ਨੇ ਕਿ ਵੇਖੋ ਇਹਨਾਂ ਨੇ ਇਹੋ ਜਿਹੇ ਕਿਰਤ ਚਲਾ ਦਿੱਤੀ ਹੈ ਕਿ ਜਿਹੜੇ ਪਿੰਡਾਂ ਵਿੱਚੋਂ ਭੰਗੀ ਨੇ, ਚੂੜੇ ਚਮਾਰ ਨੇ, ਉਹਨਾਂ ਨੂੰ ਪਿੰਡਾਂ ਦੀਆਂ ਸਰਦਾਰੀਆਂ ਦੇ ਦਿੱਤੀਆਂ ਨੇ। ਤੇ ਇਹ ਜਿਹੜੀ ਗੱਲ ਇਨਹੀ ਕੋ ਸਰਦਾਰ ਬਣਾਉ,
ਗੁਰੂ ਸਾਹਿਬ ਕਹਿੰਦੇ ਸਨ ਉਹ ਸਰਦਾਰੀਆਂ ਤੇ ਉਸੇ ਵੇਲੇ ਬਣ ਗਈਆਂ। ਉਹ ਗੱਲ ਵੱਖਰੀ ਹੈ ਕਿ ਅੱਗੇ ਇੱਕ ਫਿਰ ਤੋਂ ਕਾਊਂਟਰ ਰੈਵੋਲੂਸ਼ਨ ਹੁੰਦਾ ਤੇ ਉਹਨਾਂ ਨੂੰ ਸਾਰਿਆਂ ਨੂੰ ਕਤਲ ਵੀ ਕਰ ਦਿੱਤਾ ਜਾਂਦਾ, ਦਿੱਲੀ ਲਿਜਾਇਆ ਜਾਂਦਾ। ਬਾਅਦ ਵਿੱਚ 1744 ਦੇ ਲਾਗੇ ਛਾਗੇ ਮੁੜ ਦਲ ਵੱਜਦੇ ਨੇ। ਤੇ ਕਮਾਲ ਦੀ ਗੱਲ ਇਹ ਕਿ ਸਾਡੇ ਇਤਿਹਾਸ ਵਿੱਚੋਂ ਕਈ ਵਾਰੀ ਮਨਫੀ ਕੀਤਾ ਜਾਂਦਾ ਹੈ ਕਿ ਇੱਕ ਦਲ ਜਿਹੜਾ ਉਹ ਪਿਓਰ ਇੱਕ ਰੰਗਰੇਟਿਆਂ ਦਾ ਜਾਂ ਜਿਹਨਾਂ ਨੂੰ ਪੁਰਾਣੇ ਉਹਦੇ ਵਿੱਚ ਕਿਹਾ ਜਾਂਦਾ ਕਿ ਚੂੜੇ ਚਮਾਰਾਂ ਦਾ ਸੀਗਾ, ਉਹ ਵੀਰ ਸਿੰਘ ਰੰਗਰੇਟੇ ਦਾ ਦਲ ਸੀਗਾ ਜਿਹਦੀ ਜ਼ਿੰਮੇਵਾਰੀ ਇਹ ਲਾਈ ਸੀ ਕਿਉਂਕਿ ਅਬਦਾਲੀ ਦੇ ਹਮਲੇ ਸ਼ੁਰੂ ਹੋ ਚੁੱਕੇ ਸਨ ਕਿ ਤੂੰ ਉਹ ਪੱਛਮ ਦਾ ਇਲਾਕਾ ਜਿਹੜਾ ਦਰਿਆਂ ਦਾ ਉਹਨੂੰ ਉੱਥੇ ਠੱਲ ਪਾਉਣੀ ਹੈ। ਤੇ ਉਹਨੂੰ ਬੜੀ ਚਲਾਕੀ ਨਾਲ 1762 ਜਾਂ 63 ਦੀ ਗੱਲ ਹੈ ਕਿ ਆਲਾ ਸਿੰਘ ਆਪਣੇ ਵੱਡੇ ਸਰਦਾਰਾਂ ਵਿੱਚੋਂ ਗਿਣੇ ਜਾਂਦੇ ਨੇ। ਪਟਿਆਲੇ ਵਾਲੇ ਰਾਜ ਘਰਾਣਾ ਤੇ ਰਣਜੀਤ ਸਿੰਘ ਦਾ ਦਾਦਾ ਵੀ ਜਿਹੜਾ ਉਹ ਦੋਵੇਂ ਉਹਨੂੰ ਚਲਾਕੀ ਨਾਲ ਬੁਲਾਉਂਦੇ ਨੇ, ਇੱਥੇ ਕਤਲੇਆਮ ਵੀ ਕਰਦੇ ਨੇ। ਇਹ ਦਰਬਾਰ ਸਾਹਿਬ ਦੇ ਵਿੱਚ ਹੀ ਇਹ ਸਾਰਾ ਕੁਝ ਹੁੰਦਾ ਤੇ ਕਈ ਵਾਰ ਉਹ ਕਹਿੰਦੇ ਨੇ ਕਿ ਜੇ ਐਡਾ ਵੱਡਾ ਇਨਕਲਾਬੀ ਗੱਲਾਂ ਜਿਹੜੀਆਂ ਹੋ ਗਈਆਂ ਸੀਗੀਆਂ। ਕਮਾਲ ਦੀ ਗੱਲ ਹੈ, ਤੁਹਾਨੂੰ ਮੈਂ ਇਨਕਲਾਬ ਦੀ ਇਸ ਕਰਕੇ ਗੱਲ ਕੀਤੀ ਸੀ ਕਿ ਵਿੱਦਿਆ ਦੇ ਜਦੋਂ ਰਾਹ ਖੋਲੇ ਨੇ ਤੇ ਉਹ ਸਾਰਿਆਂ ਵਾਸਤੇ ਖੁੱਲ ਗਏ ਸੀ। ਹੁਣ ਵੀ ਕਿ ਜਿਨ੍ਹਾਂ ਨਾਲ ਪਹਿਲਾਂ ਭਿੱਟ ਲੱਗਦੀ ਸੀ, ਜਿਨ੍ਹਾਂ ਨੂੰ ਹਾਸ਼ੀਆਗਤ ਲੋਕ ਕਿਹਾ ਜਾਂਦਾ ਸੀ, ਜਦੋਂ ਗੁਰੂ ਗ੍ਰੰਥ ਸਾਹਿਬ ਦੀਆਂ ਤਾਂ ਬੀੜਾਂ ਵੀ ਵੱਜਦੀਆਂ ਨੇ, ਲਿਖਾਰੀ ਵੀ ਹੁੰਦੇ ਸਨ। ਜ਼ਿਆਦਾਤਰ ਬੀੜਾਂ ਤੇ ਲਿਖਾਰੀ ਆਪਣੇ ਨਾਂ ਨਹੀਂ ਸਨ ਲਿਖਦੇ, ਫਿਰ ਵੀ ਕੁਝ ਬੀੜਾਂ ਇਹੋ ਜਿਹੀਆਂ ਸਨ ਜਿਨ੍ਹਾਂ ਤੇ ਪਿਛਲੇ ਵਰਕਿਆਂ ਵਿੱਚ ਆਪਣਾ ਨਾਂ ਤੇ ਸੰਨ ਵੀ ਪਾ ਦਿੰਦੇ ਸਨ। ਤੇ GB ਸਿੰਘ ਦੀ ਮੈਂ ਪੁਰਾਣੀਆਂ ਬੀੜਾਂ ਤੇ ਰਚਨਾ ਪੜ੍ਹ ਰਿਹਾ ਸਾਂ ਤੇ ਉਹ ਕਹਿੰਦੇ ਨੇ ਕਿ 1734 ਦੀ ਇੱਕ ਬੀੜ ਸੀ ਜਿਹਦਾ ਲਿਖਾਰੀ ਸੀਗਾ ਕਿਹਰ ਸਿੰਘ ਰਵਿਦਾਸੀਆ। ਤੇ ਕਮਾਲ ਦਾ ਮੈਨੂੰ ਇਹ ਲੱਗਾ ਕਿ ਵੇਖੋ ਕਿਹਰ ਸਿੰਘ ਉਹ ਰਵਿਦਾਸੀਆ ਮਤਲਬ ਚਮਾਰਾਂ ਵਿੱਚੋਂ ਆ ਰਿਹਾ, ਉਹਦਾ ਨਾਮ ਵੀ ਸਿੰਘ ਵੀ ਲੱਗਾ ਹੋਇਆ, ਰਵਿਦਾਸੀਆ ਪਛਾਣ ਵੀ ਬੜੀ ਹੈ, ਸਿੱਖ ਵੀ ਹੈ। ਤੇ ਇਹ ਕਮਾਲ ਦੀ ਗੱਲ ਹੈ ਕਿ ਜਿਹੜੇ ਗੁਰੂਆਂ ਨੇ ਗੱਲ ਕੀਤੀ ਸੀ ਕਿ ਉਹ ਵਿਤਕਰਾ ਕਿਸੇ ਵਿੱਚ ਵੀ ਨਹੀਂ ਸੀ ਕਰਦੇ। ਬਾਬੇ ਨਾਨਕ ਦਾ ਜਿਹੜਾ ਅੰਗੀ ਸੰਗੀ ਆ ਉਹਨੂੰ ਬਾਬੇ ਨਾਨਕ ਨੂੰ ਆਪਾਂ ਕਿਆਸ ਹੀ ਨਹੀਂ ਸਕਦੇ ਭਾਈ ਮਰਦਾਨੇ ਤੋਂ। ਉਹ ਜਿਸ ਤਰੀਕੇ ਦਾ ਉਹਨਾਂ ਦਾ ਮੇਲ ਮਿਲਾਪ ਆ ਤੇ ਬਾਬੇ ਨੇ ਕਦੀ ਨਹੀਂ ਕਿਹਾ ਕਿ ਤੂੰ ਆਪਣਾ ਜਿਹੜਾ ਅਕੀਦਾ ਵਾ ਉਹ ਛੱਡ ਦੇ। ਇਸੇ ਤਰੀਕੇ ਨਾਲ ਬਹੁਤ ਸਾਰੇ ਮੁਸਲਮਾਨ ਵੀ ਜਿਹੜੇ ਨੇ ਉਹ ਸਿੱਖੀ ਦੇ ਨਾਲ ਜੁੜੇ ਹੁੰਦੇ ਸੀਗੇ ਜਾਂ ਮਦਦ ਕਰਦੇ ਸੀ। ਤੇ ਇਹ ਜਿਹੜੀ ਗੁਰੂਆਂ ਨੇ ਗੱਲ ਕਹੀ ਸੀ ਕਿ ਮਾਨਸ ਕੀ ਜਾਤ ਪਹਿਚਾਨ ਇੱਕ ਹੀ ਪਹਿਚਾਨ ਹੋ, ਉਹ ਕੋਈ ਮਾਮੂਲੀ ਗੱਲ ਨਹੀਂ ਸੀਗੀ। ਇਹ ਸਾਰੀਆਂ ਕਹਾਣੀਆਂ ਵੰਡਾਂ ਤੋਂ ਸਿਰਫ ਭਾਰਤ ਦੇ ਖੇਤਰ ਵਿੱਚ ਉੱਠ ਕੇ ਨਹੀਂ, ਉਹ ਤਾਂ ਪੂਰੇ ਸੰਸਾਰ ਦੀ ਗੱਲ ਕਰ ਰਹੇ ਸੀ ਕਿ ਜਿੱਥੇ ਵੀ ਭਾਵੇਂ ਉਹ ਕਾਲੇ ਨੇ, ਗੋਰੇ ਨੇ, ਪੀਲੇ ਨੇ, ਵੱਖ-ਵੱਖ ਰੰਗਾਂ ਦੇ ਨੇ, ਉਹ ਸਾਰੇ ਦੇ ਸਾਰੇ ਹੈ ਤੇ ਇੱਕੋ ਹੀ ਪਛਾਣ ਉਹਨਾਂ ਦੀ ਹੈ, ਮਾਨਸ ਦੀ ਹੈ ਤੇ ਉਹਨਾਂ ਵਿੱਚ ਵਿਤਕਰਾ ਕਰਨਾ ਹੀ। ਹਾਂਜੀ, ਇਹ ਆਪਾਂ ਗੱਲ ਵੀਰ ਸਿੰਘ ਰੰਗਰੇਟੇ ਦੀ ਕੀਤੀ ਹੈ ਤੇ ਨਾਲ ਇਹ ਵੀ ਫਿਰਤ ਜਿਹੜੀ ਪਈ ਹੈ ਕਿ ਇੱਕ ਤਰੀਕੇ ਦਾ ਸਿੱਖੀ ਦਾ ਬਾਹਮਣੀਕਰਨ ਵੀ ਹੋਣ ਲੱਗਾ। ਉਹ ਜਿਹੜਾ ਕੇਸਰ ਸਿੰਘ ਬੰਸਾਵਲੀ ਨਾਮਾ ਵਾਲਾ ਹੈ ਤੇ ਉਹਦਾ ਬੰਸਾਵਲੀ ਨਾਮਾ ਦੇ 1764 ਦੇ ਵਿੱਚ ਲਿਖਿਆ ਜਾਂਦਾ ਹੈ। ਬੜੀ ਵੱਡੀ ਇੱਕ ਉਦਾਹਰਣ ਹੈ ਕਿ ਉਹ ਕਿਵੇਂ ਸਿੱਖੀ ਨੂੰ ਉਸ ਤਰੀਕੇ ਨਾਲ ਵੇਖ ਰਿਹਾ, ਬਾਹਮਣੀ ਤਰੀਕੇ ਨਾਲ, ਹਾਲਾਂਕਿ ਉਹ ਬਹੁਤ ਹੀ ਉਲਟ ਗੱਲ ਹੋ ਗਈ। ਉਹ ਤਾਂ ਟੈਕਸਚੁਅਲ ਲੈਵਲ ਤੇ ਹੋਇਆ, ਲੇਕਿਨ ਜਦੋਂ ਮਿਸਲਾਂ ਵੱਜਦੀਆਂ ਨੇ ਤੇ ਫਿਰ ਤਾਂ ਘਰੋਂ ਘਰ ਸਰਕਾਰ ਹੁੰਦੀ ਹੈ ਤੇ ਉਹਦੇ ਵਿੱਚ ਸਰਕਾਰਾਂ ਤੇ ਫਿਰ ਵੇਖੋ ਭੰਗੀਆਂ ਦੀ ਵੱਜਦੀ ਹੈ ਜਿਹੜੀ ਸਭ ਤੋਂ ਵੱਡੀ ਸਰਕਾਰ ਸੀਗੀ। ਹੁਣ ਭੰਗੀਆਂ ਨੂੰ ਭੰਗ ਪੀਣ ਵਾਲੇ ਕਹਿ ਕੇ ਤੇ ਉਹ ਦੂਸਰਿਆਂ ਨੂੰ ਹਾਸ਼ੀਆਗਤ ਕਰ ਦਿੱਤਾ ਗਿਆ। ਇਹ ਸਾਨੂੰ ਦੁਬਾਰਾ ਇਤਿਹਾਸ ਨੂੰ ਵੇਖਣ ਦੀ ਲੋੜ ਹੈ ਕਿ ਇਹ ਭੰਗੀਆਂ ਦੇ ਮਿਸਲ ਅਸਲ ਵਿੱਚ ਜਿਹੜੇ ਚੂਹੇ ਚਮਾਰਾਂ ਜਾਂ ਛੋਟੀਆਂ ਜਾਤਾਂ ਦੇ ਸੀ ਉਹਦੇ ਵਿੱਚ ਦੂਸਰੇ ਲੋਕ ਵੀ ਮਿਲੇ ਹੋਣਗੇ, ਲੇਕਿਨ ਭੰਗੀਆਂ ਦਾ ਕਿਲ੍ਹਾ ਸੀ ਜਿਹੜਾ ਅੰਮ੍ਰਿਤਸਰ ਦੇ ਵਿੱਚ, ਉਹਦਾ ਨਾਮ ਵੀ ਗੋਬਿੰਦਗੜ੍ਹ ਵੀ ਪੈ ਗਿਆ। ਇਹ ਸਾਰੇ ਉਤਰਾ ਚੜ੍ਹਾਅ ਦੀ ਗੱਲ ਹੈ ਕਿ ਇਹ ਜਿਹੜੀਆਂ ਹਾਸ਼ੀਆਗਤ ਲੋਕ ਹੁੰਦੇ ਨੇ ਉਹ ਸੱਤਾ ਵਿੱਚ ਵੀ ਆਉਂਦੇ ਨੇ, ਪੈਰ ਵੀ ਪਸਾਰਦੇ ਨੇ, ਲੇਕਿਨ ਉਹਨਾਂ ਨੂੰ ਹਾਸ਼ੀਆਗਤ ਵੀ ਕਰ ਦਿੱਤਾ ਜਾਂਦਾ। ਇਹ ਸਿਲਸਿਲਾ ਲਗਾਤਾਰ ਚੱਲਦਾ ਰਹਿੰਦਾ ਹੈ। ਤੇ ਹਾਸ਼ੀਆਗਤ ਕੌਣ ਲੋਕ ਨੇ ਇਹ ਮੈਨੂੰ ਕੋਈ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈ। ਜਿਹੜੇ ਆਪਣੇ ਵਿੱਚ ਜਿਨ੍ਹਾਂ ਨੂੰ ਉਹ ਹਿੰਦੂ ਸਮਾਜ ਵਿੱਚ ਜ਼ਿਆਦਾਤਰ ਸ਼ੂਦਰ ਗਿਣਿਆ ਜਾਂਦਾ ਸੀ, ਉਹ ਤੇ 80-85% ਤਾਂ ਉਹੀ ਨੇ
बाकी वैश्वी ਜਿਹੜੇ ਨੇ ਉਹ 10% ਨੇ, ਬਾਕੀ 6% ਜਿਹੜੇ ਸੀ ਉਹ ਰਾਜਪੂਤ ਔਰ ਇਹ ਹੁੰਦੇ ਸੀਗੇ, ਤੇ 85% ਲੋਕ ਜਿਹੜੇ ਨੇ ਉਹ ਹਾਸ਼ੀਆਗਤ ਇੱਕ ਤਰੀਕੇ ਨਾਲ ਸਹੇ, ਲੇਕਿਨ ਹਾਸ਼ੀਆ ਤੋਂ ਬਾਹਰ ਕੱਢੇ ਹੋਏ ਜਿਨ੍ਹਾਂ ਦੀ ਵਰਣ ਵਿਵਸਥਾ ਵਿੱਚ ਵੀ ਵੰਡ ਸ਼ਾਮਲ ਨਹੀਂ ਸੀ ਹੁੰਦੇ, ਪਿੰਡਾਂ ਤੋਂ ਵੀ ਬਾਹਰ ਜਿਨ੍ਹਾਂ ਨੂੰ ਵਿਹੜੇ ਕਿਹਾ ਜਾਂਦਾ ਜਾਂ ਜਿਨ੍ਹਾਂ ਨੂੰ ਠੱਠੀਆਂ ਕਿਹਾ ਜਾਂਦਾ, ਉਹ ਡੁੱਬਦੇ ਸੂਰਜ ਵੱਲ ਨੂੰ ਡੁੱਬਦੇ ਵੱਲ ਉਹਨਾਂ ਦੇ ਵਸੇਬਾ ਹੁੰਦਾ ਸੀ, ਉਹਨਾਂ ਦੇ ਨਾਲ ਕੋਈ ਰਿਸ਼ਤਾ ਜ਼ਿਆਦਾ ਨਹੀਂ ਸੀ। ਭੇਟ ਇੰਨੀ ਕੁ ਵੱਧ ਗਈ ਸੀ, ਉਹ ਖਾਸ ਕਰਕੇ 19ਵੀਂ ਸਦੀ ਦੇ ਵਿੱਚ ਮੈਂ ਕਹਾਂਗਾ ਆਇਰੋਨਿਕਲੀ ਜਾਂ ਪੈਰਾਡੌਕਸਿਕਲੀ ਇਹ ਹੈ ਕਿ ਉਹ ਸਿੱਖੀ ਦੇ ਵਿੱਚ ਲੱਗੀ ਤੇ ਦੂਸਰਿਆਂ ਦੇ ਵਿੱਚ ਹੋਰ ਪੀੜ੍ਹੀ ਹੋ ਗਈ। ਇੰਨੀ ਪੀੜ੍ਹੀ ਜਾਤ ਪਾਤ ਤੇ ਖਾਸ ਕਰਕੇ ਅਨਟਚੇਬਿਲਿਟੀ ਜਾਂ ਹਾਸ਼ੀਆਕਰਨ ਜਿਹੜਾ ਉਹ ਇੰਨਾ ਮਜ਼ਬੂਤ ਪੰਜਾਬ ਵਿੱਚ ਨਹੀਂ ਰਿਹਾ, ਦੂਸਰਿਆਂ ਥਾਵਾਂ ਤੇ ਅਜੇ ਤੱਕ ਵੀ ਚੱਲਦਾ ਜਾਂਦਾ, ਲੇਕਿਨ ਇਹ 19ਵੀਂ ਸਦੀ ਦੇ ਵਿੱਚ ਇਹ ਜ਼ਿਆਦਾ ਲੱਗ ਜਾਂਦਾ। ਹੁਣ ਗੱਲ ਇਹ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਆਪਾਂ ਗੱਲ ਕੀਤੀ ਕਿ ਮਿਸਲਾਂ ਦੇ ਵੱਜਣ ਦੇ ਨਾਲ ਨਾਲ ਨਾ ਬਹੁਤ ਸਾਰੀਆਂ ਤਬਦੀਲੀਆਂ ਆਉਂਦੀਆਂ ਨੇ, ਕਿਉਂਕਿ ਸੱਤਾ ਵੱਲ ਨੂੰ ਪੈਰ ਵਧਣੇ ਹੁੰਦੇ ਆ ਤੇ ਸੱਤਾ ਨੇ ਦੂਸਰਿਆਂ ਤੇ, ਕੁਝ ਲੋਕਾਂ ਨੇ ਦੂਸਰਿਆਂ ਤੇ ਹਕੂਮਤ ਕਰਨੀ ਹੁੰਦੀ ਹੈ ਤੇ ਹਾਸ਼ੀਆਗਤ ਤੇ ਸਾਰੇ ਹੀ ਹੋ ਜਾਂਦੇ ਨੇ, ਲੇਕਿਨ ਫਿਰ ਵੀ ਉਹਨਾਂ ਦੇ ਨਾਲ ਸਾਂਝੇਦਾਰੀ ਵੀ ਹੁੰਦੀ ਹੈ। ਤੇ ਇਹ ਗੱਲ ਹੈ ਕਿ ਰਣਜੀਤ ਸਿੰਘ ਦੇ ਵੇਲੇ ਜੇ ਇਹਨਾਂ ਦਾ ਸਿੱਖੀ ਦਾ ਬਾਹਮਣੀਕਰਨ ਹੋ ਰਿਹਾ ਹੈ ਤੇ ਨਾਲ ਹੀ ਨਾਲ ਕਮਾਲ ਦੀ ਗੱਲ ਹੈ ਕਿ ਦਰਬਾਰ ਸਾਹਿਬ ਦਾ ਜਿਹੜਾ ਕੰਪਲੈਕਸ ਹੈ ਉਹਦੇ ਵਿੱਚ ਮਜ਼੍ਹਬੀ ਸਿੰਘਾਂ ਦਾ ਬੁੰਗਾ ਵੀ ਵੱਜ ਜਾਂਦਾ 1826 ਦੇ ਵਿੱਚ ਵੱਜਦਾ ਹੈ। ਔਰ ਇਹ ਕੋਈ ਮਾਮੂਲੀ ਗੱਲ ਨਹੀਂ ਹੈ ਕਿ ਜਿਹੜਾ ਸਿੱਖਾਂ ਦੀ ਸਭ ਤੋਂ ਪਵਿੱਤਰ ਥਾਂ ਹੈ, ਗੁਰੂ ਘਰ ਹੈ, ਦਰਬਾਰ ਸਾਹਿਬ ਹੈ, ਉਹਦੇ ਵਿੱਚ ਸਾਰੀਆਂ ਮਿਸਲਾਂ ਦੇ ਤਾਂ ਵੱਜੇ ਹੋਏ ਸੀ ਪਹਿਲਾਂ, ਲੇਕਿਨ ਮਜ਼੍ਹਬੀ ਸਿੰਘਾਂ ਦਾ ਵੀ ਪੁੰਗਾ ਵੱਜ ਜਾਣਾ ਤੇ ਨਾਲ ਨਾਲ ਇਹ ਪਸਾਰਾ ਦੂਸਰਾ ਚੱਲਦਾ ਰਹਿੰਦਾ। 1860ਵੇਂ ਜਾਂ 70ਵੇਂ ਦੇ ਵਿੱਚ ਫਿਰ ਰੋਕਾਂ ਲੱਗ ਜਾਂਦੀਆਂ ਨੇ, ਮਹੰਤ ਜਿਹੜੇ ਨੇ ਉਹ ਕਾਬਜ਼ ਹੋ ਜਾਂਦੇ ਨੇ ਪੂਰੇ ਗੁਰਦੁਆਰਿਆਂ ਤੇ ਉਹ ਦਰਬਾਰ ਸਾਹਿਬ ਦੇ ਵਿੱਚ ਮੂਰਤੀਆਂ ਵੀ ਲੱਗ ਜਾਂਦੀਆਂ ਨੇ। ਬਹੁਤ ਵੱਡੀਆਂ ਗੱਲਾਂ ਨੇ ਇਹਦੇ ਵਿੱਚ, ਉਹ ਡਿਟੇਲ ਵਿੱਚ ਨਾ ਜਾਈਏ ਤੇ ਗੱਲ ਆਪਾਂ ਸਿਰਫ ਇਹਦੀ ਕਰ ਲਈਏ ਕਿ ਜੇ ਦਲਿਤਾਂ ਦਾ ਇੰਨਾ ਯੋਗਦਾਨ ਸਿੱਖੀ ਜਿਹੜੀ ਉਹ ਵੱਜਦੀ ਕਿਰਤੀਆਂ ਵਾਸਤੇ ਆ, ਮਜ਼ਦੂਰਾਂ ਵਾਸਤੇ ਆ, ਕਾਮਿਆਂ ਵਾਸਤੇ ਆ, ਔਰ ਮੁੱਢ ਬੰਨਣ ਵਾਲੇ ਵੀ ਉਹੀ ਨੇ, ਲੇਕਿਨ ਉਹ ਹਾਸ਼ੀਆਗਤ ਵੀ ਹੋ ਜਾਂਦੇ ਨੇ, ਉਹ ਪਿਛਲੇ 200 ਸਾਲ ਵਿੱਚ ਜ਼ਿਆਦਾ ਹੁੰਦੇ ਨੇ। ਇੱਥੋਂ ਤੱਕ ਕਿ ਦਰਬਾਰ ਸਾਹਿਬ ਵਿੱਚ ਰੋਕ ਵੀ ਲਾ ਦਿੱਤੀ ਗਈ ਕਿ ਉੱਥੇ ਦਰਸ਼ਨ ਦੀਦਾਰ ਵੀ ਉਹਨਾਂ ਨੂੰ 1 ਘੰਟਾ ਹੀ ਕਰਨ ਦਿੱਤਾ ਜਾਂਦਾ ਸੀ। ਫਿਰ 1920 ਹੁਣ ਆਪਾਂ ਪੂਰਾ ਸ਼ਤਾਬਦੀ ਹੋ ਚੱਲੀਏ, 100 ਸਾਲ ਹੋਣ ਲੱਗੇ ਨੇ। 12 ਅਕਤੂਬਰ 1920 ਨੂੰ ਉਹ ਦੇਗ ਚੜਾਉਣ ਜਾਂਦੇ ਨੇ ਦਰਬਾਰ ਸਾਹਿਬ ਤੇ ਉੱਥੇ ਤਾਂ ਜਲਜਲਾ ਆ ਜਾਂਦਾ ਹੈ ਕਿ ਇਹਨਾਂ ਦੇ ਪਾਬੰਦੀਆਂ ਲੱਗੀਆਂ ਸੀ, ਇਹਨਾਂ ਦਾ ਪ੍ਰਸ਼ਾਦ ਵੀ ਨਹੀਂ ਸੀ ਲਿਆ ਜਾਂਦਾ, ਇਹ ਕਿਵੇਂ ਹੋਏਗਾ। ਹੈੱਡ ਗ੍ਰੰਥੀ ਜਿਹੜੇ ਨੇ ਉਹ ਮਨਾ ਕਰਦੇ ਨੇ। ਉੱਥੇ ਫਿਰ ਬੈਠੀ ਜਿੰਨੀ ਵੀ ਪਬਲਿਕ ਹੁਣ ਇਕੱਠੀ ਹੋ ਗਈ ਸੀ, ਉਹ ਕਹਿੰਦੇ ਕਿ ਗੁਰੂ ਤੋਂ ਪੁੱਛ ਲਓ ਜੀ, ਗੁਰੂ ਕਿਹੜਾ, ਗੁਰੂ ਗ੍ਰੰਥ ਸਾਹਿਬ ਤੋਂ ਵਾਕ ਕੱਢ ਲਓ, ਕਿਹੜਾ ਕਹਿੰਦੇ ਨੇ। ਉਹ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੀ ਬੰਦਿਸ਼ ਨਿਕਲਦੀ ਜਿਹੜੀ ਦਲਿਤਾਂ ਦੇ ਹੱਕ ਵਿੱਚ ਜਾਂਦੀ ਹੈ ਤੇ ਪ੍ਰਸ਼ਾਦ ਚਲੋ ਵੰਡਿਆ ਜਾਂਦਾ ਹੈ ਤੇ ਉਹੀ ਜਿਹੜਾ ਮਨਾ ਕਰ ਰਿਹਾ ਸੀ ਹੈੱਡ ਗ੍ਰੰਥੀ ਉੱਥੋਂ ਭੱਜ ਕੇ ਤੇ ਨਹੀਂ ਸੀ ਜਾ ਸਕਦਾ। ਲੇਕਿਨ ਹੋਇਆ ਕਿਆ ਕਿ ਉਹ ਦਰਬਾਰ ਸਾਹਿਬ ਤੋਂ ਫਿਰ ਅਕਾਲ ਤਖਤ ਨੂੰ ਜਾਂਦੇ ਨੇ, ਅਕਾਲ ਤਖਤ ਦੇ ਪੁਜਾਰੀ ਜਿਹੜੇ ਨੇ ਉਹ ਸਾਰੇ ਭੱਜ ਕੇ ਚਲੇ ਜਾਂਦੇ ਨੇ। ਤੇ ਇਹ ਵੇਖੋ ਇਹ ਜਿਹੜੀ ਗੱਲ ਆਪਣੇ ਖਾਲਸਾ ਬਰਾਦਰੀ ਜਿਹੜੇ ਛੋਟੀਆਂ ਜਾਤਾਂ ਨੇ ਜਿਹਨਾਂ ਨਾਲ ਭਿੱਟ ਲੱਗਦੀ ਸੀ ਉਹਨਾਂ ਨੇ ਖੜਾ ਕੀਤਾ, ਉਹਦੇ ਨਾਲ ਵਿਦਨ ਏ ਮੰਥ ਜਿਹੜੀ ਆ SGPC ਵੱਧ ਜਾਂਦੀ ਹੈ, ਪੁਜਾਰੀਆਂ ਨੂੰ ਕੱਢ ਦਿੱਤਾ ਜਾਂਦਾ, ਉੱਥੋਂ ਇੱਕ ਕਮੇਟੀ ਬਣ ਜਾਂਦੀ ਹੈ। ਇਹਦਾ ਵਿਦਨ ਏ ਮੰਥ ਉਹਦਾ ਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋ ਜਾਂਦਾ। ਉਹੀ ਜਿਹੜੀ ਹੈ ਗੁਰਦੁਆਰਾ ਸੁਧਾਰ ਲਹਿਰ ਜਿਹੜੀ ਹੈ ਚਲਾਉਂਦੀ ਹੈ, ਮਹੰਤਾਂ ਦੇ ਚੁੰਗਲਾਂ ਵਿੱਚੋਂ ਗੁਰਦੁਆਰਿਆਂ ਦੀਆਂ ਜਾਇਦਾਦਾਂ ਕੱਢਦੀ ਹੈ ਤੇ ਜਿਹਦੇ ਵਿੱਚ ਸੈਂਕੜੇ ਸਿੱਖ ਜਿਹੜੇ ਨੇ ਸ਼ਹੀਦ ਹੋ ਜਾਂਦੇ ਨੇ। ਬੜੀ ਵੱਡੀ ਗੱਲ ਹੈ। ਲੇਕਿਨ ਹਾਸ਼ੀਆਗਤ ਜਿਹੜਾ ਕਰਨਾ ਹੈ, ਇਹ ਪ੍ਰੋਸੈਸ ਮੈਂ ਕਹਿੰਦਾ ਕਿ ਇਹ ਸਦੀਵੀ ਇੱਕ ਰੂਪ ਜ਼ਰੂਰ ਬਦਲਦਾ ਰਹਿੰਦਾ ਹੈ। ਜੇ ਸਿੱਖੀ ਦੀ ਆਪਾਂ ਗੱਲ ਕਰ ਲਈਏ, ਬੜਾ ਕੁਇਕਲੀ ਮੈਂ ਗੱਲ ਕੀਤੀ ਹੈ, ਡਿਟੇਲ ਦੀਆਂ ਗੱਲਾਂ ਵੱਖਰੀਆਂ ਨੇ, ਲੇਕਿਨ ਇਹ ਅੰਗਰੇਜ਼ੀ ਰਾਜ ਦੇ ਨਾਲ ਦੇ ਵਿੱਚ ਹੀ ਹੋ ਰਿਹਾ, ਸਿੱਖੀ ਦੇ ਵਿੱਚ ਹੋ ਰਿਹਾ। ਜਿਹੜਾ ਸਿੱਖੀ ਨੂੰ ਭੁੱਲਣ ਲੱਗੀ ਤਾਂ ਸਿੰਧੂਆਂ ਵਿੱਚ ਵੀ ਹੋਣਾ ਸੀ, ਇਸਲਾਮ ਵਿੱਚ ਉਸ ਤਰੀਕੇ ਨਾਲ ਤਾਂ ਨਹੀਂ ਹੁੰਦਾ। ਖੈਰ, ਹੁਣ ਕਈ ਵਾਰੀ ਸਾਡੀ ਸਮਝ ਜਿਹੜੀ ਹੁੰਦੀ ਹੈ ਜਾਂ ਸਾਡੇ
ਇਤਿਹਾਸ ਲਿਖੇ ਗਏ ਨੇ ਉਹ ਸਾਨੂੰ ਸਿਖਾਉਂਦੇ ਨੇ ਕਿ ਦੇਖੋ ਜੀ ਅੰਗਰੇਜ਼ਾਂ ਨੇ ਵਿਦਿਆ ਦੇ ਦਰਵਾਜ਼ੇ ਖੋਲ੍ਹ ਦਿੱਤੇ, ਅੰਗਰੇਜ਼ਾਂ ਨੇ ਜਾਤ ਪਾਤ ਵੀ ਖਤਮ ਕਰ ਦਿੱਤੀ। ਲੇਕਿਨ ਇਹ ਗੱਲ ਸਹੀ ਨਹੀਂ ਲੱਗਦੀ ਜਦੋਂ ਆਪਾਂ ਮੁੜ ਇਤਿਹਾਸ ਦੇ ਪੰਨੇ ਫੋਲਦੇ ਹਾਂ ਜਾਂ ਇਹਦੀ ਇੰਟਰਪ੍ਰੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਜੋ ਕੁਝ ਉਹਨਾਂ ਦੇ ਰਾਜ ਵਿੱਚ ਹੋਇਆ। ਪਹਿਲੀ ਗੱਲ ਕਿ ਇਹ ਵਿਦਿਆ ਦੇ ਦਰਵਾਜ਼ੇ ਖੋਲ੍ਹਣਾ, ਇਹ ਪੰਜਾਬ ਦੇ ਵਿੱਚ ਕੀ ਖੋਲ੍ਹਣੇ ਸੀ, ਇਹ ਤਾਂ ਸਿੱਖੀ ਨੇ ਪਹਿਲਾਂ ਹੀ ਖੋਲ੍ਹੇ ਹੋਏ ਸੀ। ਲੇਕਿਨ ਇਹ ਵੀ ਮਸ਼ਹੂਰ ਹੈ ਕਿ ਉਹ ਆਪਣਾ ਬਹੁਤ ਵਧੀਆ ਉਹਨੇ ਆਪਣੇ ਇੰਡੀਜਨਸ ਹਿਸਟਰੀ ਆਫ ਇੰਡੀਜਨਸ ਐਜੂਕੇਸ਼ਨ ਦਾ ਇਤਿਹਾਸ ਤੇ ਗੱਲ ਲਿਖੀ ਸੀ। ਉਹਦਾ ਨਾਮ ਮੇਰਾ ਭੁੱਲ ਰਿਹਾ, ਲਾਈਟਨਰ ਹੈ। ਹਾਂਜੀ, ਲਾਈਟਨਰ ਨੇ ਕਿਹਾ ਕਿ ਵੱਡੇ ਪੈਮਾਨੇ ਵਿੱਚ ਵਿਦਿਆ ਦੇ ਇੱਥੇ ਅਦਾਰੇ ਖੁੱਲ੍ਹੇ ਹੋਏ ਸਨ, ਸਕੂਲ ਸਨ, ਮਦਰਸੇ ਸਨ, ਲੇਕਿਨ ਇਹ ਹੌਲੀ ਹੌਲੀ ਉਹ ਸਾਰੇ ਖਤਮ ਕਰ ਦਿੱਤੇ ਗਏ। ਅੰਗਰੇਜ਼ਾਂ ਨੇ ਜਾਣ ਬੁੱਝ ਕੇ ਖਤਮ ਕੀਤੇ ਕਿ ਜੇ ਇਹਨਾਂ ਤੇ ਰਾਜ ਕਰਨਾ ਤੇ ਇਹਨਾਂ ਨੂੰ ਵਿਦਿਆ ਤੋਂ ਹੀ ਦੂਰ ਕਰ ਦਿਓ। ਤੇ ਨਾਲ ਹੀ ਨਾਲ ਜਾਤ ਪਾਤ ਦਾ, ਜਿਹੜੀ ਮੈਂ ਦੱਸਿਆ ਕਿ 1860-70 ਦੇ ਵਿੱਚ ਇਹ ਕੋਡ ਲੱਗਦਾ ਹੈ ਜਿਹਦੇ ਵਿੱਚ ਪਾਬੰਦੀਆਂ ਉੱਥੋਂ ਤੱਕ ਲੱਗ ਜਾਂਦੀਆਂ ਨੇ। ਫਿਰ ਜਿਹੜੀ ਨਹਿਰੀ ਕਲੋਨੀਆਂ ਬਣਦੀਆਂ ਨੇ ਉੱਥੇ ਜਿਹੜੀ ਆਪਣੇ ਵੱਡੀ ਤਾਦਾਦ ਵਿੱਚ ਪੰਜਾਬੀ ਜਿਹੜੇ ਨੇ ਸਾਮਰਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ, ਕਿਉਂਕਿ 1857 ਦੇ ਜਿਹੜਾ ਵਿਦਰੋਹ ਸੀ ਉਹਨੂੰ ਦਬਾਉਣ ਵਿੱਚ ਵੀ ਮਦਦ ਕੀਤੀ ਸੀ। ਇਹਨਾਂ ਨੂੰ ਫੌਜ ਵਿੱਚ ਵੱਡੇ ਪੈਮਾਨੇ ਤੇ ਲਿਆ ਜਾਂਦਾ। ਮੇਰੇ ਖਿਆਲ 1920 ਦੇ ਲਾਗੇ ਛਾਗੇ ਇਹ ਹਾਲ ਸੀ ਕਿ ਜਿਹੜੀ ਪੂਰੀ ਭਾਰਤ ਦੀ ਐਂਗਲੋ ਇੰਡੀਅਨ ਆਰਮੀ ਸੀ ਉਹਦੇ ਵਿੱਚ 60% ਪੰਜਾਬੀ ਸਨ, ਕਿਉਂਕਿ ਯੋਧੇ ਸਨ, ਇਹਨਾਂ ਨੂੰ ਲੋੜ ਵੀ ਸੀ, ਇਹ ਸੇਵਾ ਵਿੱਚ ਵੀ ਲੱਗੇ ਰਹੇ। ਤੇ ਇਹ ਸੇਵਾ ਦਾ ਇੱਕ ਤਰੀਕੇ ਦਾ ਰਿਵਾਰਡ ਵੀ ਜਿਹੜੀ ਸਰਕਾਰ ਹੈ ਉਹ ਬੜੇ ਤਰੀਕਿਆਂ ਨਾਲ ਦਿੰਦੀ ਹੈ ਕਿ ਇਹਦੇ ਵਿੱਚ ਵੱਡੀ ਤਾਦਾਦ ਵਿੱਚ ਜਿਹੜੇ ਜ਼ਿਮੀਂਦਾਰ ਸਨ, ਜੱਟ ਸ਼੍ਰੇਣੀ ਜਾਤ ਨਾਲ ਸੰਬੰਧਿਤ ਸਨ, ਇਹਨਾਂ ਨੂੰ ਨਹਿਰੀ ਕਲੋਨੀਆਂ ਵਿੱਚ ਮੁਰੱਬੇ ਵੀ ਦਿੱਤੇ ਗਏ। ਤੇ ਫਿਰ ਸੀਰੀ ਸੇਪੀ ਵੀ ਉਦੋਂ ਹੀ ਸ਼ੁਰੂ ਹੋਈ। ਤੇ ਨਾਲ ਵੱਡੀ ਗੱਲ ਹੈ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਇਹੋ ਜਿਹਾ ਐਕਟ ਪਾਸ ਨਹੀਂ ਕੀਤਾ ਜਿਹੜਾ ਅੰਗਰੇਜ਼ਾਂ ਨੇ ਇੱਕ ਰਿਵਾਰਡ ਦੇ ਤਰੀਕੇ ਨਾਲ ਉਹ ਸੇਵਾ ਜਿਹੜੀ ਕੀਤੀ ਹੈ, ਜਿਹੜੀ ਚਾਕਰੀ ਉਹਨਾਂ ਦੀ ਕੀਤੀ ਹੈ ਕਿ ਸਿਰਫ ਹਿੰਦੁਸਤਾਨ ਵਿੱਚ ਹੀ ਨਹੀਂ, ਪੂਰੇ ਮਲਾਇਆ ਚੀਨ ਦੇ ਵਿੱਚ ਵੀ ਸਾਂਭਦੇ ਸੀ ਐਜ਼ ਫੌਜੀਆਂ ਵੱਲੋਂ ਜਾਂ ਐਜ਼ ਪੁਲਿਸ ਕਰਮਚਾਰੀਆਂ ਵੱਲੋਂ ਪੰਜਾਬੀਆਂ ਨੂੰ। ਉਹ ਇੱਕ ਪੰਜਾਬ ਲੈਂਡ ਏਲੀਨੇਸ਼ਨ ਐਕਟ 1900 ਵਿੱਚ ਪਾਸ ਕੀਤਾ, 1901 ਵਿੱਚ ਉਹ ਲਾਗੂ ਹੋ ਗਿਆ, ਜਿਹਦੇ ਰਾਹੀਂ ਬਹੁਤ ਸਾਰੇ ਜਾਤਾਂ ਜਿਹੜੀਆਂ ਐਗਰੀਕਲਚਰ ਦੇ ਨਾਲ ਜੁੜੀਆਂ ਹੋਈਆਂ ਸੀ ਉਹਨਾਂ ਨੂੰ ਬੇਦਖਲ ਵੀ ਕਰ ਦਿੱਤਾ ਜਾਂਦਾ। ਔਰ ਸਭ ਤੋਂ ਵੱਧ ਨੁਕਸਾਨ ਉਹ ਜਿਹੜਾ ਦਲਿਤਾਂ ਦਾ ਹੁੰਦਾ ਹੈ, ਜਿਹੜਾ ਸਿੱਖੀ ਦਾ ਮੁੱਢ ਵੱਜਦੇ ਜਿਨ੍ਹਾਂ ਨੇ ਬੰਨਿਆ ਸੀਗਾ, ਔਰ ਉਹਨਾਂ ਨੂੰ ਹਾਸ਼ੀਆਗਤ ਇਸ ਤਰੀਕੇ ਨਾਲ ਕੀਤਾ ਜਾਂਦਾ ਹੈ ਕਿ ਉਹਨਾਂ ਦੀ ਜਿਹੜੇ ਕੋਠਾ ਵੀ ਹੁੰਦਾ ਸੀ, ਛੱਤ ਵੀ ਸੀ, ਉਹ ਉਹਨਾਂ ਦੀ ਆਪਣੀ ਨਹੀਂ ਸੀ ਹੁੰਦੀ। ਇਹ ਤੇ ਸਦਕੇ ਜਾਈਏ ਸੰਵਿਧਾਨ ਰਚਣ ਵਾਲੇ ਬਾਬਾ ਸਾਹਿਬ ਅੰਬੇਦਕਰ ਦੇ ਕਿ ਉਹਨੇ ਇਹ ਸਾਰੇ ਅਧਿਕਾਰ ਸਾਰੀਆਂ ਜਾਤਾਂ ਨੂੰ ਦੇ ਦਿੱਤੇ, ਸਾਰਿਆਂ ਵਾਸਤੇ ਇੱਕੋ ਜਿਹੇ ਕਰ ਦਿੱਤੇ। ਤੇ ਮੈਂ ਗੱਲ ਇਹ ਸਿਰਫ ਇੱਥੇ ਹੀ ਖਤਮ ਕਰਨੀ ਚਾਹਾਂਗਾ ਕਿ ਇਹ ਜਿਹੜੀ ਆਪਣੇ ਹਾਸ਼ੀਆ ਕਰਨ ਦੀ ਹੈ, ਇਹ ਇੱਕ ਲੰਮਾ ਪ੍ਰੋਸੈਸ ਹੁੰਦਾ ਜਿਹਦੇ ਕਈ ਰੂਪ ਬਦਲਦੇ ਰਹਿੰਦੇ ਨੇ, ਉਹਦੇ ਵਿੱਚ ਕਈ ਵਰਗ ਜੁੜਦੇ ਰਹਿੰਦੇ ਨੇ, ਕਈ ਉਤਾਂਹ ਠਾਂ ਹੁੰਦਾ ਰਹਿੰਦਾ। ਉਹਨੂੰ ਅੱਜ ਦੇ ਸੰਦਰਭਾਂ ਵਿੱਚ ਆਪਾਂ ਵੇਖੀਏ ਤੇ ਉਹ ਸਿਰਫ ਕਹੀਏ ਕਿ ਇਹ ਹਜ਼ਾਰਾਂ ਸਾਲਾਂ ਤੋਂ ਇਸ ਤਰੀਕੇ ਨਾਲ ਚੱਲਦਾ ਆਇਆ, ਇਹ ਇਵੇਂ ਨਹੀਂ ਹੁੰਦਾ। ਤੇ ਬਾਕੀ ਇਹ ਹੈ ਕਿ ਹੁਣ ਜਿਹੜੀਆਂ ਅੱਜ ਦੇ ਹਾਲਾਤ ਨੇ ਉਹਨਾਂ ਤੇ ਕੀ ਕਹਿਣਾ ਵਾ, ਆਪਾਂ ਵੇਖ ਹੀ ਰਹੇ ਹਾਂ ਕਿ ਹਾਸ਼ੀਆਗਤ ਲੋਕਾਂ ਦਾ ਕੀ ਹਾਲ ਹੈ। ਅੱਜ ਕੱਲ੍ਹ ਤੇ ਕਿਸਾਨੀ ਦਾ ਬੁਰਾ ਹਾਲ ਹੋ ਗਿਆ, ਜਿਹੜੀ ਕਿ ਆਪਾਂ ਮੰਨਦੇ ਰਹੇ ਹਾਂ ਕਿ ਪੰਜਾਬ ਜਿਹੜਾ ਉਹ ਤੇ ਖੇਤੀਬਾੜੀ ਦਾ ਹੀ ਪ੍ਰਾਂਤ ਹੈ। ਇਹਦੇ ਬਾਰੇ ਆਪਾਂ ਜਿਹੜੀ ਪਹਿਲਾਂ ਵੀ ਉਦਯੋਗੀਕਰਨ ਸੀਗਾ ਜਿਹੜਾ ਆਪਾਂ ਇੱਥੇ ਲੱਗੀ ਹੋਈ ਸੀ, ਉਹ ਫਲਾਈਟ ਵੀ ਕਰ ਗਈ, ਇੱਥੋਂ ਚਲੀ ਵੀ ਗਈ। ਬਾਕੀ ਅਸੀਂ ਕੋਈ ਇੰਡਸਟਰੀ ਵਗੈਰਾ ਵੱਲ ਧਿਆਨ ਨਹੀਂ ਦਿੱਤਾ। ਸਰਕਾਰਾਂ ਜਿਹੋ ਜਿਹੀਆਂ ਹੋਣਗੀਆਂ ਉਹੋ ਜਿਹਾ ਹੀ ਸਾਡਾ ਸਮਾਜ ਵੀ ਹੋਊਗਾ, ਜਿਹੋ ਜਿਹਾ ਸਮਾਜ ਹੋਊਗਾ ਉਹੋ ਜਿਹੀਆਂ ਸਰਕਾਰਾਂ ਹੋਣਗੀਆਂ। ਤੇ ਚੈਲੰਜ ਵੱਡੇ ਨੇ, ਲੇਕਿਨ ਸਾਡਾ ਇਤਿਹਾਸ ਬੜਾ ਅਮੀਰ ਹੈ। ਉਹ ਮੈਂ ਤੁਹਾਨੂੰ ਮੋਟੇ ਤੌਰ ਤੇ ਗੱਲਾਂ ਕੁਝ ਸਾਂਝੀਆਂ ਕੀਤੀਆਂ ਨੇ। ਤੇ ਇਹਦੇ ਵਿੱਚੋਂ ਸੰਕਟ ਵਿੱਚੋਂ ਨਿਕਲਣਾ ਕਾਫੀ ਮੁਸ਼ਕਲ ਹੁੰਦਾ, ਕਿਉਂਕਿ ਇੱਕ ਵਾਰੀ ਤੁਸੀਂ ਪੰਜਾਬ ਦੀਆਂ ਉਹ ਵੰਡਾਂ ਪੈ ਗਈਆਂ, ਉਹਦੀਆਂ ਜ਼ਿੰਮੇਦਾਰੀ ਕਿਹੜੀਆਂ ਨੇ ਉਹ ਵੱਖਰੀ ਗੱਲ ਆ, ਉਹ ਬੜੀ ਲੰਮੀ ਗੱਲ ਹੋ ਜਾਏਗੀ, ਉਹਦੇ ਪਾਸੇ ਨਾ ਪਈਏ। ਲੇਕਿਨ ਆਹ ਜਿਹੜੀ
ਆਪਾਂ ਛੋਟੀ ਜੀ ਪੰਜਾਬ ਦੀ ਇਕਾਈ ਲੈ ਕੇ ਚੱਲ ਰਹੇ ਹਾਂ। ਹੁਣ ਇੱਥੋਂ ਵੀ ਲੋਕ ਅੱਕ ਚੁੱਕੇ ਨੇ, ਉਹ ਬਾਹਰਲੇ ਮੁਲਕਾਂ ਵਿੱਚ ਜਾਂਦੇ ਨੇ ਤੇ ਹਾਸ਼ੀਆਗਤ ਜੇ ਇੱਥੇ ਨਹੀਂ ਸੀਗੇ ਤਾਂ ਉੱਥੇ ਹੋ ਜਾਂਦੇ ਨੇ। ਤੇ ਇਹ ਵੱਡਾ ਇੱਕ ਤਰੀਕੇ ਦਾ ਸਾਡਾ, ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਸਾਡਾ ਵਿੱਚ ਇਹ ਵਿਘਨ ਪੈਣ ਕਰਕੇ ਜਿਹੜਾ ਥੋੜੀ ਰੁਕਾਵਟ ਵੀ ਆ ਗਈ, ਲੰਮਾ ਵੀ ਖਿੱਚਿਆ ਗਿਆ। ਤੇ ਜੇ ਕੋਈ ਪ੍ਰਸ਼ਨ ਹੋਣਗੇ, ਸਵਾਲ ਹੋਣਗੇ ਤਾਂ ਮੈਂ ਉਹਨਾਂ ਦਾ ਜ਼ਰੂਰ ਜਵਾਬ ਦਵਾਂਗਾ। ਹਾਂਜੀ ਪ੍ਰੈਸ ਸਾਹਿਬ, ਬਿਲਕੁਲ ਵਿੱਚ ਜਿਹੜਾ ਇੱਕ ਰੁਕਾਵਟ ਪੈ ਗਈ ਸੀਗੀ, ਲੇਕਿਨ ਤੁਸੀਂ ਫਿਰ ਉਸੇ ਪਿੱਚ ਦੇ ਉੱਤੇ ਆਪਣੇ ਲੈਕਚਰ ਨੂੰ, ਵਿਖਿਆਨ ਨੂੰ ਲੈ ਗਏ, ਤੇ ਉਹ ਮਹਿਸੂਸ ਨਹੀਂ ਹੋਇਆ ਕਿ ਵਿੱਚ ਕੋਈ ਰੁਕਾਵਟ ਪਈ ਸੀ। ਬਹੁਤ ਸਾਰੇ ਦਰਸ਼ਕ ਮੁੜ ਕੇ ਫਿਰ ਜੁੜ ਗਏ, ਜਿੰਨੇ ਪਹਿਲਾਂ ਸੀਗੇ ਤਕਰੀਬਨ ਸਾਰੇ ਹੀ ਦੁਬਾਰਾ ਜੁੜ ਗਏ। ਤੇ ਇੱਕ ਸੱਜਣ ਨੇ ਇੱਕ ਸਵਾਲ ਪੁੱਛਿਆ, ਤੇ ਪਹਿਲਾਂ ਉਹ ਮੈਂ ਤੁਹਾਡੇ ਸਾਹਮਣੇ ਰੱਖ ਲਵਾਂ। ਤੇ ਵੈਸੇ ਅਸੀਂ ਪਹਿਲਾਂ ਤੋਂ ਵੀ ਐਲਾਨ ਕੀਤਾ ਹੋਇਆ ਕਿ ਪੰਜਾਬ ਦਰਸ਼ਨ ਦੇ ਸਿਰਜਕ ਟੀਮ ਵੀ ਤੇ ਇਹਦੇ ਦਰਸ਼ਕ ਵੀ ਘੜੀ ਲਾ ਕੇ ਬੈਠਦੇ ਆ, ਤੇ ਤੁਹਾਡੇ ਤੋਂ ਵੀ ਇਹੀ ਉਮੀਦ ਕਰਦੇ ਆ ਵੀ ਘੜੀ ਦਾ ਬਿਲਕੁਲ ਖਿਆਲ ਨਾਲ ਰੱਖੋ। ਤੇ ਸਵਾਲ ਕਿਸੇ ਨੇ ਕੀਤਾ ਕਿ ਜਿਹੜੇ ਹਾਸ਼ੀਆਗ੍ਰਸਤ ਜਾਂ ਹਾਸ਼ੀਆਗਤ ਲੋਕ, ਕੋਈ ਇਸ ਤਰ੍ਹਾਂ ਦਾ ਇਨਕਲਾਬ ਮੁੜ ਕੇ ਵੀ ਆ ਸਕਦਾ ਕਿ ਉਹ ਫਿਰ ਆਪਣੀ ਅਸਲ ਥਾਂ ਦੇ ਉੱਤੇ ਇੱਕ ਭਾਈਚਾਰੇ ਦੇ, ਬਰਾਬਰਤਾ ਦੇ, ਉਸ ਤਰ੍ਹਾਂ ਉਹ ਆਪਣੇ ਸਮਾਜ ਵਿੱਚ ਆ ਜਾਣ। ਇਸ ਤਰ੍ਹਾਂ ਦੀ ਕੋਈ ਪੋਸੀਬਿਲਿਟੀ, ਜਿਹੜਾ ਹੁਣ ਦੀ ਸਾਡੀ ਪੋਲੀਟਿਕਸ ਹੈ, ਸਾਡੀ ਸਮਾਜਿਕਤਾ, ਜਾਂ ਜੋ ਵੀ ਹੈ ਵਰਤਾਰਾ ਚੱਲ ਰਿਹਾ, ਇਹਦੇ ਵਿੱਚ ਇਸ ਤਰ੍ਹਾਂ ਦੀ ਉਮੀਦ ਹੈ ਕੋਈ? ਮੇਰਾ ਆਪਣਾ ਮੰਨਣਾ ਹੈ ਕਿ ਇਤਿਹਾਸ ਦਾ ਵਿਦਿਆਰਥੀ ਹੁੰਦਿਆਂ ਹੋਇਆਂ ਨਾ, ਜਿਹੜੇ ਉਤਰਾਅ ਚੜਾਅ ਦੀ ਮੈਂ ਗੱਲ ਕੀਤੀ ਹੈ ਕਿ ਜੇ ਬਹੁਤ ਸਾਰੇ ਇਨਕਲਾਬ ਹੋਏ ਨੇ ਤੇ ਕਾਊਂਟਰ ਰੈਵੋਲੂਸ਼ਨ ਵੀ ਹੋਏ, ਜਿਹੜੇ ਬਾਬਾ ਸਾਹਿਬ ਅੰਬੇਦਕਰ ਜੀ ਦੀ ਗੱਲ ਕਰਦੇ ਨੇ ਇਤਿਹਾਸ ਨੂੰ ਸਮਝਣ ਲੱਗਿਆ, ਤੇ ਇਹ ਉਤਰਾਅ ਚੜਾਅ ਹੋਣੇ ਬਿਲਕੁਲ ਵਾਜਬ ਨੇ। ਜਿਹੜੇ ਲੋਕ ਅੱਜ ਪਿਸ ਰਹੇ ਨੇ ਉਹਨਾਂ ਦਾ ਉਥਾਨ ਵੀ ਹੋਣਾ ਹੀ ਹੈ। ਤੇ ਬਹੁਤ ਸਾਰੀ ਵੱਡੀਆਂ ਗੱਲਾਂ ਹੋ ਰਹੀਆਂ ਨੇ। ਇੱਕ ਜਿਹੜੀ ਸਾਡੇ ਜਿਨ੍ਹਾਂ ਨੂੰ ਹਿਊਮਨ ਰਾਈਟਸ ਕਹਿੰਦੇ ਆ, ਉਹ ਪੂਰੀ ਦੁਨੀਆ ਦੇ ਵਿੱਚ ਵੀ ਇਹ ਉਹਦੇ ਬਾਰੇ ਗੱਲਾਂ ਹੁੰਦੀਆਂ ਨੇ, ਹਲਚਲ ਹੁੰਦੀ ਹੈ। ਤੇ ਜਿਹੜੀ ਆ ਕਾਣੀ ਵੰਡ ਹੈ, ਇਹਦੇ ਖਿਲਾਫ ਵੀ ਗੱਲਾਂ ਹੁੰਦੀਆਂ ਨੇ। ਫਿਰ ਆਪਾਂ ਬਾਬਾ ਸਾਹਿਬ BR ਅੰਬੇਦਕਰ ਦੀ ਗੱਲ ਕਰੀਏ ਤੇ ਵੱਡਾ ਬਹੁਤ ਕੁਝ ਹੈ ਜਿਹੜਾ ਉਹਨਾਂ ਨੇ ਸਿਰਫ ਆਪਣੇ ਭਾਰਤ ਦੇ ਲੋਕਾਂ ਨੂੰ ਨਹੀਂ, ਪੂਰੇ ਵਿਸ਼ਵ ਦੇ ਲੋਕਾਂ ਨੂੰ ਵੀ ਦਿੱਤਾ ਹੋਇਆ। ਅੱਜ ਕੱਲ੍ਹ ਜਿਹੜੇ ਨੇ ਕਾਲੇ ਨੇ, ਬਲੈਕ ਅਫਰੀਕਨ ਨੇ, ਅਫਰੀਕਨ ਅਮਰੀਕਨ ਨੇ, ਉਹ ਇਹਨਾਂ ਦੇ ਵਿੱਚ ਤਾਲਮੇਲ ਵੀ ਚੱਲ ਰਿਹਾ। ਤੇ ਗੱਲ ਇਹ ਹੈ ਕਿ ਨਿਆਂ ਦੀ ਗੱਲ ਕਰਨੀ, ਸਮਾਨਤਾ ਦੀ ਗੱਲ ਕਰਨੀ, ਸਾਡੀ ਪਰੰਪਰਾ ਵੱਡੀ ਹੈ, ਡੂੰਘੀ ਹੈ, ਗੁਰੂਆਂ ਦਾ ਬਹੁਤ ਵੱਡਾ ਰੋਲ ਹੈ। ਤੇ ਜੇ ਇਸ ਧਰਤੀ ਵਿੱਚ ਪਹਿਲਾਂ ਹੋ ਸਕਦਾ ਸੀ, ਔਰ ਇਹ ਕਿਉਂ ਨਹੀਂ ਹੋ ਸਕਦਾ? ਮੈਂ ਇੱਕ ਵੈਸੇ ਬਹੁਤ ਹੀ ਆਪਟਿਮਿਸਟ ਹੈ, ਆਸ਼ਾਜਨਕ ਮੇਰੀ ਸੋਚ ਹੈ। ਬਾਵਜੂਦ ਇਹਦੇ ਕਿ ਅਸੀਂ ਬੜੇ ਵਿਖੜ ਪੈਂਡਿਆਂ ਵਿੱਚੋਂ, ਔਖੇ ਸਮਿਆਂ ਵਿੱਚੋਂ ਗੁਜ਼ਰ ਰਹੇ ਹਾਂ। ਇਹ ਸਾਰੇ ਟੈਸਟ ਜਿਹੜੇ ਨੇ ਇਹ ਲੁਕਾਈ ਦੇ ਨੇ, ਲੋਕਾਂ ਨੇ ਖੜੇ ਕੀਤੇ ਹੋਏ ਨੇ ਤੇ ਲੋਕਾਂ ਨੇ ਇਹਨੂੰ ਖਤਮ ਵੀ ਕਰਨਾ ਹੁੰਦਾ ਹੈ। ਬਹੁਤ ਸਾਰੀਆਂ ਧਾਰਾਵਾਂ ਜ਼ਰੂਰ ਚੱਲਦੀਆਂ ਨੇ ਇਹਦੇ ਵਿੱਚ, ਪ੍ਰੋਗਰੈਸਿਵ ਨੇ, ਲੈਫਟਿਸਟ ਨੇ, ਔਰ ਇਹ ਆਪਣੀ ਸੋਚ ਦੇ ਲੈਵਲ ਤੇ ਐਮੈਂਸੀਪੇਟਰੀ ਜਿੰਨੀਆਂ ਵੀ ਧਾਰਾਵਾਂ ਚੱਲੀਆਂ ਨੇ, ਇਹ ਜ਼ਰੂਰ ਹੋਏਗਾ। ਅੱਜ ਨਹੀਂ ਹੋਏਗਾ, ਮੈਨੂੰ ਲੱਗਦਾ ਹੈ ਕਿ 50 ਸਾਲ ਬਾਅਦ ਅਸੀਂ ਤਾਂ ਨਹੀਂ ਹੋਵਾਂਗੇ, ਲੇਕਿਨ ਇੱਕ ਵੱਖਰੀ ਕਿਸਮ ਦਾ ਸਮਾਜ ਖੜਾ ਹੋਏਗਾ। ਉਹ ਹੁਣ ਪੁਰਾਣੀਆਂ ਗੱਲਾਂ ਜਿਹੜੀਆਂ ਨੇ, ਅੱਜ ਵੇਖੋ ਅਸੀਂ ਸਾਡੇ ਵੇਲਿਆਂ ਵਿੱਚ ਜਾਂ ਟੈਕਨੋਲੋਜੀ ਖੜੀ ਹੋਈ ਹੈ, ਸਾਡੇ ਹੱਥਾਂ ਦੇ ਵਿੱਚ ਪੂਰੀ ਦੁਨੀਆ ਆ ਗਈ ਹੈ, ਜਿਹਨੂੰ ਆਪਾਂ ਸਮਾਰਟਫੋਨ ਦੇ ਜ਼ਰੀਏ, ਉਹ ਸਾਰੀਆਂ ਹੱਦਬੰਦੀਆਂ ਟੁੱਟ ਗਈਆਂ ਨੇ। ਪੰਜਾਬ ਦੇ ਜਿਹੜੇ ਵੰਡ ਹੋਈ ਸੀ ਉਹ ਵੀ ਟੁੱਟ ਗਈ। ਆਪਾਂ ਵੇਖਦੇ ਹਾਂ ਕਿ ਕਿਵੇਂ ਆਦਾਨ ਪ੍ਰਦਾਨ ਚੱਲ ਰਿਹਾ। ਤੇ ਜੇ ਇਹ ਹੋ ਸਕਦਾ ਤੇ ਮੈਨੂੰ ਵੇਖੋ, ਬਰਲਿਨ ਦੀ ਇੱਕ ਜਿਹੜੀ ਦੀਵਾਰ ਆ ਉਹ ਟੁੱਟੀ ਸੀਗੀ ਤੇ ਜਰਮਨ ਇੱਕ ਦੂਸਰੇ ਨਾਲ ਜੁੜ ਗਿਆ ਸੀਗਾ। ਤੇ ਜੇ ਉਹ ਹੋ ਸਕਦਾ, ਪੰਜਾਬ ਵੀ ਇਕੱਠਾ ਹੋਊਗਾ, ਪੂਰੀ ਦੁਨੀਆ ਵੀ ਇਕੱਠੀ ਹੋਣੀ ਹੈ। ਇਹ ਜਿਹੜੀਆਂ ਵੰਡਾਂ ਨੇ ਇਹ ਜ਼ਰੂਰ ਖਤਮ ਹੋਣੀਆਂ। ਮੈਂ ਇਹਦਾ ਮੇਰਾ ਵਿਸ਼ਵਾਸ ਹੈ ਕਿ ਇਹ ਇਨਸਾਨ ਦੀਆਂ ਖੜੀਆਂ ਕੀਤੀਆਂ ਹੋਈਆਂ। ਇਨਸਾਨ ਨੇ ਆਪਣੀਆਂ ਗਲਤੀਆਂ ਤੋਂ ਸਿੱਖਣਾ ਵੀ ਹੈ ਤੇ ਜ਼ਰੂਰ ਸਿੱਖੇਗਾ। ਇਹ ਸਾਡੇ ਕੋਲ ਵਿਚਾਰਧਾਰਾ ਵੀ ਪਈ ਹੈ, ਲੰਮਾ ਵਿਰਸਾ ਹੈ। ਇਸ ਗੱਲ ਨੂੰ ਸਾਨੂੰ ਇਹ ਆਸ਼ਾਵੰਦ ਬਣਾਉਂਦਾ।
ਪ੍ਰੈਸ ਸਾਹਿਬ, ਤੁਸੀਂ ਅੱਜ ਜਦੋਂ ਬੋਲ ਰਹੇ ਸੀਗੇ, ਤੁਹਾਡੀ ਆਵਾਜ਼, ਤੁਹਾਡੀ ਬੋਲੀ, ਤੁਹਾਡਾ ਅੰਦਾਜ਼ ਤੇ ਤੁਹਾਡਾ ਦ੍ਰਿਸ਼, ਦਸਤਾਰ, ਬਹੁਤ ਖੂਬਸੂਰਤ ਦ੍ਰਿਸ਼ ਪੇਸ਼ ਹੋ ਰਿਹਾ ਸੀਗਾ ਤੇ ਇਸ ਤਰ੍ਹਾਂ ਲੱਗ ਰਿਹਾ ਸੀਗਾ ਕਿ ਅਸੀਂ ਕਿਸੇ ਦਰਵੇਸ਼ ਵਿਦਵਾਨ ਨੂੰ ਸੁਣ ਰਹੇ ਹਾਂ। ਬਹੁਤ ਹੀ ਕਮਾਲ ਦੀ ਤੁਸੀਂ ਇੱਕ ਕਹਾਣੀ ਪੰਜਾਬ ਦੀ ਸਾਡੇ ਸਾਹਮਣੇ ਰੱਖੀ ਹੈ, ਇਤਿਹਾਸ ਦੀ। ਔਰ ਉਹਦੀ ਖਾਸ ਗੱਲ ਇਹ ਹੈ ਕਿ ਉਹਦੇ ਵਿੱਚ ਤੁਸੀਂ ਆਸਵੰਦ ਵੀ ਹੈ ਕਿ ਤਬਦੀਲੀ ਜਿਹੜੀ ਹੈ ਕੁਦਰਤ ਦਾ ਅਸੂਲ ਵੀ ਹੈ ਤੇ ਸਮਾਜ ਦਾ ਅਸੂਲ ਵੀ ਹੈ। ਜੇ ਅਸੀਂ ਇਸ ਤਰ੍ਹਾਂ ਹੀ ਪਾਟੇ ਰਵਾਂਗੇ ਤੇ ਅਸੀਂ ਸਫਰਿੰਗ ਵਿੱਚ ਰਵਾਂਗੇ, ਔਰ ਸਫਰਿੰਗ ਤੋਂ ਜੇ ਅਸੀਂ ਮੁਕਤ ਹੋਣਾ, ਨਿਜਾਤ ਪਾਉਣੀ ਹੈ, ਤੇ ਸਾਨੂੰ ਯੂਨਿਟੀ ਵਾਲੇ ਪਾਸੇ ਆਉਣਾ ਪਏਗਾ। ਮੈਂ ਬੜੀ ਸਾਡੇ ਸਾਹਮਣੇ ਗੁਰੂ ਨਾਨਕ ਸਾਹਿਬ ਨੂੰ ਅਸੀਂ ਦੇਖਦੇ ਹਾਂ ਕਿ ਉਹਨਾਂ ਨੇ ਜਿਹੜੀ ਲਹਿਰ ਤੋਰੀ, ਪੰਜਵੇਂ ਪਾਤਸ਼ਾਹ ਨੇ ਜਦੋਂ ਚੌਥੇ ਪਾਤਸ਼ਾਹ ਨੇ ਜਦੋਂ ਹਰਿਮੰਦਰ ਸਾਹਿਬ ਜਿਹੜਾ ਅੰਮ੍ਰਿਤਸਰ ਸ਼ਹਿਰ ਵਸਾਇਆ ਤੇ ਉਹਦੇ ਵਿੱਚ 52 ਕਿਰਤੀ ਲਿਆ ਕੇ ਵਸਾਏ। ਛੇਵੇਂ ਪਾਤਸ਼ਾਹ ਨੇ ਜਦੋਂ ਮੀਰੀ ਪੀਰੀ ਧਾਰਨ ਕੀਤੀ, ਉਸ ਵੇਲੇ ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੋਇਆ ਵੀ ਕਿਰਤੀਆਂ ਨੇ ਉਹਨਾਂ ਅੱਗੇ ਜਾ ਕੇ ਕਿਹਾ ਕਿ ਸਾਡੇ ਕੋਲ ਹੋਰ ਕੁਝ ਨਹੀਂ ਤੁਹਾਨੂੰ ਦੇਣ ਲਈ, ਜੇ ਸੀਸ ਦੀ ਲੋੜ ਹੋਈ ਤਾਂ ਸਾਨੂੰ ਦੱਸ ਦਿਓ। ਤੇ ਗੁਰੂ ਸਾਹਿਬ ਨੇ ਕਿਹਾ ਵੀ ਜਦੋਂ ਵੀ ਮੌਕਾ ਬਣਿਆ ਤੇ ਤੁਹਾਨੂੰ ਦੱਸਾਂਗੇ। ਔਰ ਉਹਨਾਂ ਦੇ ਪਿਤਾ ਗੁਰੂ ਅਰਜਨ ਦੇਵ ਜੀ ਨੇ ਜਿਸ ਵੇਲੇ ਗੁਰੂ ਗ੍ਰੰਥ ਸਾਹਿਬ ਦੀ ਸਿਰਜਣਾ ਕੀਤੀ, ਉਹਦੇ ਵਿੱਚ ਭਗਤਾਂ ਦੀ ਬਾਣੀ ਦਰਜ ਹੋਈ। ਔਰ ਕਈ ਲੋਕ ਸਮਝਦੇ ਭਗਤ ਸਿਰਫ ਸ਼ਾਇਦ ਭਗਤੀ ਕਰਦੇ ਸੀਗੇ, ਔਰ ਤੁਸੀਂ ਦੇਖੋ ਵੀ ਸਾਰੇ ਭਗਤ ਜਿਹੜੇ ਕਿਰਤੀ ਸੀਗੇ, ਕਿਸੇ ਨਾ ਕਿਸੇ ਕਿਰਤ ਨਾਲ ਸੰਬੰਧਿਤ ਸੀਗੇ। ਔਰ 10ਵੇਂ ਪਾਤਸ਼ਾਹ ਨੇ ਜਦੋਂ ਅਨੰਦਪੁਰ ਸਾਹਿਬ ਖਾਲਸੇ ਦੀ ਸਾਜਨਾ ਕੀਤੀ, ਉਸ ਵੇਲੇ ਫਿਰ ਕਿਰਤੀ ਨੇ ਆਪਣੇ ਸੀਸ ਅਰਪਣ ਕੀਤੇ। ਭੰਗਾਣੀ ਦੇ ਯੁੱਧ ਵਿੱਚ ਕਿਰਤੀ ਉਹਨਾਂ ਦੀ ਲੜਾਈ ਲੜ ਰਹੇ ਆ, ਗੁਰੂ ਸਾਹਿਬ ਦੇ ਨਾਲ ਨਾਲ 10ਵੇਂ ਪਾਤਸ਼ਾਹ ਦੇ ਨਾਲ ਕਿਰਤੀ ਜਿਹੜੇ ਆ ਲੜ ਰਹੇ ਆ। ਔਰ ਜਿਹੜਾ ਪੰਜਾਬ ਨੂੰ, ਜੇ ਤੁਸੀਂ ਕਹਿ ਲਓ ਕਿ ਪੰਜਾਬ ਦੀ ਜਿਹੜੀ ਖਾਸੀਅਤ ਜਿਹੜੀ ਹੈ, ਪੰਜਾਬ ਦਾ ਤੁਸੀਂ ਇੱਕ ਸਿੰਬਲ ਜੇ ਦੇਖਣਾ ਹੋਵੇ ਤਾਂ ਕਿਰਤ ਹੈ। ਤੇ ਗੁਰੂ ਨਾਨਕ ਨੇ ਵੀ ਕਿਹਾ ਸੀਗਾ, ਕਿਰਤ ਜਿਹੜੀ ਕਰੋ ਨਾਮ ਜਪੋ ਬਣ ਸਕੋ। ਤੇ ਪੰਜਾਬ ਜੇ ਅਸਲ ਮਾਇਨੇ ਵਿੱਚ ਦੇਖਣਾ ਹੋਵੇ ਤਾਂ ਇਹ ਪੰਜਾਬ ਕਿਰਤੀਆਂ ਦਾ ਦੇਸ਼ ਹੈ। ਲੇਕਿਨ ਤੁਸੀਂ ਦੇਖੋ ਵੀ ਬਹੁਤ ਸਾਰੀਆਂ ਕਿਰਤਾਂ ਵਿੱਚੋਂ ਕੁਝ ਕਿਰਤਾਂ ਵੀ ਜਿਹੜੀਆਂ ਹਾਸ਼ੀਆਗ੍ਰਸਤ ਹੋ ਗਈਆਂ ਤੇ ਇਸ ਵੇਲੇ ਪੰਜਾਬ ਨੂੰ ਅਸੀਂ ਕਹਿੰਦੇ ਕਿਸਾਨੀ ਪ੍ਰਧਾਨ ਦੇਸ਼ ਹੈ। ਜਿਹੜਾ ਕਿਰਤ ਪ੍ਰਧਾਨ ਦੇਸ਼ ਸੀਗਾ, ਉਹ ਇੱਕ ਕਿਰਤ ਜਿਹੜੀ ਪ੍ਰਧਾਨ ਬਣ ਗਈ, ਬਾਕੀ ਕਿਰਤਾਂ ਹਾਸ਼ੀਆਗ੍ਰਸਤ ਹੋ ਗਈਆਂ। ਤੇ ਮੈਂ ਸਮਝਦਾ ਵੀ ਜਦੋਂ ਅਸੀਂ ਸਾਰੀਆਂ ਕਿਰਤਾਂ ਦਾ ਸਤਿਕਾਰ ਕਰਨਾ ਸਿੱਖਾਂਗੇ, ਹਰ ਇੱਕ ਕਿਰਤ ਨੂੰ ਅਸੀਂ ਉਹਦਾ ਬਣਦਾ ਮਾਣ ਤਾਣ ਦੇਵਾਂਗੇ, ਤਾਂ ਉਹ ਇੱਕ ਕਿਰਤ ਕਰਨ ਵਾਲੇ ਲੋਕ ਵੀ, ਉਹਨਾਂ ਨੂੰ ਵੀ ਉਹ ਮਾਣ ਤਾਣ ਜਾਊਗਾ ਤੇ ਫਿਰ ਉਹ ਸਾਰੇ ਇੱਕ ਬਰਾਬਰਤਾ ਦੇ ਭਾਈਚਾਰਾ ਜਿਹੜਾ ਬਣੂਗਾ। ਤੇ ਮੇਰਾ ਖਿਆਲ ਹੈ ਵੀ ਸਾਨੂੰ ਇਹ ਕਹਿਣਾ ਚਾਹੀਦਾ ਕਿ ਪੰਜਾਬ ਜਿਹੜਾ ਇਹ ਕਿਸਾਨੀ ਪ੍ਰਧਾਨ ਨਹੀਂ ਹੈ, ਪੰਜਾਬ ਕਿਰਤ ਪ੍ਰਧਾਨ ਦੇਸ਼ ਹੈ। ਤੇ ਅੱਜ ਪ੍ਰੈਸ ਸਾਹਿਬ ਤੁਸੀਂ ਬਹੁਤ ਹੀ ਮੇਰਾ ਖਿਆਲ ਹੈ ਜੇ ਪੰਜਾਬ ਨੇ ਬਚਣਾ ਹੈ ਜਾਂ ਪੰਜਾਬ ਨੇ ਮੁਕੰਮਲ ਹੋਣਾ ਹੈ, ਪੰਜਾਬ ਨੇ ਸਾਬਤ ਹੋਣਾ ਹੈ, ਤਾਂ ਤੁਹਾਡੇ ਅੱਜ ਦੇ ਇਸ ਲੈਕਚਰ ਤੋਂ ਸਾਨੂੰ ਸਿੱਖਿਆ ਲੈਣੀ ਪਊਗੀ। ਔਰ ਇੱਕ ਉਮੀਦ ਇਹ ਹੈ ਕਿ ਗੁਰੂ ਨਾਨਕ ਨੇ ਜੇ ਸੱਚ ਦੀ ਗੱਲ ਕੀਤੀ ਆ, ਔਰ ਉਹ ਸੱਚ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ ਤੇ ਹੋਸੀ ਵੀ ਸੱਚ ਹੈ। ਲੋਕ ਉਹ ਤੋਂ ਦੂਰ ਜਾ ਸਕਦੇ ਆ, ਲੋਕ ਉਹ ਤੋਂ ਵਿਛੜੇ ਹੋ ਸਕਦੇ ਆ, ਪਰ ਉਹ ਸੱਚ ਮਿਟ ਨਹੀਂ ਸਕਦਾ। ਔਰ ਅਸੀਂ ਜਦ ਵੀ ਉਹ ਸੱਚ ਸਾਨੂੰ ਯਾਦ ਆਉਂਦਾ ਰਹੂਗਾ, ਅਸੀਂ ਉਹ ਸੱਚ ਵੱਲ ਖਿੱਚੇ ਜਾਵਾਂਗੇ, ਉਹ ਸੱਚ ਨਾਲ ਜੁੜਾਂਗੇ ਤੇ ਫਿਰ ਉਹ ਜਿਹੜਾ ਬਰਾਬਰੀ ਵਾਲਾ ਸਮਾਜ ਆ, ਉਹ ਫਿਰ ਉਸਾਰੀ ਹੋਊਗੀ। ਇਸ ਉਮੀਦ ਨਾਲ ਪ੍ਰੈਸ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਸਾਡੇ ਨਾਲ ਕਾਫੀ ਦੇਰ ਬੈਠੇ ਰਹੇ, ਵਿੱਚ ਰੁਕਾਵਟ ਵੀ ਪਈ ਤਾਂ ਵੀ ਤੁਸੀਂ ਬੜੇ ਸੰਤੋਖ ਨਾਲ ਬੈਠੇ ਰਹੇ। ਇੱਕ ਵਿਦਵਾਨ ਲਈ ਬੜਾ ਔਖਾ ਹੁੰਦਾ ਜਦੋਂ ਇੱਕ ਵਾਰੀ ਵਿੱਚ ਰੁਕਾਵਟ ਪੈ ਜਾਵੇ, ਬ੍ਰੇਕ ਪੈ ਜਾਵੇ, ਮੁੜ ਕੇ ਉਸੇ ਪਿੱਚ ਦੇ ਉੱਤੇ ਆਉਣਾ ਥੋੜ੍ਹਾ ਮੁਸ਼ਕਲ ਹੁੰਦਾ, ਪਰ ਤੁਸੀਂ ਬਹੁਤ ਸਹਿਜ ਵਿੱਚ ਰਹੇ। ਅੱਜ ਦੇ ਪ੍ਰੈਸ ਸਾਹਿਬ ਵਿੱਚ ਤੁਹਾਡੇ ਲੈਕਚਰ ਵਿੱਚ ਕੁਝ ਸਪੈਸ਼ਲ ਸੱਜਣ ਜੁੜੇ, ਮੈਂ ਉਹਨਾਂ ਦਾ ਨਾਮ ਜ਼ਰੂਰ ਲੈਣਾ ਚਾਹੂੰਗਾ ਜਿਹੜੇ ਨਵੇਂ ਅੱਜ ਸ਼ਾਮਲ ਹੋਏ। ਪ੍ਰੋਫੈਸਰ ਸ਼ਾਮ ਸਿੰਘ ਮਸਤਗੜ੍ਹ ਤੋਂ
ਲਾਲ ਸਿੰਘ ਕਮਲਾ, ਪ੍ਰੋਫੈਸਰ ਦੀਪਕ ਮਨਮੋਹਨ ਸਿੰਘ ਮੇਰੇ ਸਤਿਕਾਰਯੋਗ ਅਧਿਆਪਕ, ਮੈਡਮ ਅਮਰਪਾਲ ਕੌਰ ਸੰਘਾ, ਕਸ਼ਮੀਰ ਸਿੰਘ ਕੁੰਡਾ, ਡਾਕਟਰ ਪਰਮਜੀਤ ਸਿੰਘ ਸਿੱਧੂ, ਇੱਕ ਵਿਸ਼ੇਸ਼ ਹਸਤੀ ਆਪਣੇ ਪਦਮ ਸ਼੍ਰੀ ਹੰਸਰਾਜ ਹੰਸ ਜੀ, ਜਿਨ੍ਹਾਂ ਨੇ ਵਿਸ਼ੇਸ਼ ਤੌਰ ਤੇ ਸਾਰਾ ਲੈਕਚਰ ਸੁਣਿਆ ਔਰ ਵਿੱਚ ਜਦੋਂ ਰਿਕਾਰਡ ਪਈ ਤਾਂ ਉਹਨਾਂ ਨੇ ਫੋਨ ਕਰਕੇ ਪੁੱਛਿਆ ਕਿ ਦੁਬਾਰਾ ਲੈਕਚਰ ਹੋਏਗਾ ਕਿ ਨਹੀਂ ਹੋਏਗਾ, ਤੇ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਜੁੜੇ ਰਹੋ ਤੇ ਦੁਬਾਰਾ ਲਿੰਕ ਭੇਜਾਂਗੇ। ਨੀਤੂ ਅਰੋੜਾ ਜੀ, ਕ੍ਰਿਸ਼ਨ ਕੁਮਾਰ ਰੱਤੂ, ਸੁਨੀਲ ਕੁਮਾਰ, ਸੁਮਨਦੀਪ ਸਿੰਘ, ਬਲਵਿੰਦਰਪਾਲ ਸਿੰਘ, ਹਰਪ੍ਰੀਤ ਉੱਪਲ, ਪ੍ਰੋਫੈਸਰ ਤੇਜਿੰਦਰ ਸਿੰਘ, ਗੁਰਬਚਨ ਸਿੰਘ ਸਾਗਰੀ, ਅੰਡੇਮਾਨ ਨਿਕੋਬਾਰ ਤੋਂ ਸਾਡੇ ਲੈਕਚਰ ਨੂੰ ਦੇਖ ਰਹੇ ਆ, ਤੇ ਉਹਨਾਂ ਤੋਂ ਇਲਾਵਾ ਰੇਸ਼ਮ ਸਿੰਘ ਤੇ ਪਰਮਿੰਦਰ ਸਿੰਘ। ਇਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣਾ ਕੀਮਤੀ ਵਕਤ ਦਿੱਤਾ ਸਾਨੂੰ। ਤੇ ਅਮਰੀਕਾ ਤੋਂ ਅਸ਼ਵਿੰਦਰ ਕੌਰ ਬੜੇ ਬੇਸਬਰ ਹੋ ਗਏ ਸੀਗੇ ਜਦੋਂ ਕਨੈਕਸ਼ਨ ਟੁੱਟ ਗਿਆ ਸੀਗਾ, ਤੇ ਉਹਨਾਂ ਨੂੰ ਦੁਬਾਰਾ ਵਾਰ-ਵਾਰ ਮੈਸੇਜ ਆਇਆ ਤੇ ਉਹਨਾਂ ਨੇ ਦੁਬਾਰਾ ਫਿਰ ਉਹਨਾਂ ਲਿੰਕ ਨਾਲ ਜੋੜ ਕੇ ਲੈਕਚਰ ਸੁਣਿਆ। ਉਹਨਾਂ ਨੇ ਉਹਨਾਂ ਦੇ ਖਾਸ ਤੌਰ ਦੇ ਉੱਤੇ ਬੜੇ ਧੰਨਵਾਦੀ ਹਾਂ। ਤੇ ਅਖੀਰ ਦੇ ਵਿੱਚ ਮੇਰੇ ਸਹਿਯੋਗੀ ਸੋਹਜ ਤੇ ਸਹਿਜ ਦੀ ਸੇਵਾ ਕਰਨ ਵਾਲੇ ਪਰਮਿੰਦਰ ਤੇ ਹਰਪ੍ਰੀਤ, ਤੇ ਸਾਡੀ ਪੰਜਾਬ ਦਰਸ਼ਨ ਦੀ ਸਿਰਜਕ ਟੀਮ ਹਰਮੀਤ ਕੌਰ, ਜਸਕਰਨ, ਕਮਲੇਸ਼ ਪਟਿਆਲੇ ਤੋਂ, ਦਿਲਦਾਰ ਮਹਿਤਾਬ, ਤੇ ਸਾਡੀ ਸੇਵਾ ਕਰਨ ਵਾਲੇ ਕੁਲਵਿੰਦਰ ਕੌਰ ਜੀ, ਜਿਨ੍ਹਾਂ ਦੇ ਕਰਕੇ ਸ਼ਾਇਦ ਇਹ ਪੰਜਾਬ ਦਰਸ਼ਨ ਦਾ ਪ੍ਰੋਗਰਾਮ ਹਰ ਵਾਰ ਕਿਸੇ ਨਾ ਕਿਸੇ ਤਰ੍ਹਾਂ ਨੇਪਰੇ ਚੜ੍ਹਦਾ। ਤੇ ਜਿਵੇਂ ਮੈਂ ਦੱਸਿਆ ਵੀ ਅਸੀਂ ਸਾਰੇ ਬਹੁਤ ਅਨਾੜੀ ਹਾਂ, ਤੇ ਸਾਡਾ ਹਰ ਪ੍ਰੋਗਰਾਮ ਇਸ ਤਰ੍ਹਾਂ ਹੁੰਦਾ ਜਿਵੇਂ ਅਸੀਂ ਪਹਿਲੀ ਵਾਰੀ ਕਰ ਰਹੇ ਹੁੰਦੇ ਹਾਂ, ਤੇ ਜਿੰਨੀਆਂ ਵੀ ਸਾਡੀਆਂ ਗਲਤੀਆਂ ਜਾਂ ਕਮੀਆਂ ਪੇਸ਼ੀਆਂ ਜਾਂ ਰੁਕਾਵਟਾਂ ਉਹ ਸਾਰੀਆਂ ਅਸੀਂ ਅਪਣਾਉਂਦੇ ਹਾਂ ਉਹਨਾਂ ਨੂੰ, ਤੇ ਸਾਨੂੰ ਉਹਦੇ ਲਈ ਅਸੀਂ ਹਮੇਸ਼ਾ ਹੀ ਮਾਫੀ ਮੰਗਦੇ ਹਾਂ। ਤੇ ਇੰਨੀਆਂ ਗੱਲਾਂ ਨਾਲ ਹੀ ਖਿਮਾ ਦੇ ਜਾਚਕ ਹਾਂ। ਫਿਰ ਜਦੋਂ ਵੀ ਮੌਕਾ ਬਣਿਆ ਅਗਲੇ ਲੈਕਚਰ ਬਾਰੇ ਅਸੀਂ ਸਾਰੇ ਦਰਸ਼ਕਾਂ ਨੂੰ ਦੱਸਦੇ ਰਹਾਂਗੇ। ਹਾਂਜੀ, ਕੁਝ ਕਹਿਣਾ ਚਾਹੁੰਦੇ ਆ ਪ੍ਰੋਫੈਸਰ ਸਾਹਿਬ? ਹਾਂਜੀ ਨਹੀਂ, ਮੈਂ ਕਿਹਾ ਮੈਂ ਧੰਨਵਾਦ ਕਰ ਦੇਵਾਂ, ਲੇਕਿਨ ਉਹਦੇ ਨਾਲ ਗੱਲ ਵੀ ਥੋੜੀ ਜਿਹੀ ਜੋੜ ਦੇਵਾਂ ਕਿ ਮੈਂ ਜਿਹੜੀ ਹਾਸ਼ੀਆ ਕਰਨ ਦੀ ਹਾਸ਼ੀਆਗਤ ਦੀ ਗੱਲ ਕੀਤੀ ਹੈ ਨਾ, ਉਤਰਾ ਚੜ੍ਹਾਅ ਦੀ, ਹੁਣ ਮੈਂ ਕੁਇਕਲੀ ਗੱਲ ਕਰ ਦੇਵਾਂ ਕਿ ਕਮਾਲ ਦੀ ਗੱਲ ਹੈ ਕਿ ਸਿੱਖੀ ਨੇ ਜਾਂ ਸਿੱਖ ਗੁਰੂਆਂ ਨੇ ਜਿਹੜੇ ਦਰਵਾਜ਼ੇ ਖੋਲੇ ਨਾ ਵਿਦਿਆ ਦੇ, ਉਹਦੇ ਨਾਲ ਸਾਡੇ ਸਾਹਿਤ ਰਚਨਾ ਜਿਹੜੀ ਹੈ ਨਾ ਦਲਿਤਾਂ ਵੱਲੋਂ ਬੜੀ ਪੁਰਾਣੀ, ਡੂੰਘੀ ਤੇ ਬੌਧਿਕ ਲੈਵਲ ਦੀ ਹੋਈ। ਭਾਈ ਜੈਤਾ ਤਾਂ ਪਹਿਲੇ ਸਾਡੇ ਸ਼੍ਰੀ ਗੁਰੂ ਕਥਾ ਲਿਖਣ ਵਾਲੇ ਨੇ, ਹਾਲਾਂਕਿ ਉਹ ਰਚਨਾ ਵੱਡੀ ਹੈ, ਗੁਰੂ ਗੋਬਿੰਦ ਸਾਹਿਬ ਜੀ ਦੇ ਆਲੇ ਦੁਆਲੇ ਘੁੰਮਦੀ ਹੈ, ਲੇਕਿਨ 19ਵੀਂ ਸਦੀ ਦੇ ਪਹਿਲੇ ਅੱਧ ਵਿੱਚ ਰਣਜੀਤ ਸਿੰਘ ਦੇ ਕਾਲ ਵਿੱਚ ਮਹਾਕਵੀ ਜਿਹੜੇ ਨੇ ਉਹ ਵਜ਼ੀਰ ਸਿੰਘ ਹੁੰਦੇ ਨੇ, ਜਿਹੜੇ ਉਹ ਖੁਦ ਵੀ ਦਲਿਤ ਸਨ, ਬ੍ਰਹਮ ਗਿਆਨੀ ਹੋ ਗਏ ਸਨ, ਲੌਕੇ ਵਿੱਚ ਆ ਕੇ ਉਹਨਾਂ ਨੇ ਡੇਰਾ ਜਮਾਇਆ ਸੀ। ਔਰ ਇਹ ਜਿਹੜੀ ਸਾਡੀ ਗੁਲਾਬਦਾਸੀਆਂ ਦੀ ਪਰੰਪਰਾ ਵਾ ਉਹਦੇ ਵਿੱਚ ਇਹਨੂੰ ਬਹੁਤ ਵੱਡਾ ਸਥਾਨ ਪ੍ਰਾਪਤ ਹੈ, ਉਹਨੂੰ ਪਰਮਹੰਸ ਮੰਨਦੇ ਨੇ। ਹਾਂਜੀ, ਤੇ ਔਰ ਇਹ ਵੱਡੀਆਂ ਰਚਨਾਵਾਂ ਨੇ ਇਹਨਾਂ ਦੀਆਂ ਪੰਜਾਬੀ ਦੇ ਵਿੱਚ ਵੀ ਤੇ ਬ੍ਰਜ ਦੇ ਵਿੱਚ ਵੀ। ਤੇ 19ਵੀਂ ਸਦੀ ਦੇ ਦੂਸਰੇ ਅੱਧ ਵਿੱਚ ਗਿਆਨੀ ਦਿੱਤ ਸਿੰਘ ਬਹੁਤ ਵੱਡੇ ਨੇ। ਇਹ ਮੈਂ ਕਹਿੰਦਾ ਕਿ ਇਹ ਸਾਰਾ ਸਿੱਖੀ ਦੇ ਕਰਕੇ ਹੀ ਹੋਇਆ, ਹਾਲਾਂਕਿ ਉਦੋਂ ਪਤਨ ਹੋ ਰਿਹਾ ਹੈ, ਗਿਰਾਵਟ ਆ ਰਹੀ ਹੈ, ਬਾਵਜੂਦ ਉਹਦੇ ਇਹ ਜਿਹੜੀਆਂ ਕਿਰਤਾਂ ਪਾਈਆਂ ਸਨ ਗੁਰੂਆਂ ਨੇ ਉਹ ਕਮਾਲ ਦੀਆਂ ਨੇ। ਤੇ 20ਵੀਂ ਸਦੀ ਤਾਂ ਭਰੀ ਪਈ ਆ ਆਪਣੇ, ਇਸ ਕਰਕੇ ਪੂਰੀਆਂ ਭਾਸ਼ਾਵਾਂ ਵਿੱਚ ਮੈਂ ਇਹ ਗੱਲ ਸਾਰਿਆਂ ਨਾਲ ਸਾਂਝੀ ਕਰ ਦੇਵਾਂ ਕਿ ਪੰਜਾਬੀ ਜ਼ਬਾਨ ਨੂੰ ਸਾਨੂੰ ਮਾਣ ਹੋਣਾ ਚਾਹੀਦਾ ਕਿ ਦਲਿਤ ਸਾਹਿਤਕਾਰੀ ਬੜੀ ਅਮੀਰ ਹੈ, ਬੜੀ ਪੁਰਾਣੀ ਹੈ, ਬੜੀ ਡੂੰਘੀ ਹੈ ਔਰ ਬੜੀ ਬੌਧਿਕਤਾ ਵਾਲੀ ਹੈ। ਤੇ ਇਸੇ ਨਾਲ ਤੁਹਾਡੇ ਸਾਰਿਆਂ ਦਾ ਧੰਨਵਾਦ ਔਰ ਸਾਰੇ ਦਰਸ਼ਕਾਂ ਦਾ ਵੀ। ਤੇ ਆਪਣਾ ਜੇ ਕੋਈ ਸਵਾਲ ਵਗੈਰਾ ਹੋਣਗੇ ਤਾਂ ਮੈਂ ਉਹਦੇ ਤੇ ਵੀ ਜਵਾਬ ਵੀ ਦੇ ਦੇਵਾਂਗਾ, ਜੋ ਕੁਝ ਵੀ ਆਏਗਾ। ਤੇ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਸਾਰੇ ਪੰਜਾਬ ਦਰਸ਼ਨ ਦੇ ਸਰੋਤਿਆਂ ਦਾ ਤੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਾਰਿਆਂ ਦਾ ਧੰਨਵਾਦ। ਫਿਰ ਅਗਲੇ ਹਫ਼ਤੇ ਮਿਲਦੇ ਹਾਂ ਕਿਸੇ ਨਵੇਂ ਲੈਕਚਰ ਦੇ ਨਾਲ, ਕਿਸੇ ਨਵੀਂ ਹਸਤੀ ਦੇ ਨਾਲ। ਬਹੁਤ ਬਹੁਤ ਮਿਹਰਬਾਨੀ। पंजाब करां की सिफ्त तेरी है, पंजाब करां की सिफ्त तेरी।